ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਸੋ ਤੁਸੀਂ ਜਾਣਦੇ ਹੋ ਕਿ ਇਮੀਗ੍ਰੇਸ਼ਨ ਮੈਟਰਸ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਇਮੀਗ੍ਰੇਸ਼ਨ ਸੰਬੰਧੀ ਪ੍ਰੋਸੈਸ ਦੀ ਕੀ ਤਬਦੀਲੀਆਂ ਆ ਰਹੀਆਂ ਨੇ, ਇਮੀਗ੍ਰੇਸ਼ਨ ਵਿੱਚ ਕੀ ਬਦਲਾਅ ਕੀਤੇ ਜਾ ਰਹੇ ਨੇ। ਸੋ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ, ਵੱਖ-ਵੱਖ ਤਰ੍ਹਾਂ ਦੇ ਜੋ ਪਰਮਿਟ ਸੀ, ਚਾਹੇ ਵਰਕ ਪਰਮਿਟ ਹੋਵੇ, ਚਾਹੇ ਸਟੱਡੀ ਪਰਮਿਟ ਹੋਵੇ, ਉਹਨਾਂ ਉੱਤੇ ਕੀ ਅਸਰ ਪਿਆ ਮੌਜੂਦਾ ਹਾਲਾਤਾਂ ਦਾ, ਇਹਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਜਿਵੇਂ ਅਸੀਂ ਜਾਣਦੇ ਹਾਂ ਕਿ ਯੂਐਸ ਇਮੀਗ੍ਰੇਸ਼ਨ ਦੇ ਵਿੱਚ ਕੁਝ ਤਬਦੀਲੀਆਂ ਤਾਂ ਵੇਖਣ ਨੂੰ ਮਿਲੀਆਂ ਹੀ ਨੇ। ਅਸੀਂ ਉਹਦੇ ਬਾਰੇ ਕੱਲ੍ਹ ਗੱਲਬਾਤ ਕੀਤੀ ਸੀ। ਸੋ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਵਿੱਚ ਇਸ ਵੇਲੇ ਕੀ ਤਬਦੀਲੀਆਂ ਵੇਖਣ ਨੂੰ ਮਿਲੀਆਂ ਨੇ, ਕਿਹਨਾਂ ਦੇ ਕੇਸ ਪ੍ਰਭਾਵਿਤ ਹੋਏ ਨੇ, ਇਹਦੇ ਬਾਰੇ ਵਿੱਚ ਅੱਜ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ। ਤੁਹਾਨੂੰ ਦੱਸ ਦਈਏ ਕਿ ਜੇਕਰ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰਸ ਤੇ ਕਾਲ ਕਰ ਸਕਦੇ ਹੋ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਅੱਜ ਦੇ ਪ੍ਰੋਗਰਾਮ ਵਿੱਚ ਪੁੱਛ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ-ਬਹੁਤ ਸਵਾਗਤ ਹੈ ਸਰ। ਬਹੁਤ ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਰ, ਜਿਵੇਂ ਇਮੀਗ੍ਰੇਸ਼ਨ ਸੰਬੰਧੀ ਮੈਂ ਹਮੇਸ਼ਾ ਤੁਹਾਨੂੰ ਪੁੱਛਦੀ ਹੁੰਦੀ ਹਾਂ ਕਿ ਕਿੰਨਾ ਡਰਾ ਨਿਕਲਿਆ, ਕੀ ਹੋਇਆ, ਤੇ ਅੱਜ ਕੱਲ੍ਹ ਜਿਹੜਾ ਸਵਾਲ ਹੈ ਪਹਿਲਾਂ ਹੀ ਚੇਂਜ ਹੋ ਰਿਹਾ ਕਿ ਕੈਨੇਡੀਅਨ ਇਮੀਗ੍ਰੇਸ਼ਨ ਤੇ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ, ਜੋ ਮਹਾਮਾਰੀ ਦੀ ਸਥਿਤੀ ਹੈਗੀ ਆ, ਕੈਨੇਡੀਅਨ ਇਮੀਗ੍ਰੇਸ਼ਨ ਤੇ ਇਸ ਦਾ ਕੀ ਪ੍ਰਭਾਵ ਪਿਆ? ਪ੍ਰਭਾਵ ਇਹ ਹੈ ਕਿ ਕਾਨੂੰਨ ਨੇ ਜਿਹੜੇ ਉਹ ਟਾਈਮਲੀ ਮੈਨਰ 'ਚ ਚੇਂਜ ਹੁੰਦੇ ਜਾ ਰਹੇ ਨੇ ਜੀ, ਤੇ ਇਹ ਪ੍ਰਭਾਵ ਨੂੰ ਹੀ ਓਵਰਕਮ ਕਰਨ ਲਈ ਸਰਕਾਰ ਜਿਹੜੇ ਕਾਨੂੰਨ 'ਚ ਤਬਦੀਲੀਆਂ ਕਰਨ ਜਾ ਰਹੀ ਹੈ। ਸੋ ਦੋ ਮੇਜਰ ਚੇਂਜਸ ਨੇ, ਜੇ ਆਪਾਂ ਬੜੇ ਪ੍ਰਭਾਵ ਕਹੀਏ, ਜਿਹੜੇ ਪਿਛਲੇ ਹਫਤੇ ਦੇ ਵਿੱਚ ਪਏ ਨੇ। ਇੱਕ ਤਾਂ ਅੱਜ ਹੀ ਕਾਨੂੰਨ 'ਚ ਬਹੁਤ ਵੱਡੀ ਜਿਹੜੀ ਤਬਦੀਲੀ ਕੀਤੀ ਗਈ ਹੈ ਜੀ। ਇਹ ਖੁਸ਼ਖਬਰੀ ਹੋਊਗੀ ਬਹੁਤ ਸਾਰੇ ਵਰਕ ਪਰਮਿਟ ਵਾਲੇ ਲੋਕਾਂ ਲਈ ਜੀ, ਜਿਨ੍ਹਾਂ ਕੋਲੇ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਹੈਗਾ। ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸਿਰਫ ਉਸੇ ਇੰਪਲੋਇਰ ਨਾਲ ਹੀ ਕੰਮ ਕਰ ਸਕਦੇ ਹੈਗੇ। ਹੁਣ ਬਹੁਤ ਸਾਰੇ ਲੋਕਾਂ ਦੀਆਂ ਜਿਹੜੇ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਵਾਲੇ ਨੇ ਤਰਨ, ਉਹਨਾਂ ਦੀਆਂ ਜੌਬਸ ਆਪਾਂ ਨੂੰ ਪਤਾ ਹੈ ਇਹ ਪੈਂਡੇਮਿਕ ਕਰਕੇ ਚਲੇ ਗਈਆਂ ਹੈਗੀਆਂ ਨੇ, ਤੇ ਉਹਨਾਂ ਨੇ ਜੇ ਨਵਾਂ ਇੰਪਲੋਇਰ ਉਹਨਾਂ ਨੇ ਲੱਭਣਾ ਹੈਗਾ, ਤੇ ਨਵਾਂ ਇੰਪਲੋਇਰ ਲੱਭਣ ਤੇ ਉਹ ਫਿਰ LMIA ਕਰਾਉਣਾ ਪੈਂਦਾ ਹੈ, ਤੇ ਉਸ ਤੋਂ ਬਾਅਦ ਉਹ ਕਰਾ ਕੇ ਫਿਰ ਉਹ ਐਪਲੀਕੇਸ਼ਨ ਫਾਈਲ ਕਰਦੇ ਨੇ, ਫਿਰ ਉਹ ਜਾ ਕੇ ਨਵੇਂ ਕੰਮ ਤੇ ਜਾ ਸਕਦੇ ਨੇ। ਇਹਦੇ ਨਾਲ ਕਈ ਵਾਰੀ ਜਿਹੜੇ ਅਸੈਂਸ਼ੀਅਲ ਸੈਕਟਰ ਜਾਂ ਕ੍ਰਿਟੀਕਲੀ ਅਕਲੇਮਡ ਸੈਕਟਰਸ ਨੇ, ਉਹਨਾਂ ਵਿੱਚ ਬੰਦੇ ਉਨੀ ਛੇਤੀ ਨਹੀਂ ਮਿਲਦੇ ਜਿੱਥੇ ਕਿ ਉਹਨਾਂ ਨੂੰ ਪਹਿਲਾਂ LMIA ਹੋਇਆ ਤੇ ਉਸ ਤੋਂ ਬਾਅਦ ਉਹ ਦੁਬਾਰੇ ਵਰਕ ਪਰਮਿਟ ਲਈ ਅਪਲਾਈ ਕਰਦੇ ਨੇ। ਵਰਕ ਪਰਮਿਟ ਪ੍ਰੋਸੈਸਿੰਗ ਟਾਈਮ ਇਸ ਵੇਲੇ 12 ਤੋਂ 14 ਵੀਕ ਲੱਗ ਰਹੇ ਨੇ। ਸੋ ਉਹਨਾਂ ਚਿਰ ਉਹਨਾਂ ਨੂੰ ਵੇਟ ਹੈ ਜਿਹੜਾ ਉਹ ਕਰਨਾ ਪੈਂਦਾ ਹੈਗਾ। ਸੋ ਸਰਕਾਰ ਨੇ ਇੱਕ ਟੈਂਪਰੇਰੀ ਪਾਲਿਸੀ ਚੇਂਜ ਕਰਕੇ ਇਹ ਕਰਤਾ ਕਿ ਜੇ ਕੋਈ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਵਾਲਾ ਇੰਡੀਵਿਜੂਅਲ ਹੈ, ਮਤਲਬ ਕਿ ਜਿਹਨੂੰ ਕਲੋਜ਼ਡ ਵਰਕ ਪਰਮਿਟ ਵੀ ਸਾਦੀ ਭਾਸ਼ਾ 'ਚ ਆਪਾਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਹੈਗੇ ਆ, ਕੋਈ ਕਲੋਜ਼ ਪਰਮਿਟ ਵਾਲਾ ਬੰਦਾ ਹੈਗਾ, ਉਹਦੀ ਜੌਬ ਚਲੇਗੀ, ਉਹਨੂੰ ਨਵਾਂ ਇੰਪਲੋਇਰ LMIA ਦੇ ਰਿਹਾ ਹੈਗਾ, ਤਾਂ ਉਹ ਜਦੋਂ ਹੀ ਉਹਦੇ ਕੋਲ LMIA ਆ ਗਈ, ਉਹਨੇ ਨਵੇਂ ਇੰਪਲੋਇਰ ਲਈ ਐਪਲੀਕੇਸ਼ਨ ਲਾਤੀ, ਉਹ ਉਦੋਂ ਹੀ ਕੰਮ ਤੇ ਵਾਪਸ ਜਾ ਸਕਦਾ। ਸੋ ਉਹਨੂੰ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਜਦੋਂ ਤੱਕ ਉਹਦਾ ਵਰਕ ਪਰਮਿਟ ਨਹੀਂ ਆਉਂਦਾ ਉਦੋਂ ਤੱਕ ਉਹ ਆਪਦੀ ਐਪਲੀਕੇਸ਼ਨ ਜਿਹੜੀ ਕੰਮ ਤੇ ਨਾ ਜਾਵੇ। ਸੋ ਜਦੋਂ ਐਪਲੀਕੇਸ਼ਨ ਫਾਈਲ ਕਰੀ ਤਾਂ ਤੁਹਾਡੇ ਤੇ ਟੈਕਨੀਕਲੀ ਇੰਪਲਾਈਡ ਸਟੇਟਸ ਬਣ ਗਿਆ ਕਿ ਤੁਹਾਡੀ ਅਰਜ਼ੀ ਲੱਗੀ ਹੈ, ਤੁਸੀਂ ਨਵੇਂ ਇੰਪਲੋਇਰ ਨਾਲ ਕੰਮ ਕਰਨਾ ਸ਼ੁਰੂ ਕਰਤਾ, ਪ੍ਰੋਵਾਈਡਡ ਕਿ ਉਹ ਤੁਹਾਨੂੰ ਜਿਹੜੀ LMIA ਹੋਣਾ ਚਾਹੀਦਾ ਹੈ। ਸੋ ਇੱਕ ਇੰਪਲੋਇਰ ਤੋਂ ਦੂਜੇ ਇੰਪਲੋਇਰ ਵੇਲੇ ਜਾਣ ਵੇਲੇ LMIA ਹੈਗਾ, ਐਪਲੀਕੇਸ਼ਨ ਫਾਈਲ ਕਰਤੀ, ਨਵੇਂ ਇੰਪਲੋਇਰ ਨਾਲ ਕੰਮ ਕਰਨ ਜਾ ਸਕਦੇ ਹੋ। ਇਹ ਬਹੁਤ ਇੱਕ ਚੰਗਾ ਡਿਸੀਜਨ ਹੈ ਜਿਹੜਾ ਸਰਕਾਰ ਦਾ ਆ ਰਿਹਾ ਹੈਗਾ। ਉਹਦਾ ਰੀਜ਼ਨ ਇਹ ਹੈ ਜੀ, ਇੱਕ ਤਾਂ ਕੰਮ ਕਰਨ ਵਾਲੇ ਲੋਕਾਂ ਨੂੰ ਕੰਮ ਮਿਲ ਜੂਗਾ, ਤੇ ਦੂਜਾ ਜਿਹੜਾ ਇੰਪਲੋਇਰ ਹੈ ਜੇ ਉਹਨੂੰ ਬੰਦੇ ਦੀ ਜ਼ਰੂਰਤ ਹੈ ਤਾਂ ਉਹਨੂੰ ਜਿਹੜੇ 12-14 ਵੀਕ ਇੰਤਜ਼ਾਰ ਕਰਨਾ ਪੈਂਦਾ ਹੈ, ਉਹਦੀ ਵੀ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਊਗੀ। ਸੋ ਇੱਕ ਸਟੈਪ ਇਨ ਅ ਰਾਈਟ ਡਾਇਰੈਕਸ਼ਨ ਹੈਗਾ, ਜਿੱਥੇ ਕੰਮ ਕਰਨ ਵਾਲਾ ਬੰਦਾ ਵੀ ਵਿਹਲਾ ਨਹੀਂ ਬੈਠਾ, ਜਿਹਨੂੰ ਕੰਮ ਇਹਨੇ ਕਰਵਾਉਣਾ ਹੈ ਉਹਨੂੰ ਵੀ ਇੰਤਜ਼ਾਰ ਨਹੀਂ ਕਰ ਰਿਹਾ ਕਰਨਾ ਪੈ ਰਿਹਾ ਕਿ ਉਹਦੀ ਵਰਕ ਪਰਮਿਟ ਦੀ ਪਹਿਲਾਂ ਐਪਲੀਕੇਸ਼ਨ ਪ੍ਰੋਸੈਸ ਹੋਵੇ, ਵਰਕ ਪਰਮਿਟ ਮਿਲੇ, ਫਿਰ ਉਹ ਮੇਰੇ ਤੇ ਕੰਮ ਤੇ ਆਵੇ। ਸੋ ਵਿਦਨ ਕੈਨੇਡਾ ਜੇ ਕੋਈ ਵਰਕਰ ਆਇਆ ਹੈਗਾ, ਉਹਦੀ ਜੌਬ ਚਲੀ ਗਈ ਹੈ ਤੇ ਨਵੇਂ ਇੰਪਲੋਇਰ ਨੇ ਉਹਨੂੰ LMIA ਕਰਾਤਾ ਹੈਗਾ, ਉਹ ਐਪਲੀਕੇਸ਼ਨ ਫਾਈਲ ਕਰੇ ਤੇ ਨਵੇਂ ਇੰਪਲੋਇਰ ਨਾਲ ਕੰਮ ਤੇ ਚਲੇ ਜਾਵੇ। ਇਹ ਫਿਲਹਾਲ ਇੱਕ ਟੈਂਪਰੇਰੀ ਪਾਲਿਸੀ ਹੈ ਜਿਹੜੀ ਸਰਕਾਰ ਨੇ ਬਣਾਈ ਹੈ। ਸਰ, ਇਹਦੇ ਬਾਰੇ ਮੈਂ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਨੂੰ ਪਹਿਲਾਂ ਇੱਕ ਫਸਟ ਕਾਲਰ ਅਸੀਂ ਅਟੈਂਡ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਰ, ਥੋੜੀ ਜਿਹੀ ਟੀਵੀ ਸਕਰੀਨ ਦੀ ਆਵਾਜ਼ ਨੂੰ ਬੰਦ ਕਰਕੇ ਡਾਇਰੈਕਟ ਸਾਡੇ ਨਾਲ ਗੱਲ ਕਰਿਓ। ਹਾਂਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ ਸਰ, ਮੈਂ ਐਡਮੰਟਨ ਤੋਂ ਬੋਲ ਰਿਹਾ, ਅਲਬਰਟਾ ਤੋਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਮੈਮ, ਮੈਂ ਗੁਰਪ੍ਰੀਤ ਸਿੰਘ ਇਹ ਪੁੱਛਣਾ ਸੀਗਾ ਕਿ ਇੱਕ ਮੇਰਾ ਬ੍ਰਦਰ ਆ, ਰੀਅਲ ਬ੍ਰਦਰ, ਤੇ ਉਹਨਾਂ ਦੀ ਵਾਈਫ ਕੈਨੇਡਾ ਵਿੱਚ ਨਾ, ਤੇ ਮੈਂ ਇਹ ਪੁੱਛਣਾ ਸੀਗਾ ਕਿ ਹੁਣ ਉਹਨਾਂ ਦੀ ਸਟੱਡੀ ਕੰਪਲੀਟ ਹੋ ਗਈ ਆ ਜੀ। ਮੈਂ ਉਹਨਾਂ ਨੂੰ ਇਹ ਪੁੱਛਣਾ ਸੀਗਾ ਕਿ ਅਗਰ ਹੁਣ ਆਪਾਂ ਫਾਈਲ ਅਪਲਾਈ ਕਰਦੇ ਹਾਂ, ਕਿਉਂਕਿ ਹੁਣ ਉਹ ਵਰਕ ਪਰਮਿਟ ਤੇ ਚਲੇ ਗਏ, ਉਹਨਾਂ ਦੇ ਪੁੱਛਣਾ ਸੀਗਾ ਕਿ ਸਰ ਤੁਸੀਂ ਕਿਹਨਾਂ ਦੀ ਗੱਲ ਕਰ ਰਹੇ ਹੋ? ਆਪਣੇ ਬ੍ਰਦਰ ਦੀ ਗੱਲ ਕਰ ਰਹੇ ਹੋ ਜਾਂ ਉਹਨਾਂ ਦੀ ਵਾਈਫ ਦੀ ਗੱਲ ਕਰ ਰਹੇ ਹੋ ਕਿ ਸਟੱਡੀ ਪਰਮਿਟ ਤੇ ਨੇ? ਓਕੇ ਜੀ ਜੀ।
ਕਰਦਾ, ਵਾਈਫ ਕੈਨੇਡਾ ਤੇ ਬ੍ਰਦਰ ਇੰਡੀਆ 'ਚ ਆ। ਤੇ ਮੈਂ ਪੁੱਛਣਾ ਸੀਗਾ ਕਿ ਅਗਰ ਆਪਾਂ ਵਰਕ ਪਰਮਿਟ ਦੇ ਵਿੱਚ ਉਹਨਾਂ ਦੀ ਫਾਈਲ ਲਾਉਂਦੇ ਤਾਂ ਵੀਜ਼ਾ ਲੱਗਣ ਦੇ ਚਾਂਸਸ ਘੱਟ ਜਾਂਦੇ ਆ ਜਾਂ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ? ਜੀ ਖੈਰਾ ਜੀ, ਆਪਾਂ ਇਹਨਾਂ ਦਾ ਤੁਹਾਨੂੰ ਸਵਾਲ ਸੁਣ ਗਿਆ ਹੋਣਾ ਜਾਂ ਮੈਂ ਰਿਪੀਟ ਕਰਾਂ? ਨਹੀਂ ਜੀ, ਮੈਂ ਸਵਾਲ ਸਮਝਿਆ, ਮੈਂ ਜਵਾਬ ਦੇ ਜੀ ਦਿੰਦਾ। ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਥੈਂਕ ਯੂ ਜੀ ਸੋ ਸਰ। ਇਹਨਾਂ ਨੇ ਚਾਂਸਸ ਦੀ ਗੱਲ ਕੀਤੀ ਹੈ ਕਿ ਜੋ ਵਰਕ ਪਰਮਿਟ ਤੇ ਜਾ ਕੇ ਆਪਣੇ ਹਸਬੈਂਡ ਲਈ ਐਪਲੀਕੇਸ਼ਨ ਫਾਈਲ ਕਰਦੇ ਨੇ ਤਾਂ ਉਹਦੇ ਜ਼ਿਆਦਾ ਚਾਂਸਸ ਨੇ, ਜਾਂ ਉਹ ਸਟੂਡੈਂਟ ਦੇ ਤੌਰ ਤੇ ਕਰਦੇ ਨੇ ਉਹਦੇ ਜ਼ਿਆਦਾ ਚਾਂਸਸ ਨੇ। ਇਹ ਦੋਵੇਂ ਬਿਲਕੁਲ ਹੀ ਵੱਖਰੇ ਮੈਟਰ ਨੇ ਤੇ ਦੋਵਾਂ ਨੂੰ ਬਿਲਕੁਲ ਵੀ ਕੰਪੇਅਰ ਨਹੀਂ ਕੀਤਾ ਜਾ ਸਕਦਾ ਹੈਗਾ। ਇੱਕ C41 ਐਗਜ਼ੈਂਪਸ਼ਨ ਥੱਲੇ ਹੈ, ਇੱਕ C42 ਐਗਜ਼ੈਂਪਸ਼ਨ ਥੱਲੇ ਹੈਗਾ। ਜੇ ਉਹ ਸਟੂਡੈਂਟ ਦੇ ਤੌਰ ਤੇ ਹਸਬੈਂਡ ਲਈ ਵਰਕ ਪਰਮਿਟ ਦੀ ਫਾਈਲ ਲਾਉਂਦੇ ਨੇ ਤਾਂ ਜਿਹੜੀ ਐਗਜ਼ੈਂਪਸ਼ਨ ਹੈ ਉਹ C42 ਹੈ। C42 ਦੇ ਵਿੱਚ ਉਹਨਾਂ ਨੇ ਪ੍ਰੂਵ ਕਰਨਾ ਹੈ ਕਿ ਉਹ ਫੁੱਲ ਟਾਈਮ ਸਟੂਡੈਂਟ ਹੈਗੇ ਨੇ, ਤੇ ਇਹਦੇ ਨਾਲ ਉਹ ਆਪਣੀ ਐਜੂਕੇਸ਼ਨ ਨੂੰ ਐਕਟਿਵਲੀ ਪਰਸੂ ਕਰ ਰਹੇ ਨੇ, ਤੇ ਇਹ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਨਹੀਂ ਹੈਗਾ, ਤੇ ਵਿਆਹ ਜੈਨੂਇਨ ਹੈ। ਪਰ ਜਦੋਂ ਹੀ ਉਹ ਵਰਕਰ ਹੋ ਜਾਂਦੇ ਨੇ ਜੀ ਤਾਂ ਸਿਚੁਏਸ਼ਨ ਬਿਲਕੁਲ ਚੇਂਜ ਹੋ ਜਾਂਦੀ ਹੈ। ਉਹਦੇ ਵਿੱਚ C41 ਐਗਜ਼ੈਂਪਸ਼ਨ ਦੇ ਥੱਲੇ ਜਦੋਂ ਉਹਨਾਂ ਨੇ ਕੇਸ ਅਪਲਾਈ ਕਰਨਾ ਹੈ ਤਾਂ ਉਹਨਾਂ ਨੇ ਇਹ ਪ੍ਰੂਵ ਕਰਨਾ ਹੈ ਕਿ ਉਹ ਉਹਨਾਂ ਕੋਲੇ ਵਰਕ ਪਰਮਿਟ ਵੈਲਿਡ ਹੈਗਾ। ਦੂਜਾ, ਉਹਨਾਂ ਦੀ ਜੌਬ ਹੈ ਜਿਹੜੀ ਉਹ OA ਜਾਂ B ਨੌਕ ਕੋਡ ਦੇ ਵਿੱਚ ਹੋਣੀ ਚਾਹੀਦੀ ਹੈ। ਜੇ C ਜਾਂ D ਤੇ ਹੈ ਤਾਂ ਉਹ ਐਲੀਜੀਬਲ ਹੀ ਨਹੀਂ ਉਹ ਐਪਲੀਕੇਸ਼ਨ ਕਰਨ ਲਈ। ਸੋ ਜਿਹੜੀ ਜੌਬ ਹੈਗੀ ਹੈ ਉਹ OAB ਦੇ ਥੱਲੇ ਹੋਣੀ ਚਾਹੀਦੀ ਹੈ। ਉਹਨਾਂ ਕੋਲੇ 3 ਪੇ ਸਟੱਬਸ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਐਪਰੋਪਰੀਏਟ ਵੇਜਸ ਨੇ ਉਹ ਜੌਬ ਲਈ ਹੋਣ, ਤੇ ਉਹ 3 ਪੇ ਸਟੱਬਸ ਦਾ ਮਤਲਬ ਹੈ ਕਿ ਉਹ ਪ੍ਰੋਬੇਸ਼ਨ ਪੀਰੀਅਡ ਤੋਂ ਬਾਹਰ ਜਾ ਚੁੱਕੇ ਤੇ ਇਹਦੇ ਨਾਲ ਇੰਪਲੋਇਰ ਵੱਲੋਂ ਇੱਕ ਕਨਫਰਮੇਸ਼ਨ ਜਿਹੜੀ ਉਹਨਾਂ ਦੀ ਜੌਬ ਹੈ ਉਹ B ਜੌਬ ਹੈਗੀ ਹੈ। ਸੋ ਇਹ ਜੇ ਹੋਊਗੇ ਡਾਕੂਮੈਂਟੇਸ਼ਨ ਉਹ ਤਾਂ ਹੀ ਅਪਲਾਈ ਕਰ ਸਕਦੇ ਆ ਕੇਸ। ਸੋ C41 ਜਾਂ C42 ਜਿਹੜੀ ਵੀ ਸਰਕਮਸਟੈਂਸਸ ਦੇ ਥੱਲੇ ਹੈਗੇ ਆ, ਇੱਕੋ ਹੀ ਕਾਮਨੈਲਿਟੀ ਹੈ ਦੋਵਾਂ 'ਚ। ਇਹ ਪ੍ਰੂਵ ਕਰਨਾ ਹੈ ਕਿ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਨਹੀਂ ਤੇ ਵਿਆਹ ਜੈਨੂਇਨ ਹੈਗਾ, ਤੇ ਇਹਦੇ ਨਾਲ ਜੋ ਵੀ ਇੰਡੀਵਿਜੂਅਲ ਦੀ ਆਪਣੀ ਕ੍ਰੈਡੀਬਿਲਿਟੀ ਇਸ਼ੂ ਨੇ ਉਹਦੇ ਤੇ ਜਿਹੜੇ ਕੁਐਸਚਨਸ ਹੋ ਸਕਦੇ ਨੇ। ਪਰ ਮੇਜਰ ਜਿਹੜਾ ਇਸ਼ੂ ਹੈਗਾ ਉਹ ਇਹ ਨਹੀਂ, ਆਪਾਂ ਕੰਪੇਅਰ ਨਹੀਂ ਕਰ ਸਕਦੇ ਕਿ ਜੋ ਸਟੂਡੈਂਟ ਦੇ ਤੌਰ ਤੇ ਲਾਉਂਦੇ ਨੇ ਜ਼ਿਆਦਾ ਚਾਂਸਸ ਨੇ, ਵਰਕਰ ਦੇ ਤੌਰ ਤੇ ਜ਼ਿਆਦਾ ਲਾਉਂਦੇ ਆ, ਕਿਉਂਕਿ ਦੋ ਬਿਲਕੁਲ ਵੱਖਰੇ 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 ਮੈਟਰ ਹੈ। ਕੇਸਿਸ ਨੇ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਮੈਂ ਸਕੈਚ ਫਾਰਮ ਤੋਂ ਬੋਲਦੀ ਜੀ। ਮੈਂ ਗੁਰਪ੍ਰੀਤ ਸਿੰਘ ਨੂੰ ਪੁੱਛਣਾ ਸੀ ਕਿ ਮੈਂ 3 ਅਪ੍ਰੈਲ ਨੂੰ PR ਦੀ ਫਾਈਲ ਜਮ੍ਹਾਂ ਕਰਵਾਈ ਸੀ, ਮਤਲਬ ਬਾਏ ਮੇਲ ਭੇਜੀ ਆ ਮੈਂ ਇਹਨਾਂ ਨੂੰ, ਪਰ ਅੱਜ ਤੱਕ ਮੈਨੂੰ ਕੋਈ ਵੀ ਇਹਨਾਂ ਦਾ ਰਿਸਪੌਂਸ ਨਹੀਂ ਆਇਆ ਕਿ ਉਹ ਮੇਰੀ ਕੋਈ ਵੀ ਰਸੀਦ ਨਹੀਂ ਆਈ ਐਕਨੋਲੇਜਮੈਂਟ ਦੀ ਕਿ ਉਹ ਮਤਲਬ ਫਾਈਲ ਦੀ ਪ੍ਰੋਸੈਸਿੰਗ ਸ਼ੁਰੂ ਹੋਈ ਕਿ ਨਹੀਂ ਜੀ। ਸਰ ਉਹਨਾਂ ਨੇ PR ਦੀ ਫਾਈਲ ਜਿਹੜੀ ਉਹ ਲਗਵਾਈ ਸੀ ਤੇ ਅਜੇ ਤੱਕ ਉਹਦਾ ਕੋਈ ਰਿਸਪੌਂਸ ਨਹੀਂ ਆਇਆ। 3 ਅਪ੍ਰੈਲ ਨੂੰ ਲਗਾਈ ਸੀ, ਬਾਈ ਮੇਲ ਉਹਨਾਂ ਨੇ ਸੈਂਡ ਕੀਤੀ ਸੀ ਆਈ ਥਿੰਕ। ਤੁਸੀਂ PNP ਤੋਂ ਬਾਅਦ ਐਪਲੀਕੇਸ਼ਨ ਕੀਤੀ ਹੈ ਜਾਂ ਕਿੱਦਾਂ ਕੀਤੀ? ਮੈਮ ਤੁਸੀਂ ਥੋੜਾ ਜਿਹਾ ਤੁਸੀਂ ਦੱਸੋਗੇ ਜ਼ਰਾ, ਤੁਸੀਂ ਫਾਈਲ ਕਿੱਦਾਂ ਲਗਾਈ ਆਫਟਰ PNP ਜਾਂ ਫਿਰ ਤੁਸੀਂ ਡਾਇਰੈਕਟ ਹੀ ਸਿੱਧਾ ਐਕਸਪੀਰੀਅੰਸ ਦੇ ਨਾਲ ਕਿਵੇਂ ਲਗਾਈ ਹੈ? PNP ਇੰਪਲੋਇਮੈਂਟ ਆਫਰ SINP ਦੇ ਅੰਡਰ। ਜੀ। ਸੋ ਤੁਸੀਂ ਇਹ ਮੇਕ ਸ਼ੋਰ ਕਰ ਲਿਆ ਹੈ ਕਿ ਉਹ ਫਾਈਲ ਉੱਥੇ ਰਿਸੀਵ ਹੋ ਗਈ ਹੈ? ਉਹ ਕਹਿ ਰਹੇ ਨੇ ਸਰ ਉਹਨਾਂ ਦਾ ਕੋਈ ਵੀ ਰਿਸਪੌਂਸ ਨਹੀਂ ਆਇਆ ਅਜੇ ਤੱਕ ਕਿ ਫਾਈਲ ਰਿਸੀਵ ਹੋ ਗਈ ਹੈ ਜਾਂ ਨਹੀਂ ਹੋਈ। 3 ਅਪ੍ਰੈਲ ਨੂੰ ਜਿਹੜੀ ਹੈ ਫਾਈਲ ਕੀਤੀ ਸੀ ਉਹਨਾਂ ਨੇ। ਹਾਂਜੀ, ਉਹ ਤਾਂ ਬਿਲਕੁਲ ਕੀਤੀ ਸੀ, ਪਰ ਕੀ ਉੱਥੇ ਉਹਨਾਂ ਕੋਲੇ ਇੱਕ ਜੋ ਮੇਲ ਕੀਤਾ ਹੈ ਜਾਂ ਕੋਈ ਮੇਲ ਪ੍ਰੂਫ ਹੈਗਾ ਜਾਂ ਸਬਮਿਸ਼ਨ ਪ੍ਰੂਫ ਹੈਗਾ ਤਾਂ ਹੀ ਉਹ ਪਤਾ ਲੱਗੂ ਕਿ ਨਾ ਫਾਈਲ ਉੱਥੇ ਹੈਗੀ ਆ। ਜੀ ਮੈਮ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਹਾਨੂੰ ਕੀ ਕੋਈ ਕਨਫਰਮੇਸ਼ਨ ਆਈ ਹੈ ਫਾਈਲ ਨੂੰ ਲੈ ਕੇ ਜਾਂ ਈਮੇਲ ਨੂੰ ਲੈ ਕੇ? ਮੈਮ ਪਲੀਜ਼ ਟੀਵੀ ਸਕਰੀਨ ਦੀ ਆਵਾਜ਼ ਨੂੰ ਬੰਦ ਕਰਕੇ ਸਾਡੇ ਨਾਲ ਡਾਇਰੈਕਟ ਗੱਲ ਕਰੋ। ਨਹੀਂ ਜੀ, ਕੋਈ ਕਨਫਰਮੇਸ਼ਨ ਨਹੀਂ ਆਈ ਉਹਨਾਂ ਦੀ। ਇਹੀ ਹੈ ਮਤਲਬ ਜਿਹੜਾ ਮੈਨੂੰ ਕੈਨੇਡੀਅਨ ਪੋਸਟ ਰਾਹੀਂ ਮੈਂ ਪੇਪਰ ਫਾਈਲ ਭੇਜੀ ਸੀ ਉਹ ਮੈਨੂੰ ਉਹਨਾਂ ਦਾ ਆਇਆ ਕੈਨੇਡੀਅਨ ਪੋਸਟ ਦਾ ਕਿ 4 ਤਰੀਕ ਨੂੰ ਉੱਥੇ ਪਹੁੰਚ ਗਿਆ ਨੋਵਾ ਸਕੋਸ਼ੀਆ ਆਫਿਸ ਦੇ ਵਿੱਚ। ਪਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਕਿ ਉਹ ਰਿਸੀਵ ਹੋ ਗਈ ਹੈ। ਕੋਈ ਵੀ ਮੈਨੂੰ ਐਕਨੋਲੇਜਮੈਂਟ ਨਹੀਂ ਆਈ ਇਮੀਗ੍ਰੇਸ਼ਨ ਵੱਲੋਂ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸਰ ਟੀਵੀ ਸਕਰੀਨ ਤੇ ਆਨਸਰ ਦਿਓ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ। ਇੱਕ ਦਰਸ਼ਕ ਹੋਰ ਜੁੜ ਗਏ ਨੇ, ਇਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਮ ਆਪਦੇ ਟੀਵੀ ਦੀ ਆਵਾਜ਼ ਨੂੰ ਥੋੜਾ ਜਿਹਾ ਪਲੀਜ਼ ਘੱਟ ਕਰਕੇ ਥੋੜਾ ਜਿਹਾ ਉੱਚੀ ਬੋਲਿਓ ਕਿਉਂਕਿ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਟੋਰਾਂਟੋ ਤੋਂ ਬੋਲਦੇ ਹਾਂ ਜੀ। ਹਾਂਜੀ, ਦੱਸੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਪੁੱਛਣਾ ਸੀ ਕਿ ਨੈਣੀ ਦੇ ਕੇਸ ਦਾ ਕੀ ਪ੍ਰੋਸੀਜਰ ਅੱਜਕੱਲ੍ਹ ਚੱਲਦਾ, ਕਿੰਨਾ ਟਾਈਮ ਲੱਗਦਾ? ਜੀ, ਨੈਣੀ ਦੇ ਕੇਸ ਲਈ ਥੈਂਕ ਯੂ ਸੋ ਮਚ ਮੈਮ ਕਾਲ ਕਰਨ ਲਈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਸਰ ਮੈਮ ਦੀ ਅਸੀਂ ਰਿਪਲਾਈ ਕਰੀਏ ਜਿਨ੍ਹਾਂ ਦੀ ਪ੍ਰੋਫਾਈਲ ਦੀ ਗੱਲ ਹੈ। ਹਾਂਜੀ, ਪਹਿਲਾਂ ਉਹਨਾਂ ਦਾ ਜਵਾਬ ਦੇ ਜੀ। ਇੱਕ ਕਾਲਰ ਹੋਰ ਜੁੜ ਗਏ ਨੇ, ਉਹਨਾਂ ਦੀ ਵੀ ਗੱਲ ਕਰ ਲਈਏ। ਹੈਲੋ, ਹਾਂਜੀ, ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਮੈਮ? ਥੋੜੀ ਜਿਹੀ ਉੱਚੀ ਬੋਲਿਓ, ਮੈਨੂੰ ਤੁਹਾਡੀ ਆਵਾਜ਼ ਬਹੁਤ ਘੱਟ ਸੁਣਾਈ ਦੇ ਰਹੀ ਹੈ। ਵਿਸ਼ੀ ਸਾਗਰ ਬੋਲ ਰਹੇ ਹਾਂ। ਹਾਂਜੀ, ਦੱਸੋ ਜੀ ਕੀ ਪੁੱਛਣਾ?
ਪੁੱਛਣਾ ਸੀ ਜੇ ਆਰਕਸ਼ਨਾਂ ਨੇ ਬੰਦ ਕਰ ਦਿੱਤੀ ਹੈ ਫਿਰ ਚਲਾਉਣੀ ਆ ਗਿਆ ਆਇਲਸ ਦੇ ਕਰਨ ਆਵਾਜ਼ ਨਹੀਂ ਆ ਸਰ ਉਹ ਰਹੀ ਮੈਨੂੰ। ਆਇਲਸ ਦੇ ਐਗਜ਼ਾਮਸ ਦੀ ਗੱਲ ਕਰ ਰਹੇ ਨੇ ਕਿ ਕਦੋਂ ਤੱਕ ਆਇਲਸ ਸਟਾਰਟ ਹੋ ਸਕਦੀ ਹੈ। ਜੀ ਮੈਮ ਤੁਹਾਡਾ ਇਹੀ ਸਵਾਲ ਹੈ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਹੈ ਉਹਦੇ ਲਈ ਬਹੁਤ ਬਹੁਤ ਇੱਕ ਮਿੰਟ ਹੋਰ ਗੱਲ ਕਰ ਜੀ ਜੀ ਪਰਮਿਟ ਜਿਹੜੇ ਲੋਕ ਬੈਠੇ ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਜਿਹੜੇ ਵਰਕ ਪਰਮਿਟ ਦੇ ਬੈਠੇ ਹੋਏ ਆ 7-8 ਸਾਲਾਂ ਤੋਂ ਹੂੰ ਤੇ ਜੀਐਸਟੀ ਵੀ ਪੂਰਾ ਦੇ ਰਹੇ ਆ ਤੇ ਕਿਸੇ ਦੇ ਪੇਪਰ ਵਿੱਚੋਂ ਥੋੜੇ ਨੰਬਰ ਅੱਧਾ ਪੁਆਇੰਟ ਘੱਟ ਹੁੰਦਾ ਤੇ ਆਈਲੈਟਸ ਕਲੀਅਰ ਨਹੀਂ ਕਰ ਪਾਉਂਦੇ ਤੇ ਉਹ ਗਵਰਨਮੈਂਟ ਦੇ ਪੱਕਾ ਨਹੀਂ ਕਰ ਰਹੀ ਉਹਨਾਂ ਨੂੰ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਤੇ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਕਰਨ ਧੰਨਵਾਦ। ਮੈਂ ਮਾਫੀ ਚਾਹਨਾ ਜੀ, ਮੈਨੂੰ ਮੈਂ ਸਵਾਲ ਸਰ ਬਿਲਕੁਲ ਮੈਂ ਵੀ ਤੁਹਾਨੂੰ ਸਵਾਲ ਇਹਨਾਂ ਦਾ ਰਿਪੀਟ ਕਰ ਦਿੰਦੀ ਹਾਂ। ਮੇਰੇ ਦਰਸ਼ਕ ਫਿਲਹਾਲ ਕਾਲ ਕਰ ਰਹੇ ਆ, ਆਪਾਂ ਇੱਕ ਵਾਰੀ ਸਵਾਲ ਲੈ ਲਈਏ ਫਿਰ ਇਹਨਾਂ ਦੇ ਰਿਪਲਾਈ ਕਰਨੇ ਸਟਾਰਟ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਜੀ ਮੈਂ ਵੈਨਕੂਵਰ ਤੋਂ ਬੋਲ ਰਿਹਾ ਹਾਂ ਹਾਂਜੀ ਦੱਸੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਜੀ। ਮੇਰਾ ਸਵਾਲ ਸੀਗਾ, ਮੈਂ ਐਕਚੁਅਲੀ ਇੱਥੇ ਵਿਜ਼ਟਰ ਆਇਆ ਸੀਗਾ ਹੂੰ ਤੇ ਮੈਂ ਇੱਥੇ ਆਪਣੀ ਜੋਬ ਵਾਸਤੇ ਅਪਲਾਈ ਕੀਤਾ ਸੀ ਤੇ ਮੇਰਾ ਐਲਐਮਆਈ ਦੇ ਵਿੱਚ ਨਾਂ ਪੈ ਕੇ ਆ ਗਿਆ ਵਾ ਹੂੰ ਤੇ ਪਰ ਉਹ ਮੈਂ ਬਾਰਡਰ ਤੇ ਗਿਆ ਸੀ, ਉਹ ਗਏ ਉਹਨਾਂ ਕਿਹਾ ਕਿ ਬਾਰਡਰ ਬੰਦ ਆ ਤੇ ਤੁਸੀਂ ਆਨਲਾਈਨ ਅਪਲਾਈ ਕਰੋ। ਤੇ ਮੈਂ ਵਿਜ਼ਟਰ ਆ ਤੇ ਮੈਂ ਵਿਜ਼ਟਰ ਜਿਹੜਾ ਵਾ ਉਹ ਆਨਲਾਈਨ ਅਪਲਾਈ ਕਰ ਸਕਦਾ ਵਾ ਕਿ ਨਹੀਂ ਕਰ ਸਕਦਾ? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਬਿਲਕੁਲ ਮੈਂ ਜੀ। ਇਹ ਪੁੱਛਣਾ ਸੀ, ਜੇ ਜੀ। ਮੰਨ ਲਓ ਮੇਰਾ ਅਪਲਾਈ ਨਹੀਂ ਹੁੰਦਾ, ਮੈਂ ਐਕਸਟੈਂਸ਼ਨ ਪਾ ਸਕਦਾ ਵਾਂ? ਇਸ ਟਾਈਮ ਨੰਬਰ ਪਹਿਲਾਂ ਵੀ ਐਕਸਟੈਂਸ਼ਨ ਪਾਈ ਸੀ ਤੇ ਉਹ ਮੈਨੂੰ 6 ਮਹੀਨੇ ਦੀ ਮਿਲ ਗਈ ਸੀ ਹੂੰ ਤੇ ਹੁਣ ਮੈਂ ਦੁਬਾਰਾ ਜੇ ਮੰਨ ਲਓ ਉਹਨਾਂ ਚ ਟਾਈਮ ਮੇਰਾ ਪਰਮਿਟ ਨਹੀਂ ਮਿਲਦਾ, ਮੈਂ ਦੁਬਾਰਾ ਐਕਸਟੈਂਸ਼ਨ ਫਿਰ ਪਾ ਸਕਦਾ ਵਾਂ? ਮੇਰੀ ਨੈਕਸਟ ਵੀ ਐਕਸਟੈਂਸ਼ਨ ਖਤਮ ਹੋ ਜਾਣੀ ਹੈ। ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਮੈਂ ਹੁਣ ਥੋੜੇ ਜਿਹੇ ਸਮੇਂ ਲਈ ਜਿਹੜੀਆਂ ਕਾਲਸ ਨੇ ਉਹ ਹੋਲਡ ਕਰਨ ਜਾ ਰਹੀ ਹਾਂ ਸੋ ਦੈਟ ਕਿ ਅਸੀਂ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦੇ ਦਈਏ। ਸਰ ਮੈਮ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਫਾਈਲ ਲਗਾਈ ਹੈ ਤੇ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਉਹਨਾਂ ਦਾ ਫਾਈਲ ਨੂੰ ਲੈ ਕੇ। ਬਿਲਕੁਲ। ਸੋ 3 ਅਪ੍ਰੈਲ ਹਾਲੇ ਬਹੁਤਾ ਸਮਾਂ ਨਹੀਂ ਹੋਇਆ ਹੈ ਕਰਨ। ਉਹਨਾਂ ਨੂੰ ਨੇ ਜਿਹੜਾ ਕਲੈਰੀਫਾਈ ਕਰ ਦਿੱਤਾ ਸੀਗਾ ਕਿ ਉਹਨਾਂ ਨੂੰ ਜਿਹੜੀ ਕੈਨੇਡਾ ਪੋਸਟ ਨੇ ਐਕਨੋਲਜ ਕਰਤਾ ਕਿ ਨੋਵਾ ਸਕੋਸ਼ਾ ਆਫਿਸ ਦੇ ਵਿੱਚ ਫਾਈਲ ਡਿਲੀਵਰ ਹੋ ਗਈ ਹੈ। ਸੋ ਪ੍ਰੂਫ ਆਫ ਡਿਲੀਵਰੀ ਉਹਨਾਂ ਕੋਲੇ ਹੈਗਾ। ਸੋ ਅਪਰੋਕਸੀਮੇਟਲੀ ਵਿਦ ਦ ਕਰੰਟ ਸਿਚੁਏਸ਼ਨ ਜੋ ਚੱਲ ਰਿਹਾ ਹੈਗਾ, ਤਕਰੀਬਨ 3 ਮਹੀਨੇ ਜਿਹੜਾ ਹੈਗਾ ਉਹ ਵਾਜਬ ਟਾਈਮ ਮੰਨਿਆ ਗਿਆ ਹੈਗਾ। ਪਰ ਜੇ ਉਹ ਤੋਂ ਬਾਅਦ ਵੀ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਕੋਈ ਰਿਸਪੌਂਸ, ਤਾਂ ਉਹ ਜ਼ਰੂਰ ਸਾਡੇ ਆਫਿਸ ਨੂੰ ਕੰਸਲਟ ਕਰਨ ਜੀ ਤੇ ਉਹ ਤੋਂ ਬਾਅਦ ਅੱਗੇ ਉਹਨੂੰ ਪ੍ਰੋਸੀਡ ਕੀਤਾ ਜਾ ਸਕਦਾ। ਪਰ ਹਾਲੇ 3 ਅਪ੍ਰੈਲ ਤੋਂ ਹੁਣ ਤੱਕ ਬਹੁਤਾ ਸਮਾਂ ਨਹੀਂ ਹੋਇਆ ਐਂਡ ਚੰਗੀ ਗੱਲ ਹੈ ਕਿ ਉਹਨਾਂ ਕੋਲੇ ਜਿਹੜਾ ਪ੍ਰੂਫ ਆਫ ਡਿਲੀਵਰੀ ਹੈਗਾ, ਜਿਹੜਾ ਕਿ ਬਹੁਤ ਜ਼ਰੂਰੀ ਹੈ ਉਹਨਾਂ ਕੋਲੇ ਹੋਣਾ ਕਿ ਫਾਈਲ ਉੱਥੇ ਪਹੁੰਚ ਚੁੱਕੀ ਹੈਗੀ, ਨਾਲ ਉਹਨਾਂ ਕੋਲ ਆਪਣੇ ਫਾਈਲ ਦੀ ਕਾਪੀ ਵੀ ਹੋਣੀ ਚਾਹੀਦੀ ਹੈ। ਦੂਜਾ ਜਿਹੜਾ ਨੈਨੀ ਦੇ ਉੱਤੇ ਸਵਾਲ ਆਇਆ ਸੀ ਜੀ ਉਹਨਾਂ ਦਾ, ਸੋ ਉਹਦੇ ਉੱਤੇ ਕੋਈ ਵੀ ਤਬਦੀਲੀ ਨਹੀਂ ਹੈਗੀ। ਜੋ ਸਮਾਂ ਪਹਿਲਾਂ ਚੱਲ ਰਿਹਾ ਸੀ ਓਨਾ ਹੀ ਸਮਾਂ ਜਿਹੜਾ ਚੱਲਦਾ। ਹਾਂਜੀ, ਹੁਣ ਅੱਜ ਕੱਲ੍ਹ ਦੀ ਸਿਚੁਏਸ਼ਨ ਦੇ ਵਿੱਚੋਂ ਕਈ ਵਾਰੀ ਫਾਈਲ ਕਰਨ ਦੇ ਵਿੱਚੋਂ ਤੁਹਾਡੇ ਕੋਲੇ ਪੂਰੀ ਡਾਕੂਮੈਂਟੇਸ਼ਨ ਨਹੀਂ ਹੁੰਦੀ। ਜਿਵੇਂ ਹੁਣੇ ਕਾਲਰ ਨੇ ਸਵਾਲ IELTS ਤੇ ਵੀ ਕੀਤਾ ਸੀ ਕਿ ਉਹਨਾਂ ਦਾ ਰਿਜ਼ਲਟ ਨਹੀਂ ਹੈਗਾ। ਸੋ ਜੇ ਉਹ ਕਾਗਜ਼ ਤੁਹਾਡੇ ਕੋਲੇ ਨਾ ਹੋਣ ਤਾਂ ਐਪਲੀਕੇਸ਼ਨ ਨੂੰ ਪੂਰਾ ਨਹੀਂ ਮੰਨਿਆ ਜਾਂਦਾ। ਕੁਝ ਐਪਲੀਕੇਸ਼ਨਸ ਤੇ ਐਗਜ਼ੈਂਪਸ਼ਨ ਹੈਗੀ ਹੈ, ਜੇ ਤੁਸੀਂ ਪੂਰੇ ਕਾਗਜ਼ ਨਹੀਂ ਤਾਂ ਫਾਈਲ ਕਰ ਸਕਦੇ ਹੋ, ਪਰ ਇਹ ਐਪਲੀਕੇਸ਼ਨ ਤੇ ਐਗਜ਼ੈਂਪਸ਼ਨ ਨਹੀਂ ਹੈਗੀ। ਸੋ ਜੇ ਤੁਹਾਡੇ ਕੋਲ ਕਾਗਜ਼ ਪੂਰੇ ਹੋਣਗੇ ਤੁਸੀਂ ਤਾਂ ਹੀ ਐਪਲੀਕੇਸ਼ਨ ਕਰ ਸਕਦੇ ਹੋ। ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈਗੀ ਹੈ ਕਿ ਜਿਹੜਾ ਇੰਡੀਵਿਜੂਅਲ ਹੈ ਉਹ ਗ੍ਰੇਡ 12 ਪਲੱਸ 1 ਸਾਲ ਕੈਨੇਡੀਅਨ ਐਜੂਕੇਸ਼ਨ ਦੇ ਇਕੁਇਵਲੈਂਟ ਹੋਵੇ। ਸੋ ਉਹਨੇ ਬੈਚਲਰਸ ਕੀਤੀ ਹੈ, ਡਿਪਲੋਮਾ ਕੀਤਾ ਇੰਡੀਆ ਤੋਂ ਜਾਂ ਮਾਸਟਰਸ ਕੀਤੀ ਹੈ, ਉਹਦੀ ਕ੍ਰੈਡੈਂਸ਼ੀਅਲ ਅਵੈਲੂਏਸ਼ਨ ਚਾਹੀਦੀ ਹੈ ਸਭ ਤੋਂ ਪਹਿਲਾਂ। ਦੂਜੇ ਨੰਬਰ ਤੇ ਇੰਗਲਿਸ਼ ਚੋਂ IELTS ਐਗਜ਼ਾਮ ਦੇ ਵਿੱਚ ਉਹਨਾਂ ਦੇ 5 ਬੈਂਡ ਚਾਹੀਦੇ ਨੇ। ਫਿਰ ਉਹਨਾਂ ਕੋਲੇ 1 ਸਾਲ ਦਾ ਜਿਹੜਾ ਜਾਂ ਤਾਂ ਐਕਸਪੀਰੀਅੰਸ ਹੋਵੇ ਤੇ ਜਾਂ ਉਹਨਾਂ ਕੋਲੇ ਜਿਹੜਾ ਡਿਪਲੋਮਾ ਹੋਵੇ 6 ਮਹੀਨੇ ਦਾ, ਜਾਂ ਉਹਨਾਂ ਨੇ ਨਰਸਿੰਗ ਕੀਤੀ ਹੈ ਤੇ ਫਿਰ ਕਿਸੇ ਵੀ ਹੋਰ ਚੀਜ਼ ਦੀ ਜ਼ਰੂਰਤ ਨਹੀਂ। ਸੋ ਇਹ ਤਾਂ ਜਿਹੜੇ ਬੰਦੇ ਨੇ ਆਉਣਾ ਉਹਦੇ ਹਿੱਸੇ ਦੇ ਕਾਗਜ਼ ਹੋ ਗਏ। ਜਿਹੜਾ EMPLOYER ਹੈਗਾ ਉਹਨੂੰ ਕੋਈ LMI ਨਹੀਂ ਕਰਾਉਣੀ ਜੀ, ਹੁਣ ਉਹਨੇ ਸਿਰਫ ਜੌਬ ਆਫਰ ਹੀ ਦੇਣੀ ਹੈ। ਪਰ ਜਿੰਨਾ ਚਿਰ ਇਹ ਕਾਗਜ਼ ਪੂਰੇ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਐਪਲੀਕੇਸ਼ਨ ਨਹੀਂ ਕਰ ਸਕਦੇ। ਤੇ ਆਪਾਂ ਪਿਛਲੇ ਵਾਰੀ ਵੀ ਬਹੁਤ ਸਾਰੇ ਲੋਕਾਂ ਦਾ ਸਵਾਲ ਸੀ ਕਿ ਜਿਹੜਾ ਕੋਟਾ ਹੈਗਾ ਇਹਨਾਂ ਐਪਲੀਕੇਸ਼ਨਸ ਦਾ ਉਹ ਪੂਰਾ ਤਾਂ ਨਹੀਂ ਹੋ ਜਾਊਗਾ। ਆਹ ਸਾਲ ਤਾਂ ਬਿਲਕੁਲ ਪੂਰਾ ਨਹੀਂ ਹੋਊਗਾ ਤਰਨ, ਤੋਂ ਬੇਫਿਕਰੀ ਨਾਲ ਲਾ ਸਕਦੇ ਆ। ਅਗਲੇ ਸਾਲ ਤੇ ਜੋ ਸਿਚੁਏਸ਼ਨ ਡਿਵੈਲਪ ਹੋਊਗੀ ਉਹ ਤੋਂ ਹੀ ਆਪਾਂ ਨੂੰ ਪਤਾ ਚੱਲੂਗਾ। ਜੀ ਸਰ, ਇੱਕ ਮੈਮ ਜੀ ਆਇਲਸ ਦੀ ਗੱਲ ਕੀਤੀ ਸੀ। ਆਇਲਸ ਤੇ ਹਾਂਜੀ ਉਹਨਾਂ ਨੇ ਸਵਾਲ ਕੀਤਾ ਸੀ। ਸੋ ਹਾਲੇ ਆਪਾਂ ਨੂੰ ਨਹੀਂ ਪਤਾ ਕਿ ਕਦੋਂ ਉਹ ਜਿਹੜੇ ਨੇ ਟੈਸਟ ਦੁਬਾਰੇ ਆਉਣਗੇ, ਪਰ ਜਿਹੜਾ IELTS ਹੈਗਾ ਆਰਗੇਨਾਈਜੇਸ਼ਨ, ਉਹਨਾਂ ਨੇ ਇੱਕ ਬਦਲਾਅ ਜ਼ਰੂਰ ਕੀਤਾ, ਤੁਸੀਂ ਆਨਲਾਈਨ ਐਗਜ਼ਾਮ ਵੀ ਲਿਖ ਸਕਦੇ ਸਰ ਉਹਨਾਂ ਦਾ ਹੈਗੇ। ਇਹ ਵੀ ਇੱਕ ਸਵਾਲ ਸੀ ਐਕਚੁਅਲ ਦੇ ਵਿੱਚ ਕਿ ਜੇਕਰ ਕਿਸੇ ਬੈਂਡ ਦੇ ਵਿੱਚੋਂ ਹਾਰਡਲੀ 0.5 ਬੈਂਡਸ ਘੱਟ ਰਹੇ ਨੇ ਕਿਸੇ ਮੋਡਿਊਲ ਦੇ ਵਿੱਚੋਂ, ਤਾਂ ਵੀ ਉਹਨਾਂ ਨੂੰ ਸਾਰਾ ਐਗਜ਼ਾਮ ਦੁਬਾਰਾ ਦੇਣਾ ਪੈ ਰਿਹਾ। ਸੋ ਉਹਦੇ ਬਾਰੇ ਉਹ ਪੁੱਛਣਾ ਚਾਹੁੰਦੇ ਸੀ ਕਿ ਇਹਦੇ ਵਿੱਚ ਕੋਈ ਚੇਂਜਸ ਆਉਣ ਦੀ ਸੰਭਾਵਨਾ ਹੈਗੀ ਹੈ ਕਿ 1.5 ਪਿੱਛੇ ਸਾਰਾ ਦੁਬਾਰਾ ਐਗਜ਼ਾਮ ਦੇਣਾ ਪੈ ਰਿਹਾ ਤੇ ਜਿਹੜੀ ਫਾਈਲਸ ਨੇ ਹਜੇ ਤੱਕ ਉੱਥੇ ਹੀ ਪਈਆਂ ਨੇ?
ਨਹੀਂ ਤਰਨ ਇਹਦੇ 'ਚ ਤਾਂ ਕੋਈ ਬਦਲਾਅ ਨਹੀਂ ਆਊਗਾ ਜੀ, ਉਹ ਤਾਂ ਜੋ ਹੈਗਾ ਸਿਚੁਏਸ਼ਨ ਉਹ ਤਾਂ ਕਾਨੂੰਨ 'ਚ ਤਬਦੀਲੀ ਕਰਨੀ ਪਊਗੀ। ਹਾਂ, ਪਰ ਮੈਂ ਇੱਥੇ ਉਹ ਇਹ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਕਾਨੂੰਨ ਦੀਆਂ ਰਿਕੁਆਇਰਮੈਂਟਸ ਪੂਰੀਆਂ ਨਹੀਂ ਕਰਦੇ, ਨਾਰਮਲੀ ਉਹ ਪਰਮਾਨੈਂਟ ਰੈਜ਼ੀਡੈਂਸ ਲਈ ਐਲੀਜੀਬਲ ਨਹੀਂ ਹੁੰਦੇ। ਜਿਵੇਂ ਆਪਾਂ ਇੱਕ ਜਿਹੜਾ ਕਾਲਰ ਹੈ ਉਹਨਾਂ ਦੇ ਕੇਸ ਨੂੰ ਇਹ ਦੇਖੀਏ, ਜਿੱਥੇ ਕਿ ਉਹਨਾਂ ਦਾ ਅੰਗਰੇਜ਼ੀ 'ਚੋਂ ਨੰਬਰ ਘੱਟ ਰਿਹਾ ਇਹਦੇ ਕਰਕੇ ਉਹ ਇਮੀਗ੍ਰੇਸ਼ਨ ਲਈ ਕੁਆਲੀਫਾਈ ਨਹੀਂ ਕਰ ਰਹੇ। ਉਹਦੇ ਲਈ ਸੈਕਸ਼ਨ 25 ਹੈ ਜਿਹੜਾ ਆਲਰੇਡੀ ਐਗਜ਼ਿਸਟ ਕਰਦਾ ਹੈ, ਜਿਹੜਾ ਕਿ exemptions from the conditions required for permanent residence based on humanitarian compassionate considerations ਹੈਗਾ। ਮਤਲਬ ਕਿ ਤੁਹਾਨੂੰ ਉਹਨਾਂ ਕੰਡੀਸ਼ਨਸ ਤੋਂ ਛੋਟ ਦਿੱਤੀ ਜਾਵੇ ਜਿਹੜੀਆਂ ਪਰਮਾਨੈਂਟ ਰੈਜ਼ੀਡੈਂਸ ਤੇ ਰਿਕੁਆਇਰਡ ਨੇ ਬੇਸਡ ਔਨ ਹਿਊਮੈਨਿਟੇਰੀਅਨ ਕੰਪੈਸ਼ਨ। ਹੁਣ ਫॉर ਐਗਜ਼ਾਮਪਲ ਜੇ ਆਪਾਂ ਕੇਸ ਸਟੱਡੀ ਨੂੰ ਦੇਖੀਏ ਤਾਂ ਮੰਨ ਲਓ ਕੋਈ ਕੁੱਕ ਹੈ, ਕੋਈ ਸ਼ੈਫ ਹੈ ਤੇ ਉਹ ਤੋਂ ਉਹਨੇ ਸਰਟਨ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਨੇ, ਉਹ ਤੋਂ ਬਾਅਦ ਇਹ PR ਦਾ ਕੇਸ ਉਹ ਅਪਲਾਈ ਕਰ ਸਕਦਾ ਹੈ, ਪਰ ਉਹ ਰਿਕੁਆਇਰਮੈਂਟਸ ਪੂਰੀਆਂ ਨਹੀਂ ਕਰ ਰਿਹਾ ਹੈਗਾ। ਹੁਣ ਰਿਕੁਆਇਰਮੈਂਟਸ ਨਾ ਪੂਰੀਆਂ ਕਰਨ ਕਰਕੇ ਉਹ ਇਮੀਗ੍ਰੈਂਟ ਨਹੀਂ ਹੋ ਰਿਹਾ। ਪਰ ਜੇ ਉਹ ਹਿਊਮੈਨਿਟੇਰੀਅਨ ਕੰਪੈਸ਼ਨ 'ਚ ਆਪਦਾ ਕੇਸ ਲਾਵੇ, ਕੰਪੈਸ਼ਨ ਕੀ ਹੈ? ਉਹ ਰੈਸਟੋਰੈਂਟ ਉਸ ਬੰਦੇ ਦੇ ਸਿਰ ਤੇ ਚੱਲ ਰਿਹਾ। ਜੇ ਉਹਦੀ ਨੌਕਰੀ ਚਲੀ ਜਾਂਦੀ ਹੈ, ਉਹਨੂੰ ਕੈਨੇਡਾ 'ਚ ਇਮੀਗ੍ਰੇਸ਼ਨ ਨਹੀਂ ਮਿਲਦੀ ਤਾਂ ਉਹ ਰੈਸਟੋਰੈਂਟ ਬੰਦ ਹੋ ਜੂ, 10 ਲੋਕਾਂ ਦੀਆਂ ਜੌਬਾਂ ਚਲੀਆਂ ਜਾਣਗੀਆਂ। ਸੋ ਉੱਥੇ ਕੰਪੈਸ਼ਨ ਦੇਖਿਆ ਜਾਊਗਾ ਕਿ ਇਹ ਬੰਦੇ ਦੀ ਕੈਨੇਡਾ ਦੀ ਇਕਨੋਮਿਕ ਸਥਿਤੀ ਦੇ ਵਿੱਚ ਕੀ ਯੋਗਦਾਨ ਹੈ। ਜੋ ਹੈਗਾ ਤਾਂ ਚਾਹੇ ਉਹ ਨਹੀਂ ਵੀ ਰਿਕੁਆਇਰਮੈਂਟ ਮੀਟ ਕਰਦਾ ਅੰਗਰੇਜ਼ੀ ਦੀਆਂ ਜਾਂ ਪੜ੍ਹਾਈ ਦੀਆਂ, ਉਹਨੂੰ ਤਾਂ ਵੀ ਇਮੀਗ੍ਰੇਸ਼ਨ ਹੈ ਜਿਹੜੀ ਉਹ ਮਿਲ ਸਕਦੀ ਹੈ। ਤੇ ਸਰ ਇੱਕ ਲਾਸਟ ਕਾਲਰ ਜਿਹੜੇ ਇਸ ਤੋਂ ਬਾਅਦ ਇਹਨਾਂ ਨੇ ਕੀਤੀ ਸੀ ਕਿ ਐਕਸਟੈਂਸ਼ਨ ਦੇ ਬਾਰੇ ਗੱਲ ਕੀਤੀ ਸੀ ਕਿ ਜੇ ਉਹਨਾਂ ਦਾ ਬਾਰਡਰ ਤੇ ਜਾ ਕੇ ਵਰਕ ਪਰਮਿਟ ਲਈ ਉਹਨਾਂ ਨੇ ਕਿਹਾ ਸੀ ਆਨਲਾਈਨ ਅਪਲਾਈ ਕਰ ਸਕਦੇ ਨੇ, ਵਿਜ਼ਟਰ ਵੀਜ਼ਾ ਤੇ ਆਏ ਸੀ, ਕੀ ਉਹਨਾਂ ਨੂੰ ਮਿਲ ਸਕਦਾ ਹੈ ਵਰਕ ਪਰਮਿਟ? ਤੇ ਜੇ ਨਹੀਂ ਮਿਲਦਾ ਕਿ ਉਹ ਦੁਬਾਰਾ ਐਕਸਟੈਂਸ਼ਨ ਪਾ ਸਕਦੇ ਨੇ? ਜੀ ਬਿਲਕੁਲ। ਸੋ ਪਹਿਲਾਂ ਤਾਂ ਮੈਂ ਇਸ ਗੱਲੋਂ ਹੈਰਾਨ ਆ ਜੀ ਕਿ ਇਹਨਾਂ ਨੂੰ ਇਹ ਗੱਲ ਦੀ ਜਾਣਕਾਰੀ ਨਹੀਂ ਸੀ। ਸਰ ਮੈਂ ਆਪਣੇ ਕਾਲਰ ਨੂੰ ਮੈਂ ਆਪਣੇ ਕਾਲਰ ਨੂੰ ਕਹਿਣਾ ਚਾਹਾਂਗੀ 2 ਮਿੰਟ ਲਈ ਪਲੀਜ਼ ਹੋਲਡ ਕਰਿਓ, ਅਸੀਂ ਇੱਕ ਆਲਰੇਡੀ ਰਿਪਲਾਈ ਕਰ ਰਹੇ ਹਾਂ, ਸੋ ਤੁਹਾਡੀ ਕਾਲ ਅਸੀਂ ਨਾਲ ਹੀ ਲੈ ਰਹੇ ਹਾਂ। ਹਾਂਜੀ ਸਰ, ਧੰਨਵਾਦ। ਸੋ ਮੈਂ ਹੈਰਾਨ ਹਾਂ ਇਸ ਗੱਲੋਂ ਕਿ ਜੇ ਉਹ ਖੁਦ ਕਰ ਰਹੇ ਸੀ ਜਾਂ ਉਹਨਾਂ ਦਾ ਲੀਗਲ ਕਾਉਂਸਲ ਸੀ, ਉਹਨੂੰ ਇਹ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਬਾਰਡਰ US ਕੈਨੇਡੀਅਨ ਬਾਰਡਰ ਹੈ ਜਿਹੜਾ ਉਹ ਬੰਦ ਹੈਗਾ ਤੇ ਕਾਫੀ ਲੰਬੇ ਸਮੇਂ ਤੋਂ ਬੰਦ ਹੈਗਾ। ਤੇ ਜਿਹੜਾ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈਣ ਵਾਲੀ ਗੱਲ ਹੈਗੀ ਹੈ, ਇਹਨੂੰ ਨਾਨ ਐਸੈਂਸ਼ੀਅਲ ਸਰਵਿਸ ਮੰਨਿਆ ਗਿਆ। ਨਾਨ ਐਸੈਂਸ਼ੀਅਲ ਸਰਵਿਸ ਤਾਂ ਉਹ ਨਹੀਂ, ਉਹਨਾਂ ਨੂੰ ਐਂਟਰਟੇਨ ਨਹੀਂ ਕੀਤਾ ਜਾਊਗਾ। ਸੋ ਹਾਲੇ ਵੀ ਅਗਲੇ ਹਫ਼ਤੇ ਤੱਕ ਆਪਾਂ ਨੂੰ ਪਤਾ ਬਾਰਡਰ ਬੰਦ ਹੈਗਾ ਤੇ ਉਹ ਤੋਂ ਬਾਅਦ ਜੇ ਐਕਸਟੈਂਡ ਕਰਦੇ ਨੇ ਤਾਂ ਉਹ ਅੱਗੇ ਸਿਚੁਏਸ਼ਨ ਜਿਹੜੀ ਜਾ ਸਕਦੀ ਹੈ। ਹੁਣ ਇਹਨਾਂ ਦੇ ਸਰਕਮਸਟੈਂਸਸ ਦੇ ਉੱਤੇ ਦੋ ਚੀਜ਼ਾਂ ਕਰ ਸਕਦੇ ਨੇ, ਜਾਂ ਤਾਂ ਜਿਹਦਾ ਬਾਰਡਰ ਖੁੱਲ ਜਾਂਦਾ ਆਉਣ ਵਾਲੇ ਵੀਕਸ ਦੇ ਵਿੱਚੋਂ ਤੇ ਇਹਨਾਂ ਦਾ ਕੈਨੇਡਾ 'ਚੋਂ ਸਟੇਟਸ ਹੈ ਜਿਹੜਾ ਉਹ ਵੈਲਿਡ ਹੈ। ਹੁਣ ਇਹ ਆਖਿਆ ਇਹਨਾਂ ਨੇ ਕਿ ਮੇਰਾ ਸਟੇਟਸ ਖਤਮ ਹੋਣ ਜਾ ਰਿਹਾ, ਉਹ ਜੇ ਬਾਰਡਰ ਖੁੱਲ ਜਾਂਦਾ ਇਹਨਾਂ ਦਾ ਸਟੇਟਸ ਵੈਲਿਡ ਹੈ, ਜਾ ਕੇ ਲੈ ਸਕਦੇ ਨੇ। ਇੱਕ ਨੰਬਰ ਸਿਚੁਏਸ਼ਨ ਹੈਗੀ, ਨੰਬਰ 1 ਸਿਚੁਏਸ਼ਨ ਹੈ। ਨੰਬਰ 2 ਸਿਚੁਏਸ਼ਨ ਹੈ ਕਿ ਬਾਰਡਰ ਖੁੱਲ ਜਾਂਦਾ ਪਰ ਇਹਦਾ ਪਰਮਿਟ ਹੈ ਜਿਹੜਾ ਐਕਸਪਾਇਰ ਹੋ ਜਾਂਦਾ। ਇਹ ਬਿਲਕੁਲ ਜਾ ਕੇ ਬਾਰਡਰ ਤੇ ਨਹੀਂ ਲੈ ਸਕਦੇ ਕਿਉਂਕਿ ਜਦੋਂ ਐਗਜ਼ਿਟ ਕਰਨਗੇ ਇਹਨਾਂ ਦਾ ਕੋਈ ਸਟੇਟਸ ਨਹੀਂ ਹੈਗਾ। ਤੀਜੀ ਜੋ ਇਹਨਾਂ ਨੇ ਖੁਦ ਸਿਚੁਏਸ਼ਨ ਨੂੰ ਆਪ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਆਨਲਾਈਨ ਐਪਲੀਕੇਸ਼ਨ ਕਰ ਸਕਦੇ ਆ। ਹਾਂਜੀ, ਵਿਦਨ ਕੈਨੇਡਾ ਉਹ ਵਰਕ ਪਰਮਿਟ ਦੀ ਆਨਲਾਈਨ ਐਪਲੀਕੇਸ਼ਨ ਨਹੀਂ ਕਰ ਸਕਦੇ ਐਜ਼ ਅ ਵਿਜ਼ਿਟਰ। ਜੀ ਬਿਲਕੁਲ। ਇੱਕ ਦਰਸ਼ਕ, ਇੱਕ ਮਿੰਟ ਸਰ, ਦਰਸ਼ਕ ਜੁੜ ਗਏ ਨੇ, ਆਪਾਂ ਉਹਨਾਂ ਦਾ ਕਾਫੀ ਟਾਈਮ ਤੋਂ ਹੋਲਡ ਕੀਤਾ ਹੋਇਆ ਸੀ, ਆਪਾਂ ਰਿਪਲਾਈ ਬਾਕੀ ਦਾ ਕਰਾਂਗੇ। ਉਹਨਾਂ ਦਾ ਪਹਿਲਾ ਕੁਐਸਚਨ ਲੈ ਲਈਏ। ਹੈਲੋ ਡੀਅਰ, ਸਤਿ ਸ਼੍ਰੀ ਅਕਾਲ ਜੀ। ਸੌਰੀ ਸਰ, ਮੈਂ ਤੁਹਾਨੂੰ ਥੋੜਾ ਜਿਹਾ ਸੌਰੀ ਸਰ, ਮੈਂ ਕਾਫੀ ਟਾਈਮ ਲਈ ਤੁਹਾਨੂੰ ਹੋਲਡ ਕਰਵਾਇਆ। ਹਾਂਜੀ ਦੱਸੋ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਹੈ ਕਿ ਮੇਰਾ ਇੱਕ ਪੋਤਾ MD ਹੈ ਤੇ ਉਹ ਇੱਥੇ ਆਉਣਾ ਚਾਹੁੰਦਾ ਤੇ ਇੱਥੇ ਮੇਰਾ ਸਵਾਲ ਇਹ ਹੈ ਕਿ ਉਹ ਆ ਤਾਂ ਜਾਏਗਾ, ਉਹਦੇ ਕੋਲ ਜਿਹੜਾ ਪ੍ਰੋਗਰਾਮ ਹੈ ਜੀ ਸਰ, ਪਿੱਛੋਂ ਪਲੀਜ਼ ਆਵਾਜ਼ ਬੰਦ ਕਰਕੇ ਆ ਸਾਡੇ ਨਾਲ ਗੱਲ ਕਰੋ। ਹੈਲੋ ਜੀ। ਹਾਂਜੀ ਸਰ ਜੀ, ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਕਹਾਂਗੀ ਪਲੀਜ਼ ਜਦੋਂ ਤੁਸੀਂ ਸਾਨੂੰ ਕੁਐਸਚਨ ਪੁੱਟ ਕਰਦੇ ਹੋ ਆਪਦੀ ਟੀਵੀ ਸਕਰੀਨ ਦੀ ਆਵਾਜ਼ ਨੂੰ ਬੰਦ ਕਰਕੇ ਸਾਡੇ ਨਾਲ ਗੱਲ ਕਰੋ, ਕਿਉਂਕਿ ਟੀਵੀ ਸਕਰੀਨ ਦੀ ਆਵਾਜ਼ 'ਚ ਡਿਲੇ ਹੁੰਦਾ। ਹਾਂਜੀ ਸਰ, ਉਹਨਾਂ ਦਾ ਆਪਾਂ ਰਿਪਲਾਈ ਕੰਪਲੀਟ ਕਰੀਏ। ਸੋ ਵਿਦਨ ਕੈਨੇਡਾ ਉਹ ਵਰਕ ਪਰਮਿਟ ਲਈ ਐਪਲੀਕੇਸ਼ਨ ਨਹੀਂ ਕਰ ਸਕਦੇ, ਪਰ ਉਹ ਯੂਨਾਈਟਿਡ ਸਟੇਟਸ 'ਚੋਂ ਆਪਣੀ ਐਪਲੀਕੇਸ਼ਨ ਕਰ ਸਕਦੇ ਨੇ। ਸੋ ਚਾਹੇ ਉਹ ਲਾਸ ਐਂਜਲੀਸ ਤੋਂ ਕਰ ਸਕਦੇ ਆ, ਚਾਹੇ ਉਹ ਨਿਊਯਾਰਕ ਤੋਂ ਕਰ ਸਕਦੇ ਆ, ਉਹ ਡਿਪੈਂਡ ਕਰਦਾ ਉਹ ਕੈਨੇਡਾ 'ਚ ਕਿਹੜੇ ਏਰੀਏ 'ਚ ਰਹਿੰਦੇ ਨੇ, ਉਹਦੇ ਹਿਸਾਬ ਨਾਲ ਕਰ ਸਕਦੇ ਨੇ। ਸੋ ਉਹ ਜਿਹੜਾ ਪੋਸਟ ਹੈਗਾ ਉਹਨਾਂ ਦੀ ਐਪਲੀਕੇਸ਼ਨ ਉਹ ਆਊਟਸਾਈਡ ਆਫ ਕੈਨੇਡਾ ਐਪਲੀਕੇਸ਼ਨ ਮੰਨੀ ਜਾਊਗੀ ਤੇ ਉਹਨਾਂ ਤੇ ਉਹ ਫੈਸਲਾ ਕਰ ਸਕਦੇ ਹੈਗੇ ਨੇ। ਪਰ ਉਹਦੇ ਲਈ ਉਹਨਾਂ ਦਾ ਸਟੇਟਸ ਹੈ ਜਿਹੜਾ ਕੈਨੇਡਾ 'ਚ ਵੈਲਿਡ ਹੋਣਾ ਜ਼ਰੂਰੀ ਹੈ। ਹੁਣ ਇਹਨਾਂ ਲਈ ਡਿਲੇਮਾ ਇਹ ਹੈਗਾ ਕਿ ਇਹਨਾਂ ਦਾ ਸਟੇਟਸ ਕਦੋਂ ਤੱਕ ਵੈਲਿਡ ਹੈ ਤੇ ਉਹਦੇ ਹਿਸਾਬ ਨਾਲ ਅੱਗੇ ਪ੍ਰੋਸੀਡ ਕੀਤਾ ਜਾ ਸਕਦਾ। ਸੋ ਕਾਫੀ ਇਹਦੇ 'ਚ ਕੰਪਲਿਕੇਸ਼ਨਸ ਨੇ, ਕਾਫੀ ਸਰਕਮਸਟੈਂਸਸ ਨੇ ਜਿਹੜੀਆਂ ਇੱਕ
ਤੋਂ ਬਾਅਦ ਦੂਜੀ ਨੂੰ ਇਫੈਕਟ ਕਰ ਸਕਦੀਆਂ ਨੇ। ਸੋ ਮੈਂ ਇਹਨਾਂ ਨੂੰ ਕਹੂੰਗਾ ਇਹ ਸਾਡੇ ਆਫਿਸ ਨੂੰ ਕਾਲ ਕਰ ਲੈਣ ਜੀ, ਤੇ ਉਹਦੇ ਨਾਲ ਹਿਸਾਬ ਨਾਲ ਡਿਸਕਸ਼ਨ ਕਰਕੇ ਇਹਨਾਂ ਨੂੰ ਰਾਈਟ ਐਡਵਾਈਸ ਹੈ ਜਿਹੜੀ ਦਿੱਤੀ ਜਾ ਜੀ ਸਕਦੀ। ਬਿਲਕੁਲ ਸਰ, ਕਾਫੀ ਕਾਲਸ ਜਿਹੜੀਆਂ ਪੈਂਡਿੰਗ ਪਈਆਂ ਨੇ, ਅਸੀਂ ਲਾਈਨ ਦੁਬਾਰਾ ਓਪਨ ਕਰਨ ਜਾ ਰਹੇ ਹਾਂ ਕਿਉਂਕਿ ਕਾਫੀ ਕਾਲਸ ਜਿਹੜੀਆਂ ਨੇ ਇਸ ਵਕਤ ਸਾਨੂੰ ਆ ਰਹੀਆਂ ਨੇ। ਸੋ ਮੈਂ ਆਪਣੇ ਟੀਮ ਨੂੰ ਕਹਾਂਗੀ ਕਿ ਕਾਲਸ ਜਿਹੜੀਆਂ ਫਾਰਵਰਡ ਕਰਨੀਆਂ ਸਟਾਰਟ ਕਰ ਦੇਣ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਇੱਥੋਂ ਗੁਰਬ੍ਰਿਜ ਤੋਂ ਬੋਲ ਰਹੀ ਮੈਂ। ਹਾਂਜੀ ਦੱਸੋ ਕੀ ਪੁੱਛਣਾ ਜੀ। ਤੇ ਮੇਰਾ ਸਵਾਲ ਹੈਗਾ ਕਿ ਜਿਹੜਾ ਨੈਨੀ ਲਈ ਅਪਲਾਈ ਕਰਦੇ ਆ ਉੱਥੋਂ ਅਸੀਂ ਜਿੱਦਾਂ ਅਪਲਾਈ ਕਰਨਾ ਹੋਵੇ ਤਾਂ ਸਾਨੂੰ ਕੀ ਚਾਹੀਦਾ, ਕੀ ਰਿਕੁਆਇਰਮੈਂਟ ਹੋਣੀ ਚਾਹੀਦੀ? ਜੀ ਨੈਨੀ ਅਪਲਾਈ ਕਰਨਾ ਚਾਹੁੰਦੇ ਹੋ ਜੀ? ਬਾਹਰ ਦੀ ਗੱਲ ਕਰ ਰਹੇ ਆ ਜੀ। ਕਰਨਾ ਚਾਹੀਦਾ ਤਾਂ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਚਾਹੀਦੀ ਹੈ? ਸਰ ਇਹਨਾਂ ਨੇ ਅਪਲਾਈ ਕਰਨਾ ਤੇ ਪੁੱਛ ਰਹੇ ਨੇ ਕਿ ਕਿਹੜੀ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ। ਇਹ ਕਿਸੇ ਦਾ ਕੇਸ ਖੁਦ ਅਪਲਾਈ ਕਰਨਾ ਚਾਹੁੰਦੇ ਨੇ, ਮਤਲਬ ਸੋ ਜੇ ਤਾਂ ਇਹ ਖੁਦ ਲਾਇਰ ਹੈਗੇ ਨੇ ਜੀ। ਜੀ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬਰੈਂਪਟਨ ਤੋਂ ਬੋਲ ਰਿਹਾ ਜੀ। ਹਾਂਜੀ ਦੱਸੋ ਕੀ ਸਵਾਲ ਹੈ? ਆਲਮਜੀਤ ਸਿੰਘ ਮੇਰਾ ਨਾਮ, ਤੇ ਮੈਂ ਨਾ ਆਪਣੇ ਬੇਟੇ ਵਾਸਤੇ ਕੀਤਾ ਸੀ ਅਪਲਾਈ, ਤੇ ਕਾਫੀ ਦੇਰ ਦੀ ਗੱਲ ਆ। ਨੋਵਾ ਸਕੋਸ਼ੀਆ ਦਾ ਉਦੋਂ ਖੁੱਲਿਆ ਸੀ ਆ PNP ਦਾ, ਪਤਾ ਨਹੀਂ ਕਿਹੜਾ ਸੀ ਕੇਸ, ਇਹਨਾਂ ਨੂੰ 5-6 ਸਾਲ ਤੋਂ ਉੱਪਰ ਹੋਇਆ ਕੰਮ ਹੈ ਨਾ। ਤੇ ਲੇਕਿਨ ਸਾਨੂੰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ। ਜਿਵੇਂ ਕਹਿੰਦੇ ਜੀ ਤੁਹਾਡਾ ਕੇਸ ਕੀ ਹੋਇਆ, ਉਹਦਾ ਸਟੇਟਸ ਕੀ ਆ, ਅਸੀਂ ਤੁਹਾਨੂੰ ਦੱਸਾਂਗੇ, ਦੱਸਦਾ ਕੋਈ ਨਹੀਂ। ਜੇ ਇੱਥੇ ਕਰਦੇ ਆ ਗੱਲ, ਇਹ ਕਹਿੰਦੇ ਇੰਡੀਆ ਕਰੋ, ਇੰਡੀਆ ਵਾਲੇ ਕਹਿੰਦੇ ਉੱਥੇ ਕਰੋ ਗੱਲ। ਜੀ ਬਿਲਕੁਲ ਸਰ, ਅਸੀਂ ਟੀਵੀ ਸਕਰੀਨ ਤੇ ਆਨਸਰ ਦੇ ਸਕਦੇ ਹਾਂ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਸਰ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹੈਲੋ ਸਿਸਟਰ ਤਰਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਇਨਫੋਰਮੇਟਿਵ ਹੁੰਦਾ। Thank you, sir. ਸਾਹਿਬ ਵੀ ਇੱਕ ਜ਼ਿੰਦਗੀ ਦੇ ਪੂਰੇ ਪੰਡਤ ਹੈ, ਪੂਰੇ ਆਪਣੇ ਸਬਜੈਕਟ ਦੇ ਪੂਰੇ ਮਾਹਰ ਨੇ ਜੀ। ਤਾਂ ਇਹਨਾਂ ਨੂੰ ਧੰਨਵਾਦ ਜੀ, ਜਿਹੜਾ ਧੰਨਵਾਦ। ਪ੍ਰੋਗਰਾਮ ਕਰ ਰਿਹਾ ਉਹ ਤੁਹਾਨੂੰ ਇਹਦੇ ਲਈ ਵਧਾਈ। ਥੈਂਕ ਯੂ ਸੋ ਮਚ ਸਰ। ਸਾਰੇ ਹਮਦਰਦ ਅਦਾਰੇ ਨੂੰ ਵਧਾਈ। ਥੈਂਕ ਯੂ ਸਰ। ਮੇਰਾ ਪ੍ਰੋਗਰਾਮ ਸਵਾਲ ਹੈ ਕਿ ਮੇਰਾ ਪੋਤਾ, ਮੈਂ ਸਵਾਲ ਕਰ ਸਕਦਾ? ਹਾਂਜੀ ਹਾਂਜੀ ਬਿਲਕੁਲ ਸਰ, ਸਵਾਲ ਕਰੋ। ਹਾਂਜੀ ਕੀ ਹੈ ਤੁਹਾਡਾ ਸਵਾਲ? ਤੇ ਮੇਰਾ ਪੋਤਾ ਜਿਹੜਾ ਉਹ MD ਹੈ, ਉਹਦੀ ਵਾਈਫ MBBS ਹੈ। ਦੋਨੋਂ ਇੱਥੇ ਆਉਣਾ ਚਾਹੁੰਦੇ ਆ ਤੇ ਦੋਨਾਂ ਦਾ ਇੱਥੇ ਆਉਣ ਦੇ ਲਈ ਜਿਹੜੇ ਨੰਬਰ ਵਗੈਰਾ ਉਹਨਾਂ ਦੇ, ਇੱਕ ਨੇ 8 ਬੈਂਡ ਕੀਤੇ ਆ, ਦੂਜੇ ਬੋਨਸ ਸਰਟੀਫਿਕੇਟ ਸਾਰੇ ਹੈਗੇ ਆ। ਮਗਰ ਮੈਨੂੰ ਇਹ ਵੀ ਇੱਥੇ ਆ ਕੇ ਉਦੋਂ ਕਰਨਗੇ ਕੀ? ਦੋਨੋਂ ਡਾਕਟਰ ਇੱਥੇ ਆ ਕੇ ਕੀ ਕਰਨਗੇ? ਉਹਨਾਂ ਦੇ ਕੋਲ ਕੋਈ ਐਵੀਨਿਊ ਹੈ ਵੀ ਕਿਸ ਕੰਮ ਦੇ ਵਿੱਚ ਉਹਨਾਂ ਨੂੰ ਪਤਾ ਪੈ ਸਕਦਾ? ਕਿੱਥੇ ਆ ਕੇ ਰੋਟੀ ਪਾਣੀ ਦਾ ਇੰਤਜ਼ਾਮ ਉਹਨਾਂ ਦਾ ਕਿੱਦਾਂ ਹੋ ਸਕਦਾ? ਕਿਹੜੀ ਡਿਗਰੀ ਉਹਨਾਂ ਨੂੰ ਇੱਥੇ ਆ ਕੇ ਪੜ੍ਹਨੀ ਪਊਗੀ ਜਾਂ ਕਿਹੜਾ ਕੰਮ ਉਹਨਾਂ ਨੂੰ ਕਰਨਾ ਪਏਗਾ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਤੁਰ ਸਕੇ? ਜੀ ਤੁਸੀਂ ਕਹਿਣਾ ਜੀ ਪਲੀਜ਼ ਇਹਦੇ ਬਾਰੇ ਦੱਸਣ ਪਏ। ਉਹ ਇੱਥੇ ਆ ਤਾਂ ਸਕਣਗੇ, ਆ ਜਾਣਗੇ, ਉਹਨਾਂ ਕੋਲ ਸਰ ਡਾਕਟਰਸ ਤੇ ਯੂਰੇ ਕੀ ਸਾਰੇ ਨੰਬਰ ਪੂਰੇ ਆ ਜਾਣਗੇ। ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਸਰ ਤੁਸੀਂ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ ਨਾਲ ਹੋਈ ਸੀ ਗੱਲ। ਹਾਂਜੀ ਮੈਮ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਉਹਨਾਂ ਨੂੰ ਮੈਂ ਲਿਖਾਇਆ ਸੀਗਾ, ਐਡ ਦਿੱਤੀ ਸੀਗੀ ਤੇ ਨੰਬਰ ਲਿਖਾਉਣਾ ਸੀਗਾ ਵੀਜ਼ਾ ਦਾ ਨਾ। ਜੀ ਬਿਲਕੁਲ, ਤੁਸੀਂ ਤੁਸੀਂ ਮੈਮ ਦੁਬਾਰਾ ਕਾਲ ਕਰਕੇ ਨੰਬਰ ਲਿਖਵਾ ਸਕਦੇ ਹੋ ਕਿਉਂਕਿ ਲਾਈਵ ਪ੍ਰੋਗਰਾਮ ਵਿੱਚ ਅਸੀਂ ਫਿਲਹਾਲ ਕੋਈ ਨੰਬਰ ਨਹੀਂ ਲੈ ਸਕਦੇ ਹੈਗੇ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਤੇ ਸਰ ਅਸੀਂ ਥੋੜਾ ਜਿਹਾ ਆਨਸਰ ਕਰਨਾ ਸ਼ੁਰੂ ਕਰੀਏ। ਨੈਨੀ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਸੀ ਆਪਣੇ ਕਿਸੇ ਰਿਲੇਟਿਵ ਦੇ ਲਈ, ਤੇ ਇਸ ਵਕਤ ਜਿਹੜਾ ਜਿਨ੍ਹਾਂ ਨੇ ਅਪਲਾਈ ਕਰਨਾ ਆ ਉਹਨਾਂ ਦੇ ਲਈ ਕੀ ਚਾਹੀਦੀਆਂ ਰਿਕੁਆਇਰਮੈਂਟਸ ਕੀ ਨੇ? ਹਾਂਜੀ, ਸੋ 2 ਹਿੱਸਿਆਂ 'ਚ ਤਰਨੇ ਪ੍ਰੋਗਰਾਮ ਨੂੰ ਵੰਡਿਆ ਗਿਆ ਜੀ। ਪਹਿਲਾ ਹਿੱਸਾ ਹੈਗਾ ਕਿ ਜੇ ਬੱਚੇ ਉਹਦੇ ਲਈ ਡਿਫਰੈਂਟ ਰਿਕੁਆਇਰਮੈਂਟਸ ਨੇ, ਜੇ ਬਜ਼ੁਰਗਾਂ ਲਈ ਬੁਲਾਉਣਾ ਰਿਕੁਆਇਰਮੈਂਟਸ ਨੇ। ਬੱਚਿਆਂ ਲਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਘਰੇ ਬੱਚੇ ਹੋਣੇ ਚਾਹੀਦੇ ਆ ਜੀ। ਬੱਚਿਆਂ ਦੀ ਡੈਫੀਨੇਸ਼ਨ ਹੈ ਕੋਈ 18 ਤੋਂ ਥੱਲੇ ਹੋਣੇ ਚਾਹੀਦੇ ਆ, ਤੇ ਜਿੰਨੇ ਤੁਸੀਂ ਪਰਿਵਾਰ 'ਚ ਮੈਂਬਰ ਹੋ ਉਹਦੇ ਹਿਸਾਬ ਨਾਲ ਤੁਹਾਡੇ ਕੋਲ ਇਨਕਮ ਚਾਹੀਦੀ ਹੈ। ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਇੱਕ ਹਸਬੈਂਡ ਵਾਈਫ ਤੇ ਇੱਕ ਉਹਨਾਂ ਦਾ ਬੱਚਾ, 3 ਜਾਣੇ ਆ ਤੇ ਉਹ ਕੇਅਰ ਗਿਵਰ ਬੁਲਾਉਣਾ ਚਾਹੁੰਦੇ ਆ, ਤਾਂ ਫਿਰ ਉਹਨਾਂ ਨੂੰ 68,000 ਐਨੂਅਲ ਇਨਕਮ ਹੋਣਾ ਜ਼ਰੂਰੀ ਹੈਗਾ। ਤੇ ਦੂਜੀ, ਜੇ ਉਹਨਾਂ ਦੇ 2 ਬੱਚੇ ਆ ਤਾਂ ਫਿਰ 74,000 ਜਿੰਨੇ ਬੱਚੇ ਵੱਧਦੇ ਜਾਣਗੇ ਉਨੀ ਇਨਕਮ ਵੱਧਦੀ ਜਾਊਗੀ। ਤੇ ਇਹਦੇ ਨਾਲ ਜੇ ਬਜ਼ੁਰਗਾਂ ਲਈ ਬੁਲਾਉਣਾ ਹੈਗਾ ਉਹਨਾਂ ਨੇ, ਤਾਂ ਬਜ਼ੁਰਗਾਂ ਦੀ ਡੈਫੀਨੇਸ਼ਨ ਹੈ ਕੋਈ 65 ਤੋਂ ਉੱਤੇ ਹੋਣੇ ਚਾਹੀਦੇ ਨੇ, 65 ਸਾਲ ਤੋਂ ਉੱਤੇ ਬਜ਼ੁਰਗ ਨੇ। ਇੱਥੇ ਇਨਕਮ ਦੀ ਇੱਕ ਐਕਸੈਪਸ਼ਨ ਹੈਗੀ ਆ। ਉਹ ਐਕਸੈਪਸ਼ਨ ਇਹ ਹੈ ਕਿ ਜੇ ਤਾਂ ਉਹਨਾਂ ਦਾ ਕੋਈ ਬੱਚਾ ਉਹਨਾਂ ਲਈ ਬੁਲਾ ਰਿਹਾ ਤੇ ਫਿਰ ਤਾਂ ਉਸ ਬੱਚੇ ਨੂੰ ਇਨਕਮ ਰਿਕੁਆਇਰਮੈਂਟ ਮੀਟ ਕਰਨਾ ਹੈ। ਪਰ ਜੇ ਬਜ਼ੁਰਗ ਖੁਦ ਆਪਣੇ ਲਈ ਬੁਲਾ ਰਹੇ ਨੇ, ਆਪਾਂ ਨੂੰ ਪਤਾ ਕਿ ਬਜ਼ੁਰਗ 65 ਤੋਂ ਉੱਤੇ ਤਾਂ ਰਿਟਾਇਰ ਹੋਣਗੇ, ਉਹਨਾਂ ਦੀ ਕੋਈ ਇਨਕਮ ਤਾਂ ਹੋਊਗੀ ਨਹੀਂ ਜੀ। ਉਹਨਾਂ ਦੇ ਕੇਸ ਦੇ ਵਿੱਚੋਂ ਉਹਨਾਂ ਕੋਲੇ ਤਨਖਾਹ ਦੇਣ ਜੋਗੇ ਪੈਸੇ ਬੈਂਕ 'ਚ ਹੋਣੇ ਚਾਹੀਦੇ ਨੇ। ਮਤਲਬ ਜੇ ਆਪਾਂ 2 ਸਾਲ ਦਾ ਕੰਟਰੈਕਟ ਹੈਗਾ,
ਤਾਂ 2 ਸਾਲ 'ਚ ਆਮ ਤੌਰ ਤੇ ਕੇਅਰ ਗਿਵਰ ਦੀ ਤਨਖਾਹ $60,000 ਹੈ। ਜੇ ਉਹਨਾਂ ਦੇ ਬੈਂਕ ਅਕਾਊਂਟ 'ਚ $60,000 ਨੇ ਤਾਂ ਵੀ ਉਹ ਕੁਆਲੀਫਾਈ ਕਰ ਸਕਦੇ ਜੀ। ਹੈਗੇ ਨੇ। ਸੋ ਤੁਹਾਡੇ ਕੋਲੇ ਬੱਚੇ ਜਾਂ ਬਜ਼ੁਰਗ ਹੋਣ, ਇਨਕਮ ਹੋਣੀ ਚਾਹੀਦੀ ਹੈ, ਇਹੀ ਰਿਕੁਆਇਰਮੈਂਟ ਹੈ ਜਿਹੜੇ ਬੰਦੇ ਨੇ ਸੱਦਣਾ ਹੈਗਾ। ਸੋ ਜਿਹਨੇ ਆਉਣਾ ਹੈ, ਆਪਾਂ ਉਹ ਰਿਕੁਆਇਰਮੈਂਟਸ ਪਹਿਲਾਂ ਡਿਸਕਸ ਕਰ ਚੁੱਕੇ ਹੈਗੇ। ਜੀ, ਇਸ ਤੋਂ ਬਾਅਦ ਸਰ ਨੇ ਕਾਲ ਕੀਤੀ ਸੀ ਕਿ ਉਹਨਾਂ ਦੇ ਬੇਟਾ ਅਤੇ ਉਹਨਾਂ ਦੀ ਡਾਟਰ ਇਨ ਲਾ ਦੋਵੇਂ ਹੀ ਮੈਡੀਕਲ ਫੀਲਡ ਦੇ ਵਿੱਚ ਹੈਗੇ ਨੇ, ਤੇ ਇੱਥੇ ਉਹਨਾਂ ਲਈ ਕੀ ਚਾਂਸਸ ਹੋਣਗੇ ਕਿ ਉਹਨਾਂ ਨੂੰ ਇੱਥੇ ਆ ਕੇ ਦੁਬਾਰਾ ਸਟੱਡੀ ਕਰਨੀ ਪੈਣੀ ਹੈ, ਤੇ ਜੇ PR ਪਰਮਿਟ ਤੇ ਆਉਂਦੇ ਨੇ ਕਿ ਉਹ ਆਪਣੀ ਫੀਲਡ ਨੂੰ ਦੁਬਾਰਾ ਕੰਟੀਨਿਊ ਕਰ ਸਕਦੇ ਨੇ? ਹਾਂਜੀ, ਹੁਣ ਇਹਦੇ ਲਈ ਇੱਕ ਲੰਬੇ ਸਮੇਂ ਤੋਂ ਇਹ ਮਸਲਾ ਚੱਲਾ ਰਿਹਾ ਹੈਗਾ ਕਿ ਜਿਹੜੇ ਫੋਰਨ ਕੁਆਲੀਫਾਈਡ ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਇੱਥੇ ਇਕੁਇਵਲੈਂਸੀ ਲੈਣ 'ਚ ਪ੍ਰੋਬਲਮ ਆਉਂਦੀ ਹੈ। ਹੁਣ ਤੁਸੀਂ ਕਈ ਕੇਸਿਸ ਦੇ ਵਿੱਚੋਂ ਜਿਹੜਾ ਹੈਗਾ ਆਉਣ ਤੋਂ ਪਹਿਲਾਂ ਵੀ ਆਪਣੀਆਂ ਅਸੈਸਮੈਂਟ ਕਰਾ ਸਕਦੇ ਹੋ। ਜਿਵੇਂ ਮੈਡੀਕਲ ਕਾਊਂਸਲ ਆਫ ਕੈਨੇਡਾ ਹੈਗੇ ਆ, ਉਹ ਪਹਿਲਾਂ ਹੀ ਤੁਹਾਨੂੰ ਅਸੈਸਮੈਂਟ ਕਰ ਸਕਦੇ ਆ, ਤੇ ਫਿਰ ਉਹ ਤੋਂ ਬਾਅਦ ਹੁਣ ਜਿਹੜੇ ਲੋਕ ਬਾਹਰੋਂ ਮੈਡੀਕਲ ਪ੍ਰੋਫੈਸ਼ਨਲਸ ਨੇ, ਓਨਟਾਰੀਓ ਸਰਕਾਰ ਨੇ COVID-19 ਕਰਕੇ ਇੱਕ ਪੋਰਟਲ ਵੀ ਆਪਦਾ ਜਾਰੀ ਕੀਤਾ, ਜਿੱਥੇ ਕਿ ਉਹ ਜਾ ਕੇ ਜੇ ਉਹ ਮੈਡੀਕਲ ਪ੍ਰੋਫੈਸ਼ਨਲ ਨੇ, ਉਹ ਆਪਦਾ ਨਾਂ ਭਰ ਸਕਦੇ ਨੇ, ਤੇ ਜੇ ਉਹਨਾਂ ਨੂੰ ਕੋਈ ਆਰਗੇਨਾਈਜੇਸ਼ਨ ਹਾਇਰ ਕਰਨ ਨੂੰ ਤਿਆਰ ਹੈ ਤਾਂ ਉਹਨਾਂ ਨੂੰ ਟੈਂਪਰੇਰੀ ਲਾਇਸੈਂਸ ਵੀ ਦਿੱਤਾ ਜਾ ਸਕਦਾ ਹੈਗਾ ਪ੍ਰੈਕਟਿਸ ਕਰਨ ਲਈ। ਇਹ ਕਰੰਟਲੀ ਜੋ COVID-19 ਸਿਚੁਏਸ਼ਨ ਆ, ਉਹ 'ਚ ਓਨਟਾਰੀਓ ਸਰਕਾਰ ਨੇ ਇਹ ਕੰਮ ਕੀਤਾ ਹੈਗਾ। ਤੇ ਦੂਜਾ ਜਿਹੜਾ ਉਹਨਾਂ ਦਾ ਸਵਾਲ ਮੇਨਲੀ ਇਹ ਸੀਗਾ ਕਿ ਜਦੋਂ ਤੱਕ ਉਹਨਾਂ ਦਾ ਡਿਗਰੀ ਡਿਪਲੋਮਾ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਕੀ ਕਰਨ। ਹਾਂਜੀ, ਉਹਦੇ ਲਈ ਸਰਕਾਰ ਨੇ ਕੋਈ ਪ੍ਰੋਵੀਜ਼ਨਸ ਨਹੀਂ ਰੱਖੀਆਂ, ਰਾਦਰ ਕਿ ਜਦੋਂ ਇਮੀਗ੍ਰੇਸ਼ਨ ਅਪਲਾਈ ਕਰਦੇ ਆ ਤਾਂ ਉੱਥੇ ਕਲੀਅਰਲੀ ਇਹ ਦੱਸਿਆ ਜਾਂਦਾ ਹੈ ਕਿ ਇਹ ਨਾ ਸਮਝਿਆ ਜਾਵੇ ਕਿ ਜਿਹੜੇ ਨੌਕਰੀ ਤੁਸੀਂ ਇੱਥੇ ਜੇ ਕੰਮ ਕਰ ਰਹੇ ਹੋ, ਉਹੀ ਕੰਮ ਉੱਥੇ ਤੁਹਾਨੂੰ ਮਿਲ ਜੂਗਾ। ਇਹਦੇ 'ਚ ਇੱਕ ਬਹੁਤ ਵੱਡਾ ਪਾੜਾ ਹੈਗਾ ਪਿਛਲੇ ਸਮੇਂ ਤੋਂ, ਉਹ ਹੈਗਾ ਕਿ ਜਿਹੜਾ ਰੈਗੂਲੇਸ਼ਨ ਹੈਗਾ, ਰੈਗੂਲੇਟਰ ਹੈ ਪ੍ਰੋਫੈਸ਼ਨਲਸ ਨੂੰ, ਚਾਹੇ ਉਹ ਡਾਕਟਰਸ ਨੇ, ਚਾਹੇ ਉਹ ਇੰਜੀਨੀਅਰਸ ਨੇ, ਚਾਹੇ ਹੋਰ ਕੋਈ ਵੀ ਪ੍ਰੋਫੈਸ਼ਨ ਹੈਗਾ, ਉਹਦੇ ਵਿੱਚੋਂ ਜਿਹੜੀ ਰੈਗੂਲੇਸ਼ਨ ਹੈ, ਉਹਦਾ ਕੰਟਰੋਲ ਤਾਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਦਿੱਤਾ ਜੀ, ਤੇ ਜਿਹੜੀ ਇਮੀਗ੍ਰੇਸ਼ਨ ਹੈ, ਉਹਦਾ ਕੰਟਰੋਲ ਦਿੱਤਾ ਹੋਏਗਾ ਫੈਡਰਲ ਸਰਕਾਰ ਨੂੰ। ਸੋ ਜੇ ਫੈਡਰਲ ਸਰਕਾਰ ਜਿਹੜੀ ਚੀਜ਼ ਨੂੰ ਕੰਟਰੋਲ ਹੀ ਨਹੀਂ ਕਰਦੀ, ਉਹਦੇ ਉੱਤੇ ਕੋਈ ਲਾਅ ਹੀ ਨਹੀਂ ਬਣਾ ਸਕਦੀ। ਸੋ ਇਹ ਪਾੜਾ ਤਾਂ ਹੀ ਖਤਮ ਹੋ ਸਕਦਾ ਹੈ ਜੇ ਰੈਗੂਲੇਸ਼ਨ ਵੀ ਫੈਡਰਲ ਸਰਕਾਰ ਕੋਲੇ ਹੋਵੇ। ਫਿਰ ਫੈਡਰਲ ਸਰਕਾਰ ਨੂੰ ਪਤਾ ਹੈਗਾ ਕਿ ਮੈਂ ਕਿਹੜੇ ਲੋਕਾਂ ਨੂੰ ਚੂਜ਼ ਕਰ ਰਿਹਾ ਤੇ ਉਹਨੂੰ ਕਿਵੇਂ ਮੈਂ ਲਾਇਸੈਂਸ ਕਰਨਾ ਹੈ। ਸੋ ਇਹ ਪਾੜਾ ਹੈ ਜਿਹੜਾ, ਜਾਂ ਤਾਂ ਇਹ ਦੋਵੇਂ ਸਰਕਾਰਾਂ, ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰ, ਰਲ ਕੇ ਪੂਰਾ ਕਰ ਸਕਦੀਆਂ ਨੇ, ਜਾਂ ਫਿਰ ਇਹ ਜਿਹੜੇ ਦੋਵਾਂ ਦੇ ਰਿਸਪੌਂਸਿਬਿਲਿਟੀਜ਼ ਨੂੰ ਇਹਨੂੰ ਕਿਤੇ ਕਾਮਨਲੀ ਸ਼ੇਅਰ ਕੀਤਾ ਜਾ ਸਕੇ। ਅਦਰਵਾਈਜ਼ ਹਰ ਇਲੈਕਸ਼ਨ 'ਚ ਆਪਾਂ ਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਜਿਹੜੇ ਫੋਰਨ ਟ੍ਰੇਨਡ ਪ੍ਰੋਫੈਸ਼ਨਲਸ ਨੇ, ਉਹਨਾਂ ਲਈ ਆਹ ਕਰ ਦੇਣਗੇ, ਪਰ ਉਹ ਸਿਚੁਏਸ਼ਨ ਉੱਥੇ ਦੀ ਉੱਥੇ ਖੜੀ ਰਹਿੰਦੀ। ਬਿਲਕੁਲ ਸਰ, ਮੈਂ ਚਾਹਾਂਗੀ ਕਿਉਂਕਿ ਕਾਲਸ ਹੁਣ ਥੋੜ੍ਹੀਆਂ ਜਿਹੀਆਂ ਹੋਲਡ ਕੀਤੀਆਂ ਹੋਈਆਂ ਨੇ, ਮੈਂ ਇਸ ਤੋਂ ਪਹਿਲਾਂ ਕਿ ਕਾਲਸ ਲਵਾਂ, ਥੋੜ੍ਹੇ ਜਿਹੇ ਦਰਸ਼ਕ ਫੇਸਬੁੱਕ ਤੇ ਵੀ ਸਾਨੂੰ ਕੁਝ ਮੈਸੇजेस ਕਰ ਰਹੇ ਨੇ ਤੇ ਉਹਨਾਂ ਦੇ ਵੀ ਰਿਪਲਾਈ ਕਰ ਲਈਏ। ਸੋ ਇਹ ਲਾਸਟ ਕਾਲ ਲੈ ਰਹੇ ਹਾਂ, ਇਸ ਤੋਂ ਬਾਅਦ ਥੋੜ੍ਹਾ ਜਿਹਾ ਅਸੀਂ ਕਾਲਸ ਕੁਝ ਸਮੇਂ ਲਈ ਹੋਲਡ ਕਰਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਕਿ ਮੇਰੇ ਪੇਰੈਂਟਸ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਹੋਏ ਨੇ, ਕਿ ਉਹ ਕੋਵਿਡ ਕਰਕੇ ਪੱਕੀ ਹੋ ਸਕਦੇ ਇੱਥੇ? ਜੀ ਸਰ, ਕੋਰੋਨਾ ਵਾਇਰਸ ਦੇ ਕਰਕੇ ਕੀ PR ਦੇ ਕੇਸਿਸ ਦੇ ਵਿੱਚ ਕੋਈ ਹੈਲਪ ਹੋ ਸਕਦੀ ਹੈ? ਨਾਟ ਨੈਸੈਸਰੀਲੀ, ਕਿਉਂਕਿ ਤੁਸੀਂ ਮੈਮ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਜੀ ਸਰ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਮੈਂ ਐਕਚੁਅਲੀ ਕੈਲਗਰੀ ਤੋਂ ਬੋਲਦੀ ਹਾਂ। ਮੈਂ ਗੁਰਪ੍ਰੀਤ ਸਰ ਨੂੰ ਪੁੱਛਣਾ ਸੀ ਕਿ ਮੇਰੇ ਹਸਬੈਂਡ ਦੀ ਫਾਈਲ ਲੱਗੀ ਹੋਈ ਹੈ, ਰਾਈਟ? ਉਹਨਾਂ ਦਾ ਬਾਇਓਮੈਟ੍ਰਿਕਸ ਐਵਰੀਥਿੰਗ ਇਜ਼ ਡਨ। ਉਹਨਾਂ ਦੀ ਇੱਕ ਇੰਟਰਵਿਊ ਹੋਈ ਓਵਰ ਦਾ ਫੋਨ ਤੇ ਉਹਨਾਂ ਨੂੰ ਉਸ ਤੋਂ ਬਾਅਦ 21 ਮਾਰਚ ਨੂੰ ਇੱਕ ਲੈਟਰ ਆਈ ਸੀ ਵਿਚ ਇਜ਼ ਪ੍ਰੀ ਅਰਾਈਵਲ ਇਨਵੀਟੇਸ਼ਨ। ਮੇਰਾ ਉਹਨਾਂ ਨੂੰ ਕੁਐਸਚਨ ਹੈ ਵੀ ਇਹ ਇਜ਼ ਲਾਈਕ ਕਾਈਂਡ ਆਫ ਇਹਦੇ ਤੋਂ ਅਸੀਂ ਜੱਜ ਕਰ ਸਕਦੇ ਹਾਂ ਕਿ ਉਹਨਾਂ ਦੀ ਫਾਈਲ ਅਪਰੂਵ ਹੋ ਚੁੱਕੀ ਹੈ ਜਾਂ ਨਹੀਂ, ਤੇ ਜਿਹੜੀਆਂ ਦਿੱਲੀ ਦੇ ਵਿੱਚ ਫਾਈਲਸ ਨੇ ਉਹ ਪ੍ਰੋਸੈਸ ਹੋ ਰਹੀਆਂ ਹਨ ਕਿ ਨਹੀਂ? ਜੀ, ਦਿਸ ਇਜ਼ ਟੂ ਥਿੰਗਸ ਆਈ ਵਾਂਟ ਟੂ ਨੋ। ਬਿਲਕੁਲ ਸਰ, ਆਪਾਂ TV ਸਕਰੀਨ ਤੇ ਆਨਸਰ ਦੇ ਸਕਦੇ ਇਹਨਾਂ ਨੂੰ? ਜੀ ਠੀਕ ਹੈ ਮੈਮ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੇ ਲਾਸਟ ਕਾਲ ਅਸੀਂ ਲੈ ਰਹੇ ਹਾਂ, ਇਸ ਤੋਂ ਬਾਅਦ ਥੋੜੇ ਸਮੇਂ ਲਈ ਕਾਲ ਹੋਲਡ ਕੀਤੀਆਂ ਜਾਣਗੀਆਂ। ਹੈਲੋ, ਸਤਿ ਸ਼੍ਰੀ ਅਕਾਲ ਜੀ ਮੈਮ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਲਾਊਡ ਥੋੜਾ ਜਿਹਾ ਕਰੋਗੇ ਤੁਸੀਂ ਆਵਾਜ਼? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਅਸੀਂ ਟੋਰਾਂਟੋ ਤੋਂ ਹੀ ਬੋਲਦੇ ਹਾਂ। ਹਾਂਜੀ, ਦੱਸੋ। ਮੈਂ ਪੁੱਛਣਾ ਸੀ, ਲਾਈਕ ਸਾਡੇ ਰਿਲੇਟਿਵਸ ਆਏ ਹੋਏ ਸੀਗੇ ਵਿਜ਼ਟਰ ਬੇਸ ਤੇ ਜੀ, ਤੇ ਉਹਨਾਂ ਦਾ ਲਾਈਕ ਵੀਜ਼ਾ ਐਕਸਪਾਇਰ ਹੋਇਆ ਉਹਨਾਂ ਦਾ ਜਨਵਰੀ 'ਚ, ਤੇ ਉਹਨਾਂ ਦੀ ਐਕਸਟੈਂਸ਼ਨ ਅਸੀਂ ਹੁਣ ਪਾਈ ਆ, ਲਾਈਕ ਥੋੜਾ ਜਿਹਾ ਮੈਨੂੰ ਲੱਗਦਾ 10 ਦਿਨ ਲੇਟ ਹੋਇਆ ਆ ਜੀ, ਤੇ ਉਹਨਾਂ ਦੀ LMA ਅਪਲਾਈ ਕੀਤੀ ਹੋਈ ਆ। ਤੇ ਮੈਂ ਪੁੱਛਣਾ ਸੀ ਲਾਈਕ ਜੇ ਉਹਦੇ ਐਕਸਟੈਂਸ਼ਨ ਦੇ ਲਾਈਕ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਐਕਸਟੈਂਸ਼ਨ 'ਚ, ਜਾਂ ਫਿਰ ਜੇ ਉਦੋਂ ਤੱਕ LMI ਆ ਜਾਂਦੀ ਆ ਤਾਂ ਫਿਰ ਵਰਕ ਪਰਮਿਟ ਲਾਈਕ ਮਿਲ ਸਕਦਾ ਉਹਨਾਂ ਨੂੰ, ਲਾਈਕ ਉਹਨਾਂ ਦਾ ਸਟੇਟਸ
ਜੀ ਸਰ ਤੁਹਾਨੂੰ ਕੁਐਸਚਨ ਸਮਝ ਆ ਗਿਆ ਜਾਂ ਮੈਂ ਦੁਬਾਰਾ ਰਿਪੀਟ ਕਰਾਂ? ਜੀ ਜੀ ਮੈਮ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਹੁਣ ਕੁਝ ਸਮੇਂ ਲਈ ਅਸੀਂ ਲਾਈਨਸ ਜਿਹੜੀਆਂ ਹੋਲਡ ਕਰ ਰਹੇ ਹਾਂ ਦੁਬਾਰਾ। ਸਰ ਪਹਿਲਾਂ ਗੱਲ ਕਰੀਏ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੇ ਪੇਰੈਂਟਸ ਇਸ ਵਕਤ ਇੱਥੇ ਨੇ ਤੇ ਕਰੋਨਾ ਵਾਇਰਸ ਕਰਕੇ ਉਹਨਾਂ ਨੂੰ ਕੀ ਪੀਆਰ ਮਿਲ ਸਕਦੀ ਹੈ? ਜੀ ਤਰਨ ਜਿਹੜੀ ਪੀਆਰ ਹੈ ਹਿਊਮੈਨਿਟੇਰੀਅਨ ਕੰਪੈਸ਼ਨ ਤੇ ਉਹ ਤੁਹਾਡੀਆਂ ਖਾਸ ਸਰਕਮਸਟੈਂਸਿਸ ਹੋਣੀਆਂ ਚਾਹੀਦੀਆਂ ਨੇ। ਹੁਣ ਜਿਹੜੀ ਕੋਵਿਡ ਸਿਚੁਏਸ਼ਨ ਹੈ ਇਹ ਸਭ ਲਈ ਇੱਕੋ ਬਰਾਬਰ ਹੈਗੀ ਹੈ, ਇਹ ਕਿਸੇ ਲਈ ਖਾਸ ਸਿਚੁਏਸ਼ਨ ਤਾਂ ਨਹੀਂ ਹੈਗੀ ਹੈ। ਸੋ ਜੇ ਆਪਾਂ ਇਹ ਗੱਲ ਕਹਿ ਕੇ ਐਪਲੀਕੇਸ਼ਨ ਕਰਦੇ ਹਾਂ ਕਿ ਕੋਵਿਡ ਸਿਚੁਏਸ਼ਨ ਕਰਕੇ ਐਕਸਟਰਾ ਆਰਡੀਨਰੀ ਸਿਚੁਏਸ਼ਨ ਹੈ ਤਾਂ ਉਹ ਮੰਨਣਯੋਗ ਨਹੀਂ ਹੋਊਗਾ। ਸੋ ਕੋਵਿਡ ਸਿਚੁਏਸ਼ਨ ਕਰਕੇ ਤਾਂ ਉਹਨਾਂ ਨੂੰ ਕੰਪੈਸ਼ਨ ਦੇ ਤਰੀਕੇ ਨਾਲ ਨਹੀਂ ਦੇਖਿਆ ਜਾਊਗਾ ਜੀ। ਤੇ ਦੂਜੀ, ਜੇ ਉਹਨਾਂ ਦੀ ਉਮਰ ਜ਼ਿਆਦਾ ਹੈਗੀ ਆ 60 ਤੋਂ ਅਬਵ ਨੇ, ਉਹਨਾਂ ਦਾ ਫੈਮਿਲੀ ਬਹੁਤਾ ਕੈਨੇਡਾ ਦੇ ਵਿੱਚ ਹੈਗਾ, ਜਿਹੜਾ ਬੈਲੈਂਸ ਆਫ ਫੈਮਿਲੀ ਹੈ, ਇਹਦੇ ਨਾਲ ਨਾਲ ਉਹਨਾਂ ਦੇ ਇੱਥੇ ਪੋਤੇ ਪੋਤੀਆਂ ਜਾਂ ਦੋਤੇ ਦੋਤੀਆਂ ਹੈਗੀਆਂ ਨੇ, ਹਾਂਜੀ ਉਹ ਇੱਕ ਐਂਗਲ ਤੋਂ ਉਹਨਾਂ ਦਾ ਕੇਸ ਹੈ ਜਿਹੜਾ ਉਹ ਦੇਖਿਆ ਜਾ ਸਕਦਾ ਹੈ, ਪਰ ਓਨਲੀ ਬੇਸਡ ਔਨ ਕੋਵਿਡ ਸਿਚੁਏਸ਼ਨ ਉਹ ਸਹੀ ਨਹੀਂ ਹੋਊਗਾ। ਤੇ ਦੂਜੇ ਜਿਹੜੇ ਕਾਲਰ ਸੀ ਜੀ, ਉਹਨਾਂ ਨੇ ਆਖਿਆ ਸੀ ਕਿ ਹਸਬੈਂਡ ਦੀ ਫੋਨ ਤੇ ਇੰਟਰਵਿਊ ਹੋਈ ਕਿ ਮਾਰਚ ਨੂੰ, ਤੇ ਉਹ ਤੋਂ ਬਾਅਦ ਉਹਨਾਂ ਨੂੰ ਪ੍ਰੀ ਅਰਾਈਵਲ ਸਰਵਿਸਿਜ਼ ਲਈ ਚਿੱਠੀ ਆ ਗਈ ਹੈਗੀ ਆ, ਤੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇਹ ਇਸ਼ਾਰਾ ਹੈਗਾ ਕਿ ਉਹਨਾਂ ਦਾ ਕੇਸ ਮਨਜ਼ੂਰ ਹੋ ਗਿਆ। ਹਾਂਜੀ, ਕੁਛ ਹੱਦ ਤੱਕ ਹਾਂਜੀ ਇਹ ਇਸ਼ਾਰਾ ਹੈਗਾ ਕਿ ਉਹਨਾਂ ਦਾ ਕੇਸ ਹੈ ਜਿਹੜਾ ਉਹ ਮਨਜ਼ੂਰ ਹੋ ਗਿਆ ਹੋਇਆ ਹੈ, ਪ੍ਰੋਵਾਈਡਡ ਕਿ ਉਹ ਸਟੈਚੂਟਰੀ ਰਿਕੁਆਇਰਮੈਂਟਸ ਨੇ ਜਿਹੜੀਆਂ ਉਹ ਆਪਦੀਆਂ ਪੂਰੀਆਂ ਕਰਦੇ ਹੋਣ। ਉਹ ਸਟੈਚੂਟਰੀ ਰਿਕੁਆਇਰਮੈਂਟਸ ਨੇ ਪੁਲਿਸ ਕਲੀਅਰੈਂਸ ਹੈਗੀ ਹੈ ਤੇ ਮੈਡੀਕਲ ਐਗਜ਼ਾਮੀਨੇਸ਼ਨ ਹੈਗਾ। ਸੋ ਇੰਟਰਵਿਊ ਤੇ ਤਾਂ ਇਹ ਪੱਕਾ ਹੋ ਗਿਆ ਕਿ ਜੇ ਪ੍ਰੀ ਅਰਾਈਵਲ ਸਰਵਿਸਿਜ਼ ਆ ਗਈਆਂ ਤੇ ਕਿਸ ਹੱਦ ਤੱਕ ਇਹ ਸੈਟਿਸਫਾਈਡ ਹੈ ਕਿ ਆਫਿਸਰ ਨੇ ਮੰਨ ਲਿਆ ਕਿ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਨਹੀਂ ਤੇ ਵਿਆਹ ਜੈਨੂਇਨ ਹੈਗਾ। ਹੁਣ ਦੂਜੇ ਪਾਸੇ ਜਿੰਨਾ ਉਹਨਾਂ ਦਾ ਮੈਡੀਕਲ ਬਚਦਾ ਹੈਗਾ ਪਿੱਛੇ, ਜਦੋਂ ਵੀ ਉਹਨਾਂ ਦਾ ਮੈਡੀਕਲ ਹੋਇਆ ਸੀ, ਤਾਂ ਜਿੰਨਾ ਸਮਾਂ ਬਚਦਾ ਉਨੇ ਸਮੇਂ ਦਾ ਹੀ ਉਹਨਾਂ ਨੂੰ ਵੀਜ਼ਾ ਦਿੱਤਾ ਜਾ ਸਕਦਾ, ਕੋਈ 1 ਸਾਲ ਲਈ ਵੈਲਿਡ ਹੁੰਦਾ ਹੈਗਾ। ਤੇ ਦੂਜੀ ਇੱਥੇ ਇੱਕ ਹੋਰ ਸਰਕਮਸਟੈਂਸਿਸ ਜਿਹੜੀਆਂ ਉਹਨਾਂ ਦੇ ਕੇਸ ਦੇ ਉੱਤੇ ਲਾਗੂ ਹੁੰਦੀਆਂ ਨੇ, ਉਹ ਹੈਗੀਆਂ ਨੇ ਟਰੈਵਲ ਰਿਸਟ੍ਰਿਕਸ਼ਨਸ, ਕਿਉਂਕਿ ਆਪਾਂ ਨੂੰ ਪਤਾ ਕੈਨੇਡਾ ਦੇ ਵਿੱਚੋਂ ਟਰੈਵਲ ਰਿਸਟ੍ਰਿਕਸ਼ਨਸ ਨੇ ਉਹ 30 ਜੂਨ ਤੱਕ ਲਾਗੂ ਰਹਿਣਗੀਆਂ। ਜਿਹੜੇ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ 16 ਮਾਰਚ ਤੋਂ ਪਹਿਲਾਂ ਦਾ ਮਿਲਿਆ, ਸਿਰਫ ਉਹੀ ਆ ਸਕਣਗੇ ਜੀ। ਸੋ ਜਿਹੜੇ ਲੋਕਾਂ ਨੂੰ ਉਹ ਤੋਂ ਬਾਅਦ ਤਾਂ ਵੀਜ਼ਾ ਇਸ਼ੂ ਨਹੀਂ ਹੋਏਗਾ ਕਿਉਂਕਿ ਟਰੈਵਲ ਰਿਸਟ੍ਰਿਕਸ਼ਨਸ ਨੇ ਉਹ ਆ ਹੀ ਨਹੀਂ ਸਕਦੇ ਹੈਗੇ। ਸੋ ਜੇ ਤਾਂ ਉਹਨਾਂ ਦਾ ਮੈਡੀਕਲ ਹੈਗਾ ਉਹ 30 ਜੂਨ ਤੋਂ ਬਾਅਦ ਵੀ ਵੈਲਿਡ ਹੈਗਾ 1 ਸਾਲ ਦਾ, ਤਾਂ ਫਿਰ ਉਹ ਤੋਂ ਬਾਅਦ ਜੇ 30 ਜੂਨ ਨੂੰ ਟਰੈਵਲ ਰਿਸਟ੍ਰਿਕਸ਼ਨਸ ਹਟ ਜਾਂਦੀਆਂ ਨੇ ਤਾਂ ਉਹ ਤੋਂ ਬਾਅਦ ਵੀਜ਼ਾ ਇਸ਼ੂ ਹੋ ਸਕਦਾ ਹੈ। ਪਰ ਜੇ ਉਹਨਾਂ ਦਾ ਮੈਡੀਕਲ ਉਹ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ ਜਾਂ ਪੁਲਿਸ ਕਲੀਅਰੈਂਸ ਨੂੰ 6 ਮਹੀਨੇ ਤੋਂ ਵੱਧ ਹੋ ਚੁੱਕੇ ਨੇ, ਤਾਂ ਉਹ ਦੋਵੇਂ ਚੀਜ਼ਾਂ ਉਹਨਾਂ ਦੀਆਂ ਫਿਰ ਤੋਂ ਹੋਣਗੀਆਂ ਤੇ ਫਿਰ ਤੋਂ ਬਾਅਦ ਉਹ ਤੋਂ ਬਾਅਦ ਉਹਨਾਂ ਦੇ ਕੇਸ ਦੇ ਉੱਤੇ ਜਿਹੜਾ ਡਿਸੀਜਨ ਕੀਤਾ ਜਾਊਗਾ। ਸੋ ਉਹ ਡਿਪੈਂਡ ਕਰੂਗਾ ਕਿ ਉਹਨਾਂ ਦਾ ਮੈਡੀਕਲ ਕਿੰਨਾ ਚਿਰ ਵੈਲਿਡ ਹੈ, ਮਤਲਬ 1 ਸਾਲ ਹੋਇਆ ਕਿ ਨਹੀਂ ਹੋਇਆ, ਪੁਲਿਸ ਕਲੀਅਰੈਂਸ ਕਿੰਨਾ ਚਿਰ ਵੈਲਿਡ ਹੈ, 6 ਮਹੀਨੇ ਹੋਏ ਨੇ ਕਿ ਨਹੀਂ ਹੋਏ। ਹਾਂਜੀ, ਪਰ ਉਹ ਇੱਕ ਹੱਦ ਤੱਕ ਖੁਸ਼ੀ ਮਹਿਸੂਸ ਕਰ ਸਕਦੇ ਨੇ ਕਿ ਹਾਂਜੀ ਉਹਨਾਂ ਦਾ ਇੰਟਰਵਿਊ ਹੈ ਜ਼ਰੂਰ ਪਾਸ ਹੋ ਗਿਆ ਹੋਇਆ, ਤਾਂ ਹੀ ਉਹਨਾਂ ਨੂੰ ਪ੍ਰੀ ਬਿਲਕੁਲ ਇੱਕ ਦਰਸ਼ਕ ਹੋ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ? ਮੈਂ ਜਰਮਨੀ ਤੋਂ ਬੋਲਦਾ ਜੀ। ਹਾਂਜੀ ਦੱਸੋ ਕੀ ਕੁਐਸਚਨ ਹੈ ਸਰ ਤੁਹਾਡਾ? ਹਾਂਜੀ, ਇਮੀਗ੍ਰੇਸ਼ਨ ਬਾਰੇ ਪੁੱਛਣਾ ਜੀ। ਸਾਡੇ ਕੋਲ ਅਸੀਂ ਮਤਲਬ ਫੈਮਿਲੀ 'ਚ 4 ਜਾਣੇ ਆ, 2 ਬੇਟੇ ਨੇ, ਵਾਈਫ ਤੇ ਮੈਂ, ਤੇ ਅਸੀਂ ਮੂਵ ਹੋਣਾ ਚਾਹੁੰਦੇ ਆ ਮਤਲਬ ਕੈਨੇਡਾ 'ਚ, ਤੇ ਸਾਡੇ ਕੋਲ ਸਿਟੀਜ਼ਨ ਹੈਗੀ ਆ ਸਾਰਿਆਂ ਕੋਲ ਇੱਥੇ ਜਰਮਨ ਦੀ। ਮੇਰੀ ਵਾਈਫ ਦੀ ਨਰਸਿੰਗ ਕੀਤੀ ਹੋਈ ਹੈ ਜੀ, ਉਹਦੇ ਲਈ ਪੁੱਛਣਾ ਸੀ ਕੀ ਪੋਸੀਬਲ ਹੈ ਕੁਝ? ਜੀ ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਤੋਂ? ਹਾਂਜੀ, ਇਹ ਤਾਂ ਬਹੁਤ ਸਾਰੀਆਂ ਸਰਕਮਸਟੈਂਸਿਸ ਹੋਣਗੀਆਂ ਤਰਨ। ਉਹ ਏਜ ਕਿੰਨੀ ਹੈ ਜੀ ਉਹਨਾਂ ਦੀ ਅੰਗਰੇਜ਼ੀ ਕਿੰਨੀ ਹੈ? ਤੁਸੀਂ ਡਿਟੇਲ ਦੇ ਵਿੱਚ, ਕਿਉਂਕਿ ਕਾਫੀ ਕੁਝ ਇਹਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨੀ ਪੈਣੀ ਹੈ, ਤੁਸੀਂ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਲੈਣੀ ਹੈ ਨਾ, ਤੁਸੀਂ CWC ਇਮੀਗ੍ਰੇਸ਼ਨ ਦੇ ਆਫਿਸ ਵਿੱਚ ਕਾਲ ਕਰ ਲਿਓ, ਕਿਉਂਕਿ ਕਾਫੀ ਇਹਦੇ ਬਾਰੇ ਜਾਣਕਾਰੀ ਲੈ ਕੇ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹੈ। ਸੋ ਕਿਉਂਕਿ ਇਸ ਵਕਤ ਬਹੁਤ ਸਾਰੇ ਦਰਸ਼ਕ ਔਨ ਹੋਲਡ ਨੇ, ਅਸੀਂ ਉਹਨਾਂ ਦੇ ਵੀ ਨਾਲ ਸਵਾਲਾਂ ਦੇ ਜਵਾਬ ਦੇਣੇ ਆ। ਸੋ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮਿਸਟਰ ਖਹਿਰਾ ਨੂੰ ਗ੍ਰੀਨ ਬਾਕਸ ਵਿੱਚ ਨੰਬਰ ਲਿਖਿਆ ਹੋਇਆ, ਤੁਸੀਂ ਉੱਥੇ ਕਾਲ ਕਰਕੇ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ ਸਰ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਟੋਰਾਂਟੋ ਤੋਂ ਬੋਲ ਰਹੀ। ਹਾਂਜੀ ਦੱਸੋ ਕੀ ਸਵਾਲ ਹੈ ਤੁਹਾਡਾ? ਹਾਂਜੀ, ਖਹਿਰਾ ਸਾਹਿਬ ਮੈਂ ਪੁੱਛਣਾ ਸੀਗਾ, ਮੇਰਾ ਨਾ ਜਿਵੇਂ ਮੇਰਾ ਪਹਿਲਾਂ ਮੈਂ ਵਿਜ਼ਟਰ ਆਇਆ ਸੀਗਾ, ਉਸ ਤੋਂ ਬਾਅਦ ਮੈਂ ਇੱਥੇ ਮੈਰਿਜ ਕਰਾ ਲਈ ਸੀਗੀ ਜੀ। ਉਸ ਤੋਂ ਬਾਅਦ ਮੈਂ ਓਪਨ ਵਰਕ ਪਰਮਿਟ ਲਾਇਆ ਸੀ, ਆਪਣਾ ਡਿਪੈਂਡੈਂਟ ਸਪਾਊਸ ਡਿਪੈਂਡੈਂਟ ਓਪਨ ਵਰਕ ਪਰਮਿਟ। ਉਹ ਅਪਰੂਵਲ ਤਾਂ ਆ ਗਈ ਸੀ ਮੇਰੀ। ਓਕੇ। ਉਸ ਤੋਂ ਬਾਅਦ ਐਡਰੈਸ ਦਾ ਚੱਕਰ ਪੈ ਗਿਆ ਸੀਗਾ, ਵੀ ਜਿਹੜਾ ਮੈਂ ਐਡਰੈਸ ਦਿੱਤਾ ਸੀਗਾ ਉਹ ਤੋਂ ਚੇਂਜ ਹੋ ਗਿਆ ਸੀ। ਓਕੇ।
ਉਸ ਤੋਂ ਬਾਅਦ ਮੈਂ ਈਮੇਲ ਕੀਤੀ ਸੀਗੀ ਕਿਉਂਕਿ 6 ਵੀਕਸ ਤਾਂ ਕਰ ਨਹੀਂ ਸਕਦੇ ਸੀ, ਉਹਨੇ ਐਂਟਰ ਲਿਖਿਆ ਸੀਗਾ। ਉਸ ਤੋਂ ਬਾਅਦ ਮੈਂ ਈਮੇਲ ਕੀਤੀ, ਉਸ ਤੋਂ ਬਾਅਦ ਮੈਂ ਨਹੀਂ ਈਮੇਲ ਦਾ ਨਹੀਂ ਕੋਈ ਜਵਾਬ ਆਇਆ ਜੀ। ਉਸ ਤੋਂ ਬਾਅਦ ਮੈਂ ਵੈਰੀਫਿਕੇਸ਼ਨ ਮੈਂ ਭੇਜੀ ਸੀਗੀ ਈਮੇਲ ਵੈਰੀਫਿਕੇਸ਼ਨ, ਉਹ ਮਹੀਨਾ ਹੋ ਗਿਆ ਜੀ, ਉਹਦਾ ਕੁਝ ਹੋਇਆ ਨਹੀਂ ਵੀ ਮੈਂ ਕੋਈ ਸੈਮੀਨਾਰ ਮਿਲ ਸਕਦਾ ਜਾਂ ਮੈਂ ਕੰਮ ਕਰ ਸਕਦਾ ਵੀ ਮੇਰੇ ਕੋਲ ਅਪਰੂਵਲ ਲੈਟਰ ਹੈਗੀ ਹੈ ਜੀ। ਓਕੇ, ਇਹਨਾਂ ਨੂੰ ਆਖਿਓ ਕਾਲ ਨਾ ਬੰਦ ਕਰਨ ਜੀ, ਇਹਨਾਂ ਨੂੰ ਸਵਾਲ ਮੇਰਾ ਪੁੱਛੋ। ਪਹਿਲਾ ਸਟੇਟਸ ਰਜਿਸਟਰ ਸੀਗਾ। ਸਰ ਕੀ ਪੁੱਛਣਾ ਚਾਹੁੰਦੇ ਹਾਂ ਅਸੀਂ ਇਹਨਾਂ ਤੋਂ? ਕੀ ਤੁਹਾਨੂੰ ਈਮੇਲ ਆ ਚੁੱਕਿਆ ਹੈਗਾ ਜਿਹੜਾ ਦੱਸਦਾ ਹੈ ਕਿ ਤੁਸੀਂ ਕੰਮ, ਤੁਹਾਡਾ ਵਰਕ ਪਰਮਿਟ ਹਾਂਜੀ ਜਿਹੜਾ ਸਰ। ਪਾਸ ਹੋ ਚੁੱਕਿਆ ਸਰ ਤੁਹਾਡਾ ਤੁਹਾਨੂੰ ਕੋਈ ਕੇਸ? ਈਮੇਲ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਤੁਹਾਡਾ ਵਰਕ ਪਰਮਿਟ ਦਾ ਜਿਹੜਾ ਕੇਸ ਹੈ ਉਹ ਪਾਸ ਹੋ ਗਿਆ? ਹਾਂਜੀ, ਅਪਰੂਵਲ ਲੈਟਰ ਹੈਗੀ, ਉਹਦੇ ਵਿੱਚ ਲਿਖਿਆ ਵੀ ਇੰਨੀ ਤਰੀਕ ਤਾਈਂ ਹੋਊਗਾ ਤੁਹਾਡਾ ਵਰਕ ਪਰਮਿਟ, ਇੰਨੀ ਤਰੀਕ ਤੋਂ ਲੈ ਕੇ ਹਾਂਜੀ, ਇੰਨੀ ਸੋ ਤਰੀਕ ਤੁਸੀਂ ਤਾਈਂ ਬਿਲਕੁਲ ਕੰਮ ਕਰ Okay. ਸਕਦੇ ਹੋ ਜੇ ਤੁਹਾਨੂੰ ਈਮੇਲ, ਹਾਂਜੀ, ਜੇ ਤੁਹਾਨੂੰ ਅਪਰੂਵਲ ਦੀ ਤੁਹਾਡਾ ਕੇਸ ਪਾਸ ਹੋਣ ਦੀ ਜੀ ਜੀ ਈਮੇਲ ਆ ਸਰ, ਤੁਸੀਂ ਚੁੱਕੀ ਹੈ। ਟੀਵੀ ਤੁਸੀਂ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ, ਇਹਨਾਂ ਦਾ ਹੀ ਰਿਪਲਾਈ ਕਰ ਦਈਏ। ਹਾਂਜੀ, ਬਿਲਕੁਲ ਕੰਮ ਕਰ ਸਕਦੇ ਹੋ ਕਿਉਂਕਿ ਤੁਹਾਡਾ ਕੇਸ ਅਪਰੂਵ ਹੋ ਚੁੱਕਿਆ ਹੈ। ਇਹਨਾਂ ਦਾ ਸਵਾਲ ਇਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਨੂੰ ਜਿਹੜਾ ਫਿਜ਼ੀਕਲ ਡਾਕੂਮੈਂਟ ਹੈ ਉਹ ਨਹੀਂ ਆਇਆ ਹੈਗਾ, ਕਿ ਫਿਜ਼ੀਕਲ ਡਾਕੂਮੈਂਟ ਇਹਨਾਂ ਨੂੰ ਕਿਸ ਪਰਪਸ ਲਈ ਚਾਹੀਦਾ ਹੈ ਉਹ ਆਪਾਂ ਨੂੰ ਪਤਾ ਨਹੀਂ ਹੈਗਾ। ਫਿਜ਼ੀਕਲ ਡਾਕੂਮੈਂਟ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ। ਤੇ ਦੂਜੀ ਗੱਲ, ਉਹਨਾਂ ਨੇ ਕਿਹਾ ਮੈਂ ਵੈਰੀਫਿਕੇਸ਼ਨ ਈਮੇਲ ਪਾਈ ਹੈ, ਸੋ ਵੈਰੀਫਿਕੇਸ਼ਨ ਈਮੇਲ ਨਹੀਂ ਹੁੰਦਾ ਹੈਗਾ ਤਰਨ। ਵੈਰੀਫਿਕੇਸ਼ਨ ਆਫ ਸਟੇਟਸ ਹੈ ਜਿਹੜਾ ਉਹ ਡਾਕੂਮੈਂਟ ਹੁੰਦਾ ਹੈਗਾ, ਉਹਦੇ ਲਈ ਇੱਕ ਵੱਖਰੇ ਤੌਰ ਤੇ ਅਰਜ਼ੀ ਕਰਨੀ ਪੈਂਦੀ ਹੈ, ਉਹਦੀ ਐਪਲੀਕੇਸ਼ਨ ਫੀ ਹੁੰਦੀ ਹੈ, ਫਿਰ ਤੁਸੀਂ ਐਪਲੀਕੇਸ਼ਨ ਕਰਦੇ ਹੋ, ਉਹਨੂੰ ਕਹਿੰਦੇ ਨੇ ਵੈਰੀਫਿਕੇਸ਼ਨ ਆਫ ਸਟੇਟਸ ਡਾਕੂਮੈਂਟ। ਸੋ ਜਿਹੜਾ ਡਾਕੂਮੈਂਟ, ਜਿਹੜਾ ਵੀ ਤੁਹਾਡਾ ਸਟੇਟਸ ਹੋਵੇ, ਉਹ ਜਿਹਾ ਇੱਕ ਨਵਾਂ ਕਾਗਜ਼ ਛਪ ਕੇ ਤੁਹਾਡੇ ਕੋਲੇ ਆ ਜਾਂਦਾ ਹੈਗਾ। ਸੋ ਉਹ ਈਮੇਲ ਤੇ ਨਹੀਂ ਹੋ ਸਕਦਾ ਜਿਹੜਾ ਵੈਰੀਫਿਕੇਸ਼ਨ ਆਫ ਸਟੇਟਸ ਹੈ, ਉਹਦੇ ਲਈ ਤੁਹਾਨੂੰ ਇੱਕ ਵੱਖਰੇ ਤੌਰ ਤੇ ਐਪਲੀਕੇਸ਼ਨ ਕਰਨੀ ਪੈਂਦੀ ਹੈ, ਜਿਹਨੂੰ ਆਖਿਆ ਜਾਂਦਾ ਵੈਰੀਫਿਕੇਸ਼ਨ ਆਫ ਸਟੇਟਸ ਐਪਲੀਕੇਸ਼ਨ। ਜੀ। ਤੇ ਸਰ ਇੱਕ ਸਰ ਨੇ ਹੋਰ ਪੁੱਛਿਆ ਸੀ, ਮੈਂ ਉਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਨੇ LMI ਲਈ ਅਪਲਾਈ ਕੀਤਾ ਹੋਇਆ ਸੀ ਤੇ ਐਕਸਟੈਂਸ਼ਨ ਉਹਨਾਂ ਨੇ ਲਈ ਸੀ ਦੁਬਾਰਾ, ਤੇ ਉਹਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਸੀ ਕਿ ਉਹਨਾਂ ਦੀ ਐਕਸਟੈਂਸ਼ਨ ਵੀ ਜਿਹੜੀ ਹੈ ਲਗਭਗ ਖਤਮ ਹੋਣ ਵਾਲੀ ਹੈ ਤੇ ਕੀ ਕੀਤਾ ਜਾਵੇ। ਜੀ, ਤਰਨ ਉਹਨਾਂ ਨੇ ਸਭ ਤੋਂ ਪਹਿਲਾਂ ਆਖਿਆ ਸੀ ਕਿ 5 ਜਾਂ 7 ਦਿਨ ਉਹਨਾਂ ਦੇ ਸਟੇਟਸ ਤੇ ਉੱਪਰ ਹੋ ਓਵਰ ਚੁੱਕੇ ਚਲੇ ਨੇ। ਗਏ। ਹਾਂਜੀ ਹਾਂ, ਬਹੁਤ ਜ਼ਰੂਰੀ ਹੈ ਜੀ, ਉਹਨਾਂ ਨੇ ਐਕਸਟੈਂਸ਼ਨ ਲਈ ਐਪਲੀਕੇਸ਼ਨ ਕੀਤੀ ਹੈ ਜਾਂ ਰੈਸਟੋਰੇਸ਼ਨ ਆਫ ਸਟੇਟਸ ਲਈ ਐਪਲੀਕੇਸ਼ਨ ਕੀਤੀ ਹੈ। ਜੇ ਤਾਂ ਉਹਨਾਂ ਨੇ ਦਿਨ ਜ਼ਿਆਦਾ ਲੰਘ ਗਏ ਸੀ ਤੇ ਐਕਸਟੈਂਸ਼ਨ ਲਈ ਐਪਲੀਕੇਸ਼ਨ ਕੀਤੀ, ਓਕੇ, ਐਪਲੀਕੇਸ਼ਨ ਆ ਰਿਫਿਊਜ਼ ਹੋ ਜਾਣੀ ਹੈਗੀ ਹੈ। ਤੇ ਜੇ ਉਹਨਾਂ ਨੇ ਰੈਸਟੋਰੇਸ਼ਨ ਆਫ ਸਟੇਟਸ ਲਈ ਐਪਲੀਕੇਸ਼ਨ ਕੀਤੀ ਹੈ, ਹਾਂਜੀ, ਉਹ ਕੇਸ ਹੈ ਜਿਹੜਾ ਉਹ ਜੇ COVID-19 ਕਰਕੇ ਹੁਣ ਰੈਸਟੋਰੇਸ਼ਨ ਦੇ ਵਿੱਚ ਕੋਈ ਮੁੱਦੇ ਨਹੀਂ ਆਉਂਦੇ, ਸਰਕਾਰ ਨੇ ਖੁਦ ਆਖਿਆ ਤੇ ਕੇਸ ਮਨਜ਼ੂਰ ਹੋ ਜਾਂਦੇ ਨੇ। ਪਰ ਜੇ ਉਹਨਾਂ ਨੇ LMI ਅਪਲਾਈ ਕੀਤੀ ਹੈ ਤੇ ਜਦੋਂ ਤੱਕ ਉਹਨਾਂ ਦਾ ਸਟੇਟਸ ਨਹੀਂ ਆਉਂਦਾ, ਉਦੋਂ ਤੱਕ ਉਹ ਬਾਰਡਰ ਤੇ ਜਾ ਕੇ ਆਪਦਾ ਵਰਕ ਪਰਮਿਟ ਲਈ ਐਪਲੀਕੇਸ਼ਨ ਨਹੀਂ ਕਰ ਸਕਣਗੇ, ਕਿਉਂਕਿ ਆਪਾਂ ਨੂੰ ਨਹੀਂ ਪਤਾ ਬਾਰਡਰ ਨੇ ਕਦੋਂ ਖੁੱਲਣਾ। ਸੋ ਮੰਨ ਲਓ ਉਹਨਾਂ ਦਾ ਛੇਤੀ ਦੇ ਕੇ ਆ ਜਾਂਦਾ ਹੈਗਾ ਜਿਹੜਾ ਵਰਕ ਪਰਮਿਟ ਦਾ ਅਪਰੂਵਲ ਹੈ, ਉਧਰੋਂ ਬਾਰਡਰ ਨਾ ਖੁੱਲਿਆ ਤੇ ਉਦੋਂ ਤੱਕ ਉਹ ਨਹੀਂ ਜਾ ਸਕਦੇ ਹੈਗੇ ਉੱਥੇ। ਉਹ ਸਿਮਿਲਰ ਕਾਈਂਡ ਆਫ ਸਿਚੁਏਸ਼ਨ ਹੈ ਜਿਹੜੀ ਆਪਾਂ ਸਭ ਤੋਂ ਪਹਿਲਾਂ ਕਾਲਰ ਨਾਲ ਡਿਸਕਸ ਕੀਤੀ ਸੀ। ਬਿਲਕੁਲ ਜੀ। ਸਰ ਹੁਣ ਕਾਫੀ ਕਾਲਰਸ ਜਿਹੜੇ ਸਾਡੇ ਲਾਈਨਸ ਤੇ ਜੁੜੇ ਹੋਏ ਨੇ ਕਿ ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਈਏ, ਕਿਉਂਕਿ ਲਾਈਨਸ ਜਿਹੜੀਆਂ ਨੇ ਇਸ ਵਕਤ ਸਾਡੀਆਂ ਸਾਰੀਆਂ ਫੁੱਲ ਚੱਲ ਰਹੀਆਂ ਨੇ। ਅਸੀਂ ਕਾਲਸ ਲੈਣੀਆਂ ਸ਼ੁਰੂ ਕਰ ਰਹੇ ਹਾਂ ਦੁਬਾਰਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਮ, ਮੈਂ 2 ਮਿੰਟ ਪਹਿਲਾਂ ਹੀ ਕਾਲ ਕੀਤੀ ਸੀ, ਮੇਰਾ ਰਿਪਲਾਈ ਨਹੀਂ ਦਿੱਤਾ ਸੀ ਸਰ ਨੇ। ਕੀ ਸੀ ਮੈਮ ਤੁਹਾਡਾ ਕੁਐਸਚਨ? ਮੇਰਾ ਸਵਾਲ ਸੀਗਾ ਕਿ ਮੇਰੇ ਰਿਲੇਟਿਵਸ ਆਏ ਹੋਏ ਆ ਇੱਥੇ ਤੇ ਉਹਨਾਂ ਦਾ ਲਾਈਕ ਵਿਜ਼ਿਟਰ ਬੇਸ ਤੇ ਆਏ ਹੋਏ ਆ ਤੇ ਉਹਨਾਂ ਨੇ ਹੁਣ ਐਕਸਟੈਂਸ਼ਨ ਪਾਈ ਹੈ ਤੇ ਐਕਸਟੈਂਸ਼ਨ ਹਾਂਜੀ, ਹੁਣੇ ਜਵਾਬ ਦਿੱਤਾ ਹੈਗਾ ਜੀ ਮੈਮ। ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਆਨਸਰ ਦਿੱਤਾ ਜਾ ਚੁੱਕਿਆ ਹੈ। ਤੁਸੀਂ ਫੇਸਬੁੱਕ ਤੇ ਪ੍ਰੋਗਰਾਮ ਨੂੰ ਬੈਕ ਸਕਰੋਲ ਕਰਕੇ ਵੇਖ ਲਿਓ, ਉੱਥੇ ਆਲਰੇਡੀ ਆਨਸਰ ਦਿੱਤਾ ਹੋਇਆ, ਤੁਸੀਂ ਉਹਨੂੰ ਸੁਣ ਸਕਦੇ ਹੋ। ਕਾਲ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੱਸੋ ਮੈਮ, ਕੀ ਪੁੱਛਣਾ ਚਾਹੁੰਦੇ ਹੋ? ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਪਲੀਜ਼ ਥੋੜਾ ਜਿਹਾ ਉੱਚੀ ਬੋਲੋਗੇ। ਮੇਰੀ ਪੀਆਰ ਫਾਈਲ ਆਈ ਹੋਈ ਸੀ, ਮੇਰਾ ਮੈਡੀਕਲ ਹੋਏ ਨੂੰ 3 ਮਹੀਨੇ ਹੋ ਗਏ ਤੇ ਮੈਨੂੰ ਕੋਈ ਇਮੀਗ੍ਰੇਸ਼ਨ ਵੱਲੋਂ ਕੋਈ ਈਮੇਲ ਨਹੀਂ ਆਈ। ਹੁਣ ਸਾਨੂੰ ਕੀ ਕਰਨਾ ਚਾਹੀਦਾ? ਸਰ ਮੈਨੂੰ ਲੱਗਦਾ ਤੁਹਾਡਾ ਜੀ ਪੇਰੈਂਟਸ ਦਾ ਕੇਸ ਹੈ, ਪੇਰੈਂਟਸ ਦਾ। ਹਾਂਜੀ ਹਾਂਜੀ ਜੀ ਸਰ, ਪੇਰੈਂਟਸ ਦਾ ਇਹਨਾਂ ਦਾ ਪੀਆਰ ਦਾ ਫਾਈਲ ਲਗਾਈ ਹੋਈ ਹੈ ਤੇ ਆਪਾਂ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਕਰ ਸਕਦੇ ਹਾਂ। ਹਾਂਜੀ, ਸੋ ਇਹਨਾਂ ਦਾ ਕੇਸ ਨਵੀਂ ਦਿੱਲੀ ਦੇ ਵਿੱਚ ਹੈ ਜਾਂ ਇਹਨਾਂ ਦਾ ਕੇਸ ਨੋਵਾ ਸਕੋਸ਼ੀਆ ਦੇ ਵਿੱਚ ਹੈ ਜਾਂ ਆਟਵਾ ਦੇ ਵਿੱਚ? ਤੁਹਾਡਾ ਕੇਸ ਜਿਹੜਾ ਕਿੱਥੇ ਹੈ ਇਸ ਵਕਤ? ਨਵੀਂ ਦਿੱਲੀ, ਆਟਵਾ ਜਾਂ ਨੋਵਾ ਸਕੋਸ਼ੀਆ? ਨਹੀਂ ਜੀ, ਇੱਥੇ ਕੈਨੇਡਾ ਤੇ ਲਾਇਆ ਹੋਇਆ ਜੀ। ਹਾਂਜੀ, ਇੱਥੇ ਕਿੱਥੇ ਲਗਾਇਆ ਹੋਇਆ, ਕੋਈ ਆਈਡੀਆ ਹੈ? ਨਹੀਂ ਜੀ, ਇਹਨਾਂ ਨਹੀਂ ਹੈਗਾ, ਬੱਚਿਆਂ ਨੂੰ ਇਹ ਪਤਾ ਨਹੀਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਪਲੀਜ਼ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰੋ। ਹੈਲੋ,
ਹੈਲੋ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ? ਜੀ ਬ੍ਰੈਂਪਟਨ ਤੋਂ। ਹਾਂਜੀ ਦੱਸੋ ਕੀ ਪੁੱਛਣਾ? ਮੈਮ ਜਿੱਦਾਂ ਮੇਰੇ ਨਾ ਭਾਬੀ ਜੀ ਆਏ ਹੋਏ ਸੀਗੇ ਕੈਨੇਡਾ ਤੇ ਬ੍ਰਦਰ ਇੰਡੀਆ ਆ, ਤੇ ਹੁਣ ਉਹ ਕਰੋਨੇ ਦਾ ਟਾਈਮ ਵਿੱਚ ਅਪਲਾਈ ਕਰ ਸਕਦੇ, ਉਹਨਾਂ ਨੇ 1 ਸਮੈਸਟਰ ਡਨ ਕਰ ਲਿਆ ਆਪਣਾ। ਸਪਾਊਸ ਵੀਜ਼ਾ ਦੀ ਗੱਲ ਕਰ ਰਹੇ ਹੋ ਕਿ ਲਗਾ ਸਕਦੇ ਆ ਕਿ ਨਹੀਂ ਅਜੇ? ਹਾਂਜੀ ਜੀ ਸਰ ਤੁਸੀਂ ਕੁਝ ਜੀ ਪੁੱਛਣਾ ਬਿਲਕੁਲ ਚਾਹੁੰਦੇ ਹੋ? ਨਹੀਂ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਹਾਂਜੀ ਸਰ, ਪਹਿਲਾਂ ਜਿਨ੍ਹਾਂ ਦੀ ਮੈਮ ਦੀ ਪੀਆਰ ਦੀ ਫਾਈਲ ਲਗਾਈ ਹੋਈ ਹੈ ਬਟ ਉਹਨਾਂ ਨੂੰ ਪਤਾ ਨਹੀਂ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਡੀਸੀ ਤੋਂ ਬੋਲਦੀ ਹਾਂ। ਹਾਂਜੀ ਕੀ ਪ੍ਰਸ਼ਨ ਹੈ ਜੀ ਤੁਹਾਡਾ? ਮੇਰਾ ਕੁਐਸਚਨ ਹੈ, ਮੈਂ ਸਟੱਡੀ ਕੀਤੀ ਹੈ BC ਦੇ ਵਿੱਚ ਆਫਟਰ +2 ਡਿਪਲੋਮਾ, ਤੇ ਮੈਂ ਪੁੱਛਣਾ ਸੀਗਾ ਕਿ ਮੇਰੀ PR ਦਾ ਕਿੱਥੇ ਹੋ ਸਕਦਾ ਹੈ ਓਵਰਆਲ ਕੈਨੇਡਾ ਦੇ ਵਿੱਚ, ਜਿੱਦਾਂ ਮੇਰਾ ਰਿਜ਼ੋਰਟ ਐਂਡ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਸੀ। ਸਰ ਕੁਝ ਪੁੱਛਣਾ ਤੁਸੀਂ? ਨਹੀਂ ਤੁਹਾਡੇ ਨੇ ਬਹੁਤ ਬੇਸਿਕ ਕੁਐਸਚਨ ਹੈਗਾ। ਓਕੇ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਮੈਮ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਸੋ ਇਸ ਤੋਂ ਬਾਅਦ ਆਲਮੋਸਟ ਅਸੀਂ ਲਾਈਨਸ ਜਿਹੜੀਆਂ ਹੁਣ ਬੰਦ ਕਰਨ ਜਾ ਰਹੇ ਹਾਂ, ਕਲੋਜ਼ ਕਰਨ ਜਾ ਰਹੇ ਹਾਂ, ਕਿਉਂਕਿ ਦਰਸ਼ਕ ਟਾਈਮ ਵੀ ਬਹੁਤ ਘੱਟ ਹੈ ਤੇ ਕੁਝ ਸਾਨੂੰ ਫੇਸਬੁੱਕ ਤੇ ਵੀ ਦਰਸ਼ਕਾਂ ਨੇ ਕੁਐਸਚਨਸ ਪੁੱਛੇ ਹੋਏ ਆ ਤੇ ਉਹਨਾਂ ਦੇ ਵੀ ਰਿਪਲਾਈ ਕਰਨੇ ਆ। ਸੋ ਆਲਮੋਸਟ ਇਸ ਤੋਂ ਬਾਅਦ ਜਿਹੜੀਆਂ ਲਾਈਨਸ ਬੰਦ ਹੋਣਗੀਆਂ। ਹਾਂਜੀ ਜਿਹੜੀ ਇਹਨਾਂ ਨੇ PR ਦੀ ਗੱਲ ਕੀਤੀ ਸੀ ਮੈਮ ਨੇ। ਹਾਂਜੀ ਸੋ ਜਿਹੜਾ ਸਭ ਤੋਂ ਉਹਨਾਂ ਨੇ ਆਪਾਂ ਨੂੰ ਦੱਸ ਨਹੀਂ ਸਕੇ ਤਰਨ ਕਿ ਉਹਨਾਂ ਦਾ ਕੇਸ ਕਿੱਥੇ ਹੈ। ਸੋ ਜਿਹੜੇ ਵੀਜ਼ਾ ਪੋਸਟ ਜਾਂ ਆਫਿਸ ਦੇ ਵਿੱਚ ਕੇਸ ਆ ਉਹਦੇ ਹਿਸਾਬ ਨਾਲ ਹੀ ਉਹਨਾਂ ਨੂੰ ਜਵਾਬ ਦਿੱਤਾ ਜਾ ਸਕਦਾ ਸੀ, ਪਰ ਮੈਨੂੰ ਆਖੂੰਗਾ ਸਾਡੇ ਆਫਿਸ ਨੂੰ ਕਾਲ ਕਰ ਲੈਣ ਜੀ, ਉਹ ਤੋਂ ਬਾਅਦ ਉਹਨਾਂ ਨਾਲ ਸਵਾਲ ਜਵਾਬ ਕੀਤੇ ਜਾ ਸਕਦੇ ਆ। ਤੇ ਦੂਜੇ ਜਿਹੜੇ ਕਾਲਰ ਸੀ ਉਹਨਾਂ ਨੇ ਆਖਿਆ ਸੀਗਾ ਕਿ ਜਿਹੜੀ ਉਹਨਾਂ ਦੀ ਸਿਸਟਰ ਲਾਅ ਇੱਥੇ ਪੜ੍ਹਦੀ ਹੈ ਤੇ ਉਹ ਉਹਨੂੰ ਸਪਾਊਸ ਵੀਜ਼ਾ ਲਈ ਅਪਲਾਈ ਕਰਨੇ ਚਾਹੁੰਦੇ, 1 ਸਮੈਸਟਰ ਹੋ ਗਿਆ। ਇਹ ਬਹੁਤ ਵੱਡਾ ਮਿਸਕਨਸੈਪਸ਼ਨ ਹੈਗਾ ਕਿ 1 ਸਮੈਸਟਰ ਤੋਂ ਬਾਅਦ ਇਹ ਤੁਸੀਂ ਸਪਾਊਸ ਲਈ ਐਪਲੀਕੇਸ਼ਨ ਕਰ ਸਕਦੇ ਹੋ। ਬਹੁਤ ਵੱਡਾ ਮਿਸਕਨਸੈਪਸ਼ਨ ਹੈ ਤੇ ਮੈਂ ਬਹੁਤ ਇਹ ਕਿਤੇ ਕਾਨੂੰਨ 'ਚ ਨਹੀਂ ਲਿਖਿਆ ਕਿ ਤੁਸੀਂ 1 ਸਮੈਸਟਰ ਕਰੋ ਤੇ ਫਿਰ ਐਪਲੀਕੇਸ਼ਨ ਲਾ ਸਕਦੇ ਹੋ। ਰਾਦਰ ਕਿ ਕਾਨੂੰਨ ਤਾਂ ਇਹ ਵੀ ਕਹਿੰਦਾ ਹੈ ਕਿ ਜੇ ਤੁਹਾਡਾ ਐਪਲੀਕੇਸ਼ਨ ਲਾਉਣ ਤੋਂ ਪਹਿਲਾਂ ਵਿਆਹ ਹੋਇਆ ਤੁਸੀਂ ਨਾਲ ਹੀ ਐਪਲੀਕੇਸ਼ਨ ਲਾ ਸਕਦੇ ਹੈਗੇ। ਸੋ ਬਿਲਕੁਲ ਜੀ, ਚਾਹੇ ਉਹਨਾਂ ਨੇ ਸਮੈਸਟਰ 1 ਪਾਸ ਕਰ ਲਿਆ, ਹਾਂਜੀ ਉਹ ਜ਼ਰੂਰ ਐਪਲੀਕੇਸ਼ਨ ਲਾ ਸਕਦੇ ਨੇ। ਪਰ ਹੁਣ ਜਿਹੜੀਆਂ ਐਪਲੀਕੇਸ਼ਨਸ ਨੇ ਇਸ ਵੇਲੇ ਵਰਕ ਪਰਮਿਟ ਦੀਆਂ ਉਹ ਸਿਰਫ ਆਨਲਾਈਨ ਲੱਗਦੀਆਂ ਨੇ, ਤੇ ਆਨਲਾਈਨ ਐਪਲੀਕੇਸ਼ਨਸ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਸਵਾਲ ਮੇਰਾ ਰਹਿੰਦਾ ਜੀ ਉਹ ਇਹੀ ਰਹਿੰਦਾ ਕਿ ਉੱਥੇ ਜਿਹੜਾ ਆਪਣੇ ਤੇ ਤਾਂ ਜਿਹੜਾ ਮੈਂਡੇਟ ਬਣਾਤਾ ਕਿ ਆਪਾਂ ਪ੍ਰੂਵ ਕਰਨਾ ਕਿ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਨਹੀਂ ਤੇ ਵਿਆਹ ਜੈਨੂਇਨ ਹੈ, ਪਰ ਜਗ੍ਹਾ ਉੱਥੇ ਸਰਕਾਰ ਨੇ ਸੋ ਮਚ ਦਿੱਤੀ ਆਪਣਾ ਐਵੀਡੈਂਸ ਦੇਣ ਨੂੰ। ਸੋ ਜੇ ਆਪਾਂ ਕੇਸ ਅਪਲਾਈ ਕਰਦੇ ਹਾਂ ਤੇ ਆਪਣੇ ਕੋਲ ਐਵੀਡੈਂਸ ਉਹ ਕਹਿੰਦੇ ਨੇ ਕਿ ਤੁਸੀਂ ਪੂਰਾ ਨਹੀਂ ਦਿੱਤਾ ਤੇ ਉਹਦੇ ਕਰਕੇ ਕੇਸ ਰਿਫਿਊਜ਼ ਹੁੰਦਾ ਹੈ, ਤਾਂ ਫਿਰ ਉਹ ਆਪਣੇ ਲਈ ਅੱਗੇ ਜਾ ਕੇ ਪ੍ਰੋਬਲਮ ਜਿਹੜੀਆਂ ਹੋ ਸਕਦੀਆਂ ਨੇ। ਪਰ ਹਾਂਜੀ ਸ਼ਾਰਟ ਆਨਸਰ ਹੈਗਾ ਬਿਲਕੁਲ ਜੀ ਜੀ। ਇਹ ਲਾਸਟ ਕਾਲ ਅਸੀਂ ਸਰ ਲੈ ਰਹੇ ਹਾਂ ਕਿਉਂਕਿ ਦਰਸ਼ਕ ਬਹੁਤ ਜ਼ਿਆਦਾ ਸਾਨੂੰ ਇਸ ਵਕਤ ਕਾਲਸ ਕਰ ਰਹੇ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਨਿਊਜ਼ੀਲੈਂਡ ਤੋਂ ਬੋਲ ਰਿਹਾ। ਹਾਂਜੀ ਸਰ ਬੋਲ ਰਿਹਾ ਜੀ, ਦੱਸੋ ਕੀ ਪ੍ਰਸ਼ਨ ਹੈ? ਮੈਂ ਡੇਰੀ ਫਾਰਮਿੰਗ ਕੰਮ ਕਰਦਾ 3 ਸਾਲ ਤੋਂ, ਤੇ ਮੈਂ ਕੈਨੇਡਾ ਲਈ ਕਰਨਾ ਅਪਲਾਈ LMIA, ਤੇ ਹੁਣ ਮੈਂ ਕਰ ਸਕਦਾ ਮਤਲਬ ਕਿ ਇਸ ਟਾਈਮ ਦੇ ਵਿੱਚ ਕੀ ਉਹ ਵੀ ਅਪਰੂਵ ਹੋ ਰਹੀਆਂ ਕਿ ਨਹੀਂ? ਖੈਰਾ ਜੀ ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਰਿਪਲਾਈ ਕਰ ਦਈਏ? ਨਹੀਂ ਜੀ ਬਹੁਤ ਬੇਸਿਕ ਤੁਸੀਂ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਸਰ, ਤੁਹਾਡੇ ਲਈ ਸਾਰੇ ਬੇਸਿਕ ਨੇ। ਜੀ ਸਰ ਜਿਹੜੇ ਬਿਲਕੁਲ ਜਿਹੜੀਆਂ ਪ੍ਰਾਇੋਰਿਟੀ ਪ੍ਰੋਸੈਸਿੰਗ ਹੈਗੀਆਂ ਉਹ ਕੋਈ ਵੀ ਐਗਰੀਕਲਚਰ ਜਾਂ ਫਾਰਮ ਰਿਲੇਟਡ ਜਾਂ ਫੂਡ ਸਰਵਿਸਿਜ਼ ਫੂਡ ਪ੍ਰੋਡਕਸ਼ਨ ਰਿਲੇਟਡ LMIs ਨੇ, ਉਹਨਾਂ ਨੂੰ ਟੌਪ ਪ੍ਰਾਇੋਰਿਟੀ ਹੈਗੀ ਹੈ। ਸੋ ਡੇਅਰੀ ਵੀ ਉਹਨਾਂ ਚੋਂ ਇੱਕ ਹੈਗਾ। ਸੋ ਚਾਹੇ ਐਗਰੀਕਲਚਰ ਹੈ, ਚਾਹੇ ਡੇਅਰੀ ਹੈ, ਚਾਹੇ ਫਿਸ਼ਰੀ ਹੈ, ਚਾਹੇ ਫਾਰਮਿੰਗ ਹੈ, ਇਹ ਟੌਪ ਪ੍ਰਾਇੋਰਿਟੀ ਐਪਲੀਕੇਸ਼ਨਸ ਨੇ। ਹਾਂਜੀ ਬਿਲਕੁਲ ਪ੍ਰੋਸੈਸ ਹੋ ਰਹੀਆਂ ਨੇ। ਜੇ ਉਹਨਾਂ ਨੂੰ ਕੋਈ ਇੰਪਲੋਇਰ ਕੈਨੇਡਾ ਦੇ ਵਿੱਚ ਹਾਇਰ ਕਰਕੇ LMI ਕਰਾਉਣਾ ਚਾਹੁੰਦਾ, ਹਾਂਜੀ ਜ਼ਰੂਰ ਕਰ ਸਕਦੇ ਨੇ। ਤੇ ਇਹ ਤੋਂ ਪਹਿਲਾਂ ਕਾਲਰ ਦਾ ਸਵਾਲ ਸੀਗਾ ਕਿ ਉਹ ਬ੍ਰਿਟਿਸ਼ ਕੋਲੰਬੀਆ 'ਚ ਉਹਨਾਂ ਨੇ ਪੜ੍ਹਾਈ ਕੀਤੀ ਹੈ, ਉਹਨਾਂ ਲਈ ਕੈਨੇਡਾ 'ਚ ਕਿੱਥੇ ਜਿਹੜਾ ਇਮੀਗ੍ਰੇਸ਼ਨ ਹੋ ਸਕਦਾ। ਸੋ ਇਹਦਾ ਸਿੱਧਾ ਸਿੰਪਲ ਪਲੇਨ ਆਨਸਰ ਹੈਗਾ ਤਰਨ ਕਿ ਜਿਹੜਾ ਉਹ ਕੰਮ ਕਰਨਗੇ ਉਹ ਡਿਟਰਮਿਨ ਕਰੂਗਾ ਉਹਨਾਂ ਨੂੰ ਅੱਗੇ ਇਮੀਗ੍ਰੇਸ਼ਨ ਹੋਊਗਾ ਕਿ ਨਹੀਂ ਹੋਊਗਾ। ਜੋ ਬ੍ਰਿਟਿਸ਼ ਕੋਲੰਬੀਆ 'ਚ ਕੰਮ ਕਰਦੇ ਆ ਤਾਂ ਕੀ ਉਹਨਾਂ ਦਾ ਇੰਪਲੋਇਰ ਅੱਗੇ ਉਹਨਾਂ ਨੂੰ ਮਦਦ ਕਰਨ ਨੂੰ ਤਿਆਰ ਹੈ? ਹਾਂਜੀ ਉਹ ਉੱਥੇ ਰਹਿ ਕੇ ਵੀ ਪਰਮਾਨੈਂਟ ਹੋ ਸਕਦੇ ਨੇ। ਉਹ ਕਿਸੇ ਹੋਰ ਪ੍ਰੋਵਿੰਸ 'ਚ ਜਾਂਦੇ ਨੇ ਤੇ ਉੱਥੇ ਕੀ ਕੰਮ ਕਰਦੇ ਨੇ ਉਹਦੇ ਤੇ ਡਿਪੈਂਡ ਕਰੂਗਾ। ਸੋ ਸਿੰਪਲ ਇਹ ਕਹਿਣਾ ਕਿ ਮੈਂ ਆਹ ਪੜ੍ਹਾਈ ਕੀਤੀ ਹੈ ਤੇ ਮੇਰੀ ਇਮੀਗ੍ਰੇਸ਼ਨ ਕਿੱਥੇ ਹੋਊਗੀ, ਇਹਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੈ। ਇਹਦਾ ਸਿੰਪਲ ਜਵਾਬ ਇਹੀ ਹੈ ਕਿ ਜੋ ਵੀ ਤੁਸੀਂ ਕੰਮ ਕਰੋਗੇ ਉਹਨੇ ਡਿਟਰਮਿਨ ਕਰਨਾ ਹੈ ਕਿ ਤੁਹਾਡੀ ਇਮੀਗ੍ਰੇਸ਼ਨ ਹੋਊਗੀ ਜਾਂ ਨਹੀਂ ਹੋਊਗੀ। ਜੀ ਸਰ ਹੁਣ ਜਿਵੇਂ ਸਾਨੂੰ ਇੱਕ ਕਾਲਰ ਨੇ ਵੀ ਸਾਨੂੰ ਪੁੱਛਿਆ ਸੀ ਕਿ ਇਸ ਵਕਤ ਸਪਾਊਸ ਵੀਜ਼ਾ ਜਿਹੜੇ ਆ ਉਹ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ, ਸਪਾਊਸ ਵੀਜ਼ਾ ਅਪਲਾਈ ਹੋ ਰਿਹਾ ਕਿ ਨਹੀਂ। ਇੱਕ ਸਾਨੂੰ ਫੇਸਬੁੱਕ ਤੇ ਵੀ ਸਾਡੇ ਇੱਕ ਦਰਸ਼ਕ ਨੇ ਪ੍ਰੀਤ ਸਿੱਧੂ, ਉਹਨਾਂ ਨੇ ਵੀ ਇਹੀ ਪੁੱਛਿਆ ਕਿ ਸਪਾਊਸ ਵੀਜ਼ਾ ਜਿਹੜੇ ਆ ਇਸ ਵਕਤ ਉਹਨਾਂ ਦੇ ਬਾਰੇ ਵਿੱਚ ਪ੍ਰੋਸੈਸਿੰਗ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਬਿਲਕੁਲ, ਜੇ ਉਹ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨੇ, ਉਹ ਆਪਣੇ ਸਪਾਊਸ ਨੂੰ ਪਰਮਾਨੈਂਟ ਰੈਜ਼ੀਡੈਂਟ ਸਪਾਂਸਰ ਕਰਨਾ ਚਾਹੁੰਦੇ ਆ, ਹਾਂਜੀ ਬਿਲਕੁਲ ਉਹ ਕੇਸਿਸ ਪ੍ਰੋਸੈਸ ਹੋ ਰਹੇ ਨੇ। ਰਾਦਰ ਕਿ
ਸਰਕਾਰ ਨੇ ਉਹਦੇ ਤੇ ਛੋਟ ਵੀ ਦਿੱਤੀ ਹੈ। ਉਹ ਛੋਟ ਇਹ ਦਿੱਤੀ ਹੈ ਕਿ ਜੇ ਤੁਹਾਡੇ ਕੋਲ ਕਾਗਜ਼ ਪੂਰੇ ਨਹੀਂ ਹੈਗੇ ਆ, ਤੁਹਾਡੇ ਕੋਲ ਕੋਈ ਡਾਕੂਮੈਂਟੇਸ਼ਨ ਦੀ ਕਮੀ ਹੈ, ਤੁਸੀਂ ਤਾਂ ਵੀ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਦੇ ਹੋ। ਕਿਉਂਕਿ ਪਹਿਲਾਂ ਇਹ ਕਾਨੂੰਨ ਬਣਾ ਦਿੱਤਾ ਗਿਆ ਸੀਗਾ ਕਿ ਰੈਗੂਲੇਸ਼ਨ 10 ਦੇ ਮੁਤਾਬਕ ਜੇ ਕਾਗਜ਼ ਕੋਈ ਵੀ ਘੱਟ ਹੈਗਾ ਤਾਂ ਤੁਹਾਡੀ ਅਰਜ਼ੀ ਦਾਖਲ ਹੀ ਨਹੀਂ ਮੰਨੀ ਜਾਊਗੀ, ਤੁਹਾਨੂੰ ਵਾਪਸ ਕਰ ਦਿੱਤੀ ਜਾਊਗੀ। ਸੋ ਹੁਣ ਉਹਨਾਂ ਨੇ ਇਹ ਵੀ ਢਿੱਲ ਦਿੱਤੀ ਹੈ, ਛੋਟ ਦਿੱਤੀ ਹੈ ਕਿ ਤੁਸੀਂ ਆਪਣੀ ਅਰਜ਼ੀ ਦਾਖਲ ਕਰੋ ਜੇ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਹੈ, ਕੋਈ ਪੁਲਿਸ ਕਲੀਅਰੈਂਸ ਹੈਗਾ ਉਹ ਨਹੀਂ ਹੈਗਾ, ਜਾਂ ਤੁਹਾਡੇ ਕੋਲ ਕੋਈ ਅਦਰ ਡਾਕੂਮੈਂਟੇਸ਼ਨ ਨਹੀਂ ਹੈਗਾ ਜਿਹੜਾ ਕਿ ਰਿਕੁਆਇਰਡ ਹੈ ਜਦੋਂ ਤੁਸੀਂ ਕੇਸ ਫਾਈਲ ਕਰਨਾ ਹੈ, ਤਾਂ ਤੁਸੀਂ ਉਹ ਬਿਨਾਂ ਉਹਨਾਂ ਕਾਗਜ਼ਾਂ ਤੋਂ ਵੀ ਕੇਸ ਫਾਈਲ ਕਰ ਸਕਦੇ ਹੋ। ਤੁਹਾਡੀ ਐਪਲੀਕੇਸ਼ਨ ਵਾਪਸ ਨਹੀਂ ਕੀਤੀ ਜਾਊਗੀ ਤੇ ਤੁਹਾਨੂੰ ਸਮਾਂ ਦਿੱਤਾ ਜਾਊਗਾ, ਤੁਸੀਂ ਉਹ ਕੇਸ ਆਪਦੇ ਉਹ ਡਾਕੂਮੈਂਟੇਸ਼ਨ ਪੂਰੀ ਕਰ ਸਕਦੇ ਹੋ। ਸੋ ਬਿਲਕੁਲ ਕਰ ਸਕਦੇ ਆ ਜੀ। ਇੱਕ ਮਿਸਟਰ ਢੀਂਡਸਾ ਨੇ ਇਹਨਾਂ ਨੇ ਸਾਨੂੰ ਕਮੈਂਟ ਕੀਤਾ ਹੋਇਆ, ਉਹ ਪੁੱਛ ਰਹੇ ਨੇ ਕਿ ਉਹਨਾਂ ਨੇ ਕੈਨੇਡਾ ਵਿੱਚ ਸਟੱਡੀ ਕੀਤੀ ਹੋਈ ਆ ਤੇ ਵਿਦ LMIA 431 ਸਕੋਰਸ ਉਹਨਾਂ ਦੇ ਬਣ ਰਹੇ ਨੇ ਤੇ ਕੁੱਕ ਦਾ ਕੰਮ ਕਰ ਰਹੇ ਨੇ, ਫੈਡਰਲ ਸਕਿੱਲ ਟ੍ਰੇਡ ਦੇ ਵਿੱਚ ਐਲੀਜੀਬਲ ਨੇ ਤੇ ਇਸ ਵਾਰ ਕਹਿ ਰਹੇ ਨੇ ਕਿ ਫੈਡਰਲ ਦਾ ਡਰਾ ਨਿਕਲ ਨਹੀਂ ਰਿਹਾ ਫਿਲਹਾਲ। ਕੀ ਉਮੀਦ ਹੈਗੀ ਹੈ ਕਿ ਸਕਿੱਲ ਟ੍ਰੇਡ ਦਾ ਡਰਾ ਨਿਕਲੇਗਾ ਜਾਂ ਫਿਰ ਮੈਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ 'ਚ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਇਸ ਮੁੱਦੇ ਦੇ ਉੱਤੇ ਵਿਚਾਰ ਕੀਤੀ ਸੀ। ਜੇ ਤਾਂ ਉਹਨਾਂ ਦਾ ਡਰਾ ਆਬਵੀਅਸਲੀ ਸਰਕਾਰ ਨੇ ਡਿਸਾਈਡ ਕਰਨਾ ਜੀ, ਹਾਂਜੀ ਟ੍ਰੇਡ ਦਾ ਡਰਾ ਹੈ ਜਿਹੜਾ ਡਿਊ ਹੈਗਾ ਉਹ ਸਰਟਨਲੀ ਆ ਜਾਣਾ ਹੈਗਾ। ਤੇ ਦੂਜੇ ਪਾਸੇ ਜੇ ਇਹ ਉਹ ਪਰਟੀਕੁਲਰ ਸਿਚੁਏਸ਼ਨ ਹੈ ਜਿਹਦੇ ਬਾਰੇ ਮੈਂ ਪਹਿਲਾਂ ਡਿਸਕਸ਼ਨ ਕੀਤਾ ਸੀ ਕਿ ਉਹ ਜੇ ਕੁੱਕ ਹੈਗੇ ਆ, ਸ਼ੈਫ ਹੈਗੇ ਆ, ਜੇ ਉਹ ਰਿਕੁਆਇਰਮੈਂਟਸ ਨਹੀਂ ਵੀ ਮੀਟ ਕਰਦੇ ਤੇ ਤਾਂ ਵੀ ਉਹ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੰਸੀਡਰੇਸ਼ਨ ਦੇ ਥੱਲੇ ਆਪਦਾ ਕੇਸ ਅਪਲਾਈ ਕਰ ਸਕਦੇ ਨੇ। ਜੇ ਉਹਨਾਂ ਦਾ EMPLOYER ਵਿਲਿੰਗ ਹੈਗਾ ਉਹਨਾਂ ਦੀ ਮਦਦ ਕਰਨ ਨੂੰ, ਤਾਂ ਉਹ ਚਾਹੇ ਅੰਗਰੇਜ਼ੀ ਚੋਂ ਨੰਬਰ ਘੱਟ ਨੇ, ਚਾਹੇ ਪੜ੍ਹਾਈ ਘੱਟ ਹੈ, ਪਰ ਉਹਨਾਂ ਦੇ ਹੱਥ 'ਚ ਹੁਨਰ ਹੈਗਾ, ਉਹ ਕਲਾ ਹੈਗੀ ਹੈ ਕਿ ਉਹ ਖਾਣਾ ਬਹੁਤ ਵਧੀਆ ਬਣਾ ਸਕਦੇ ਨੇ। ਤੇ ਕਿੰਨੇ ਲੋਕਾਂ ਦੀ ਨੌਕਰੀ ਉਹਨਾਂ ਦੇ ਇਸ ਕਲਾ ਕਰਕੇ ਚੱਲ ਰਹੀ ਹੈ, ਤੇ ਉਹਨਾਂ ਨੂੰ ਬਿਨਾਂ ਰਿਕੁਆਇਰਮੈਂਟ ਪੂਰੀਆਂ ਕੀਤੇ ਵੀ ਇਮੀਗ੍ਰੇਸ਼ਨ ਹੈ ਜਿਹੜੀ ਮਿਲ ਸਕਦੀ ਹੈ। ਜੀ ਰਾਜ ਭੱਲਾ ਜੀ ਕਹਿ ਰਹੇ ਨੇ ਕਿ ਉਹਨਾਂ ਦਾ ਇੱਕ ਕੁਐਸਚਨ ਹੈ, ਉਹਨਾਂ ਨੇ ਕਾਫੀ ਟਾਈਮ ਤੋਂ ਕਾਲ ਕੀਤੀਆਂ ਨੇ, ਅਸੀਂ ਮਾਫੀ ਚਾਹਾਂਗੇ ਕਿਉਂਕਿ ਲਗਾਤਾਰ ਦਰਸ਼ਕ ਸਾਨੂੰ ਕਾਲ ਕਰ ਰਹੇ ਸੀ ਤੇ ਕੁਝ ਸਵਾਲਾਂ ਦੇ ਜਵਾਬ ਦੇਣੇ ਵੀ ਬਹੁਤ ਜ਼ਰੂਰੀ ਸਨ। ਸੋ ਸਰ ਲਗਭਗ ਕਾਲਸ ਅਸੀਂ ਬੰਦ ਕਰ ਦਿੱਤੀਆਂ ਸੀ। ਮੈਂ ਅਖੀਰ ਦੇ ਵਿੱਚ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ, ਅਸੀਂ ਗੱਲਬਾਤ ਕਰ ਰਹੇ ਸੀ ਜਿਹੜੀਆਂ ਨਵੀਆਂ ਚੇਂਜਿਸ ਆਈਆਂ ਨੇ ਕਿ EMPLOYER ਦੇ ਵੱਲੋਂ ਜੋ ਵਰਕ ਪਰਮਿਟ ਉਹਨਾਂ ਦੇ ਨਾਲ ਕੀਤਾ ਜਾ ਰਿਹਾ, ਇਹਦੇ ਬਾਰੇ ਮੈਂ ਸਿਰਫ ਇਹ ਪੁੱਛਣਾ ਚਾਹੁੰਦੀ ਸੀ ਕਿ ਜਿਹੜੇ ਇਸ ਵਕਤ EMPLOYERS ਜਿਨ੍ਹਾਂ ਦੀ ਇਸ ਵਕਤ EMPLOYERS ਦੀ ਜੌਬ ਜਾ ਚੁੱਕੀ ਹੈ ਕਿ ਉਹਨਾਂ ਨੂੰ ਸੇਮ ਹੀ ਫੀਲਡ ਵਿੱਚ ਕੰਮ ਕਰਨਾ ਪਏਗਾ, ਤੇ ਜਦੋਂ ਹੁਣ ਇਹ ਕੰਮ ਦੁਬਾਰਾ ਸ਼ੁਰੂ ਕਰਨਗੇ ਕੀ ਉਹ ਐਕਸਪੀਰੀਅੰਸ ਇਹਨਾਂ ਦਾ ਕਾਊਂਟ ਕੀਤਾ ਜਾਏਗਾ? ਉਹ ਉੱਥੇ ਦੋ ਡਿਫਰੈਂਟ ਸਰਕਮਸਟੈਂਸਸ ਹੋਣ। ਸਭ ਤੋਂ ਪਹਿਲੀ ਸਰਕਮਸਟੈਂਸ ਇਹ ਆ ਕਿ ਜੇ ਤੁਸੀਂ ਸੇਮ EMPLOYER ਨਾਲ ਕੰਮ ਕਰਨ ਵਾਪਸ ਚਲੇ ਜਾਂਦੇ ਹੋ, ਹਾਂਜੀ, ਤੇ ਫਿਰ ਜ਼ਰੂਰ ਉਹ ਤੁਹਾਡੀ ਐਕਸਟੈਂਸ਼ਨ ਆਫ ਯੂਰ EMPLOYMENT ਮੰਨੀ ਜਾਊਗੀ। ਤੁਸੀਂ 10 ਮਹੀਨੇ ਪਹਿਲਾਂ ਕੰਮ ਕਰ ਲਿਆ, ਉਸ ਤੋਂ ਬਾਅਦ ਦੁਬਾਰੇ 2 ਮਹੀਨੇ ਜਾ ਕੇ ਕੀਤਾ ਤਾਂ ਤੁਹਾਡਾ ਸਾਲ ਪੂਰਾ ਹੋ ਗਿਆ, ਬਿਲਕੁਲ ਮੰਨਿਆ ਜਾਊਗਾ। ਪਰ ਜੇ ਤੁਸੀਂ ਕਿਸੇ ਹੋਰ EMPLOYER ਨਾਲ ਕੰਮ ਕਰਨ ਜਾਂਦੇ ਹੋ ਤਾਂ 6 ਮਹੀਨੇ ਤੋਂ ਘੱਟ ਦਾ ਬਲੌਕ ਹੈ ਜਿਹੜਾ ਉਹਨੂੰ ਨਹੀਂ ਮੰਨਿਆ ਜਾਂਦਾ ਹੈਗਾ। ਸੋ ਮਤਲਬ ਤੁਸੀਂ 10 ਮਹੀਨੇ ਇੱਕ ਨਾਲ ਕਰ ਲਿਆ, ਤੁਹਾਨੂੰ ਘੱਟੋ ਘੱਟ 6 ਮਹੀਨੇ ਦੂਜੇ ਨਾਲ ਕਰਨਾ ਪੈਂਦਾ, ਤਾਂ ਤੁਹਾਨੂੰ ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਮੰਨਿਆ ਜਾਊਗਾ। ਪਰ ਜੇ ਤੁਸੀਂ ਸੇਮ EMPLOYER ਨਾਲ ਸੇਮ ਜੌਬ ਤੇ ਵਾਪਸ ਚਲੇ ਜਾਂਦੇ ਹੋ, ਹਾਂਜੀ ਬਿਲਕੁਲ ਤੁਹਾਡਾ ਪੂਰਾ ਐਕਸਪੀਰੀਅੰਸ ਹੈ ਜਿਹੜਾ ਉਹ ਮੰਨਿਆ ਜਾਊਗਾ। ਜੀ ਸਰ, ਅਸੀਂ ਇਸ ਦੇ ਨਾਲ ਹੀ ਕੁਝ ਰਿਸਟ੍ਰਿਕਸ਼ਨਸ ਦੇ ਬਾਰੇ ਵੀ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੋਣੀ ਸੀ ਆਪਾਂ ਗੱਲਬਾਤ ਕਰ ਰਹੇ ਸੀ ਕਿ ਕੁਝ ਕੈਨੇਡੀਅਨ ਰਿਸਟ੍ਰਿਕਸ਼ਨਸ ਵੀ ਲੱਗੀਆਂ ਨੇ ਇਮੀਗ੍ਰੇਸ਼ਨ ਦੇ ਵਿੱਚ, ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੇ ਦਿਓ। ਹਾਲਾਂਕਿ ਸਮਾਂ ਥੋੜਾ ਘੱਟ ਹੈ ਪਰ ਮੈਂ ਚਾਹਾਂਗੀ ਕਿ ਦਰਸ਼ਕਾਂ ਨੂੰ ਦੱਸੀਏ ਜ਼ਰੂਰ। ਜ਼ਰੂਰ ਤਰਨ, ਇਹ ਇੱਕ ਕੌਨਸੀਕੁਐਂਸ ਹੈਗਾ ਕੁਆਰੰਟੀਨ ਐਕਟ ਦੇ ਆਉਣ ਨਾਲ। ਜਦੋਂ ਤੋਂ ਕੁਆਰੰਟੀਨ ਐਕਟ ਹੈ ਜਿਹੜਾ ਉਹ ਲਾਗੂ ਹੋਇਆ ਜੀ, ਤਾਂ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚੋਂ ਵੀ ਧਾਰਾ 209 ਦੇ ਵਿੱਚੋਂ ਇੱਕ ਤਬਦੀਲੀ ਕੀਤੀ ਗਈ ਹੈ। ਕਾਫੀ ਐਕਸਟੈਂਸਿਵ ਤਬਦੀਲੀ ਹੈ। ਇਹਦੇ ਵਿੱਚੋਂ ਜ਼ਿੰਮੇਵਾਰ ਬਣਾਇਆ ਗਿਆ ਹੈ ਬੋਥ EMPLOYEE ਨੂੰ ਤੇ EMPLOYER ਨੂੰ। ਇਹਦੇ 'ਚ ਸਭ ਤੋਂ ਪਹਿਲੀਆਂ ਕੌਨਸੀਕੁਐਂਸਿਸ ਇਹ ਜ਼ਾਹਰ ਕੀਤੀਆਂ ਗਈਆਂ ਨੇ ਕਿ ਜੇ EMPLOYEE ਹੈ ਜਿਹੜਾ ਉਹ ਕੈਨੇਡਾ 'ਚ ਅਰਾਈਵ ਕਰਨ ਤੋਂ ਬਾਅਦ 14 ਦਿਨ ਕੁਆਰੰਟੀਨ ਤੇ ਰਿਕੁਆਇਰਮੈਂਟ ਪੂਰੀ ਨਹੀਂ ਕਰਦਾ ਤੇ ਉਹਨੂੰ ਕੈਨੇਡਾ 'ਚੋਂ ਇਨਐਡਮਿਸਿਬਲ ਡਿਕਲੇਅਰ ਕੀਤਾ ਜਾ ਸਕਦਾ, ਨਾ ਦਾਖਲਾ ਯੋਗ ਡਿਕਲੇਅਰ ਕੀਤਾ ਜਾ ਸਕਦਾ ਤੇ ਉਹਨੂੰ ਕੈਨੇਡਾ 'ਚੋਂ ਰਿਮੂਵ ਵੀ ਕੀਤਾ ਜਾ ਸਕਦਾ। ਸੋ ਇਹ ਹੁਣ EMPLOYEE ਦੀ ਜ਼ਿੰਮੇਵਾਰੀ ਬਣਾ ਦਿੱਤੀ ਗਈ ਹੈ ਕਿ ਜਦੋਂ ਉਹ ਕੈਨੇਡਾ ਦੇ ਅੰਦਰ ਆਉਂਦਾ ਹੈ ਤਾਂ ਉਹ ਆਪਦਾ 14 ਦਿਨ ਕੁਆਰੰਟੀਨ ਦੇ ਵਿੱਚੋਂ ਰਹੇ। ਜੇ ਨਹੀਂ ਰਹਿੰਦਾ ਤਾਂ ਉਹਦੀਆਂ ਸੀਰੀਅਸ ਕੌਨਸੀਕੁਐਂਸਿਸ ਨੇ ਇਮੀਗ੍ਰੇਸ਼ਨ ਦੇ ਮਾਮਲੇ 'ਚ ਉਹਦੇ ਤੇ ਆ ਸਕਦੀਆਂ ਨੇ। ਤੇ ਦੂਜਾ EMPLOYERS ਨੂੰ ਨਾਲ ਹੈਲਡ ਰਿਸਪੌਂਸਿਬਲ ਕੀਤਾ ਗਿਆ, ਜ਼ਿੰਮੇਵਾਰ ਬਣਾਇਆ ਗਿਆ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ EMPLOYER ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਕੁਆਰੰਟੀਨ ਦੇ ਵਿੱਚ ਰੱਖੇ, ਤੇ ਦੂਜਾ ਕੋਈ ਵੀ ਪ੍ਰੋਵਿੰਸ਼ੀਅਲ ਜਾਂ ਫੈਡਰਲ ਗਾਈਡਲਾਈਨਸ ਜਿਹੜੀਆਂ ਵੀ ਹੈਗੀਆਂ ਨੇ ਉਹਨਾਂ ਨੂੰ ਫੋਲੋ ਕਰੇ। ਜੇ ਉਹ ਅਬੈਟ ਕਰਦਾ, ਮਤਲਬ ਕਿ ਉਹ ਉਕਸਾਉਂਦਾ ਹੈ ਕਿ ਤੂੰ ਇਹ ਕਾਨੂੰਨ ਤੋੜ ਦੇ, ਜਾਂ ਉਹਨੂੰ ਕਾਨੂੰਨ ਤੋੜਨ ਨੂੰ ਆਖਦਾ ਜਿਹੜਾ ਕੁਆਰੰਟੀਨ ਦਾ ਹੈਗਾ, ਤਾਂ ਉਹ EMPLOYER ਦੇ ਉੱਤੇ ਵੀ ਮੋਨਿਟਰੀ ਪੈਨਲਟੀਜ਼ ਨੇ, ਉਹਨੂੰ ਜੁਰਮਾਨਾ ਹੋ ਸਕਦਾ, ਉਹਨੂੰ ਰੋਕ ਲਾਈ ਜਾ ਸਕਦੀ ਹੈ ਫਰਦਰ ਜਿਹੜੇ ਫੋਰਨ ਵਰਕਰ ਨੂੰ ਹਾਇਰ ਕਰਨ ਲਈ। ਉਹ ਇੱਕ ਗਲਤੀ ਕਰਨ ਤੇ ਸਰਟਨ ਜੁਰਮਾਨਾ ਤੇ ਸਜ਼ਾ, ਤੇ ਦੂਜੀ ਵਾਰੀ ਗਲਤੀ ਕਰਨ ਤੇ ਉਹ ਲਾਈਫ ਟਾਈਮ ਬੈਨ ਵੀ ਹੋ ਸਕਦਾ ਹੈਗਾ। ਇਹਦੇ ਨਾਲ ਨਾਲ ਜੇ ਕੋਈ EMPLOYEE ਇਹੋ ਜਿਹਾ ਹੈਗਾ ਜਿਹਨੂੰ ਉਹਦਾ EMPLOYER ਫੋਰਸ ਕਰ ਰਿਹਾ ਕਾਨੂੰਨ ਤੋੜਨ ਨੂੰ,
ਤਾਂ ਉਸ ਵਰਕਰ ਨੂੰ ਵਨਰੇਬਲ ਵਰਕਰ ਮੰਨਿਆ ਗਿਆ। ਕਹਿਣ ਦਾ ਮਤਲਬ ਹੈ ਕਿ ਉਹਦੀ ਸਥਿਤੀ ਹੈ ਜਿਹੜੀ ਉਹ ਵਸੋਂ ਬਾਹਰ ਹੈ, ਤਾਂ ਉਹਨੂੰ ਉਹਦੇ ਨਾਲ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ, ਉਹਦਾ ਕੰਮ ਛੱਡ ਕੇ ਤੇ ਵਨਰੇਬਲ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ, ਉਹਨੂੰ ਓਪਨ ਪਰਮਿਟ ਮਿਲ ਜੂਗਾ, ਉਹਨੂੰ ਉਸ EMPLOYER ਦੇ ਨਾਲ ਕੰਮ ਕਰਨ ਦੀ ਕੋਈ ਵੀ ਜ਼ਰੂਰਤ ਹੈ ਜਿਹੜੀ ਉਹ ਨਹੀਂ ਹੋਊਗੀ। ਤੇ ਇਹ ਤੋਂ ਬਾਅਦ ਜਿਹੜਾ ਸਰਵਿਸ ਕੈਨੇਡਾ ਮਹਿਕਮਾ ਹੈਗਾ, ਜਿੱਥੇ ਕਿ ਉਹਨੂੰ LMIAG ਨੇ ਦਿੱਤਾ, ਉਹਨੂੰ ਇਹ ਖੁੱਲ੍ਹ ਦਿੱਤੀ ਗਈ ਹੈ ਕਿ ਉਹ 6 ਸਾਲ ਪਿੱਛੇ ਜਾ ਕੇ ਵੀ ਇਨਵੈਸਟੀਗੇਸ਼ਨ ਕਰ ਸਕਦਾ। ਮਤਲਬ ਕਿ ਅੱਜ ਜੇ ਕੋਈ ਵਰਕਰ ਆਉਂਦਾ ਹੈ ਤੇ ਅੱਜ ਤੋਂ 6 ਸਾਲ ਦੇ ਵਿੱਚ ਵੀ ਕਦੇ ਸ਼ਿਕਾਇਤ ਆਉਂਦੀ ਹੈ, ਤਾਂ ਵੀ ਸਰਵਿਸ ਕੈਨੇਡਾ ਉਸ EMPLOYER ਨੂੰ ਜਾ ਕੇ ਇਨਵੈਸਟੀਗੇਟ ਕਰ ਸਕਦਾ ਹੈ। ਸੋ ਕਾਫੀ ਕਾਨੂੰਨ 'ਚ ਸਖਤੀ ਲਿਆਂਦੀ ਗਈ ਹੈ ਤਾਂ ਕਿ ਦੋਵੇਂ ਧਿਰਾਂ ਨੂੰ, ਚਾਹੇ ਉਹ EMPLOYE ਹੈ ਚਾਹੇ ਉਹ EMPLOYER ਹੈ, ਉਹਨਾਂ ਨੂੰ ਇਸ ਲਈ ਰਿਸਪੌਂਸਿਬਲ ਹੈ ਜਿਹੜਾ ਉਹ ਬਣਾਇਆ ਗਿਆ। ਤੇ ਦੂਜਾ, ਜਿਹੜੀ ਤਨਖਾਹ ਹੈਗੀ ਹੈ ਉਹ ਜ਼ਿੰਮੇਵਾਰੀ EMPLOYER ਦੀ ਹੈ ਕਿ ਜਦੋਂ 14 ਦਿਨ ਉਹ ਕੁਆਰੰਟੀਨ 'ਚ ਰੱਖਦਾ ਤਾਂ ਉਹ EMPLOYE ਨੂੰ ਤਨਖਾਹ ਵੀ ਜਿਹੜੀ ਦੇਣੀ ਹੈ। ਸਿਰਫ ਫਾਰਮਰਸ ਦੇ ਕੇਸ ਦੇ ਵਿੱਚੋਂ ਇਹ ਜਿਹੜਾ ਬੋਝ ਹੈ ਉਹ ਸਰਕਾਰ ਚੁੱਕੂਗੀ, ਜਿੱਥੇ ਕਿ ਫਾਰਮ ਵਰਕਰ ਜਿਹੜੇ ਆਉਂਦੇ ਆ ਤੇ ਉਹ 14 ਦਿਨ ਕੁਆਰੰਟੀਨ 'ਚ ਰਹਿੰਦੇ ਆ, ਤਾਂ $1500 ਜਿਹੜਾ ਹੈਗਾ ਪਰ ਵਰਕਰ ਹੈ ਜਿਹੜਾ ਉਹ EMPLOYER ਨੂੰ ਦਿੱਤਾ ਜਾਊਗਾ, ਤਾਂ ਕਿ ਉਹ ਕਾਸਟ ਹੈ ਜਿਹੜੀ ਉਹ ਕਵਰ ਕਰ ਲਈ ਜਾਵੇ। ਤੇ ਇਹਦੇ ਨਾਲ ਨਾਲ ਇਹ ਵੀ ਜ਼ਰੂਰੀ ਬਣਾਇਆ ਗਿਆ ਕਿ ਜਿਹੜਾ EMPLOYER ਹੈ ਉਹ ਆਪਣੇ ਵਰਕਰ ਨੂੰ ਇਨਫੋਰਮ ਕਰੇ ਕਿ ਉਹਦਾ ਕੰਮ ਹੈ ਜਿਹੜਾ ਕੈਨੇਡਾ 'ਚ ਅਵੇਲੇਬਲ ਹੈਗਾ। ਸੋ ਜੇ ਉਸ EMPLOYE ਲਈ ਕੈਨੇਡਾ 'ਚ ਕੰਮ ਅਵੇਲੇਬਲ ਨਹੀਂ ਤੇ ਉਹ ਕੈਨੇਡਾ ਪਹੁੰਚ ਜਾਂਦਾ, ਤਾਂ ਵੀ ਉਹ ਦੋਵੇਂ ਤਰ੍ਹਾਂ ਨੂੰ ਰਿਸਪੌਂਸਿਬਲ ਮੰਨਿਆ ਜਾਊਗਾ। ਮਤਲਬ ਕੋਈ ਬੰਦਾ ਆ ਰਿਹਾ ਕੈਨੇਡਾ, ਜਹਾਜ਼ ਚੜ੍ਹ ਕੇ ਆ ਗਿਆ, ਵਰਕ ਪਰਮਿਟ ਉਹਦੇ ਕੋਲ ਹੈਗਾ, ਤੇ ਇੱਥੇ ਆ ਕੇ ਪੁੱਛਿਆ ਉਹਨੂੰ ਕਿ ਭਾਈ ਤੇਰੇ ਲਈ ਕੰਮ ਅਵੇਲੇਬਲ ਹੈ, ਤੇ ਅੱਗੇ EMPLOYER ਨੂੰ ਫੋਨ ਕੀਤਾ ਤੇ EMPLOYER ਨੇ ਕਿਹਾ ਕੰਮ ਅਵੇਲੇਬਲ ਨਹੀਂ ਹੈਗਾ, ਤਾਂ ਫਿਰ ਉਹਨੂੰ ਕੈਨੇਡਾ 'ਚ ਐਂਟਰ ਨਹੀਂ ਹੋਣ ਦਿੱਤਾ ਜਾਊਗਾ। ਤੇ ਦੂਜੇ ਪਾਸੇ EMPLOYER ਨੂੰ ਵੀ ਰਿਸਪੌਂਸਿਬਲ ਬਣਾਇਆ ਜਾਣਾ ਕਿ ਉਹਨੇ ਨਹੀਂ ਦੱਸਿਆ ਕਿ ਉਹ ਉਸ EMPLOYE ਲਈ ਕੰਮ ਉੱਥੇ ਨਹੀਂ ਹੈਗਾ। ਸੋ ਸਰਕਾਰ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕੰਮ ਅਵੇਲੇਬਲ ਨਹੀਂ ਹੈਗਾ ਤਾਂ ਫਿਰ ਉਹ ਕੈਨੇਡਾ ਵਾਪਸ ਨਾ ਆਉਣ, ਉਸੇ ਸਥਿਤੀ 'ਚ ਆਉਣ ਜੇ ਕੰਮ ਅਵੇਲੇਬਲ ਹੈ। ਜਿਵੇਂ ਕਿ ਸਟੂਡੈਂਟਸ ਦੇ ਕੇਸਿਸ ਦੇ ਵਿੱਚ ਕਾਫੀ ਦਿਨ ਪਹਿਲਾਂ ਇਹ ਮੇਕ ਸ਼ੋਰ ਕੀਤਾ ਗਿਆ ਸੀ ਕਿ ਜੇ ਉਹਨਾਂ ਕੋਲੇ ਡੈਫੀਨੇਟ ਕੁਆਰੰਟੀਨ ਪਲਾਨ ਹੈ ਤੇ ਤਾਂ ਹੀ ਉਹ ਕੈਨੇਡਾ ਆਉਣ ਜੇ ਉਹਨਾਂ ਦਾ ਕੋਰਸ ਚੱਲ ਰਿਹਾ, ਅਦਰਵਾਈਜ਼ ਉਹ ਕੈਨੇਡਾ ਨਾ ਆਉਣ, ਚਾਹੇ ਉਹਨਾਂ ਨੂੰ ਜਿਹੜਾ ਸਟੱਡੀ ਪਰਮਿਟ ਆ ਉਹ 18 ਮਾਰਚ ਤੋਂ ਪਹਿਲਾਂ ਵਿਤਾ ਹੀ ਮਿਲਿਆ ਹੈ। ਜੀ ਬਿਲਕੁਲ, ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਖਹਿਰਾ ਜੀ ਨੂੰ ਬੁਲਾਉਣ ਦਾ ਮਕਸਦ ਇਹੀ ਹੁੰਦਾ ਹੈ ਕਿਉਂਕਿ ਕਾਫੀ ਇਮੀਗ੍ਰੇਸ਼ਨ ਦੀ ਨੌਲੇਜ ਹੈ, ਲੰਬਾ ਤਜਰਬਾ ਉਹਨਾਂ ਨੂੰ ਅਪੀਲਸ ਦਾ। ਸੋ ਕੋਈ ਵੀ ਤੁਹਾਡਾ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੈਗਾ ਤਾਂ ਤੁਸੀਂ ਗੁਰਪ੍ਰੀਤ ਖਹਿਰਾ ਜੀ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ। ਗ੍ਰੀਨ ਬਾਕਸ ਦੇ ਵਿੱਚ ਇਹਨਾਂ ਦਾ ਨੰਬਰ ਲਿਖਿਆ ਹੋਇਆ ਤੇ ਇਹਨਾਂ ਦੀ ਈਮੇਲ ਆਈਡੀ ਲਿਖੀ ਹੋਈ ਹੈ, ਜਿੱਥੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਬਹੁਤ ਸਾਰੇ ਦਰਸ਼ਕ ਸਾਨੂੰ ਬਿਗਨਿੰਗ ਦੇ ਪ੍ਰੋਸੈਸ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸੀ, ਜਿਹਦੇ ਲਈ ਥੋੜਾ ਲੰਬਾ ਸਮਾਂ ਲੱਗਣਾ ਸੀ ਤੇ ਬਹੁਤ ਸਾਰੀਆਂ ਕਾਲਸ ਜਿਹੜੀਆਂ ਹੋਲਡ ਤੇ ਸੀ। ਸੋ ਤੁਸੀਂ ਮਿਸਟਰ ਗੁਰਪ੍ਰੀਤ ਖਹਿਰਾ ਨੂੰ ਉਹਨਾਂ ਦੇ ਗ੍ਰੀਨ ਬਾਕਸ ਵਿੱਚ ਲਿਖੇ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਵਿੱਚ ਅਸੀਂ ਲਾਈਵ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਜਿਵੇਂ ਮੈਂ ਅਕਸਰ ਕਹਿੰਦਾ ਹੈਗਾ ਤਰਨ, ਇਮੀਗ੍ਰੇਸ਼ਨ ਸਰਵਿਸ, ਇਮੀਗ੍ਰੇਸ਼ਨ ਲਾਅ ਹੈਗਾ, ਤੁਸੀਂ ਕੋਈ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ, ਇਮੀਗ੍ਰੇਸ਼ਨ ਲਾਅ ਦੇ ਦਾਇਰੇ ਦੇ ਵਿੱਚ ਕੰਮ ਕਰਦੇ ਆ ਤਾਂ ਕਾਨੂੰਨੀ ਸਲਾਹ ਜ਼ਰੂਰ ਲਓ ਜੀ। ਕਈ ਵਾਰੀ ਆਪਾਂ ਏਦਾਂ ਲੱਗਦਾ ਹੁੰਦਾ ਕਿ ਇਹਦੇ ਲਈ ਅਸੀਂ ਕੁਆਲੀਫਾਈ ਕਰਦੇ ਹਾਂ ਪਰ ਆਪਾਂ ਕੁਆਲੀਫਾਈ ਨਹੀਂ ਕਰਦੇ ਹੁੰਦੇ। ਕਈ ਕੇਸਿਸ ਦੇ ਵਿੱਚ ਆਪਾਂ ਨੂੰ ਲੱਗਦਾ ਕਿ ਅਸੀਂ ਕੁਆਲੀਫਾਈ ਨਹੀਂ ਕਰਦੇ ਤੇ ਆਪਾਂ ਕਰ ਰਹੇ ਹੁੰਦੇ ਹੈਗੇ ਆ। ਸੋ ਇਹ ਡਿਲੇਮਾ ਹੈਗਾ, ਉਹ ਤਾਂ ਹੀ ਦੂਰ ਹੋ ਸਕਦਾ ਹੈ ਜੇ ਆਪਾਂ ਕਾਨੂੰਨੀ ਸਲਾਹ ਹੈ ਜਿਹੜੀ ਉਹ ਲਵਾਂਗੇ ਜੀ। ਬਿਲਕੁਲ ਜੀ ਸਰ, ਥੈਂਕ ਯੂ ਸੋ ਮਚ। ਤੁਸੀਂ ਪ੍ਰੋਗਰਾਮ ਵਿੱਚ ਜੁੜਦੇ ਹੋ, ਸਾਨੂੰ ਸਮਾਂ ਪਤਾ ਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈ, ਬਟ ਸਟਿਲ ਤੁਸੀਂ ਟਾਈਮ ਕੱਢਦੇ ਹੋ। ਥੈਂਕ ਯੂ ਸੋ ਮਚ ਜੀ। ਸੋ ਇਹ ਸਨ ਜੀ CWC ਤੋਂ ਗੁਰਪ੍ਰੀਤ ਖਹਿਰਾ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਿਨ੍ਹਾਂ ਦੇ ਅੱਜ ਅਸੀਂ ਕਾਲਸ ਅਟੈਂਡ ਨਹੀਂ ਕਰ ਪਾਏ ਜਾਂ ਫੇਸਬੁੱਕ ਉੱਤੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਏ, ਅਸੀਂ ਮੁਆਫੀ ਚਾਹੁੰਦੇ ਹਾਂ। ਕੱਲ੍ਹ ਨੂੰ ਟਾਈਮ ਨੋਟ ਕਰ ਲਵੋ, ਟੋਰਾਂਟੋ ਸਮੇਂ ਦੇ ਮੁਤਾਬਿਕ 3 ਵਜੇ ਅਸੀਂ ਫਿਰ ਤੋਂ ਲਾਈਵ ਹੋਵਾਂਗੇ। ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਤੁਹਾਨੂੰ ਤਾਜ਼ਾ ਜਾਣਕਾਰੀ ਦੇਵਾਂਗੇ। ਸੋ ਉਸ ਦੌਰਾਨ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਕਾਲਸ ਕਰ ਲਿਓ, ਕਿਉਂਕਿ ਪ੍ਰੋਗਰਾਮ ਦੇ ਐਂਡ ਤੱਕ ਜਾਂਦੇ ਜਾਂਦੇ ਬਹੁਤ ਸਾਰੀਆਂ ਕਾਲਸ ਆ ਜਾਂਦੀਆਂ ਨੇ। ਜਿਸ ਮੁੱਦੇ ਉੱਤੇ ਗੱਲਬਾਤ ਕਰਨੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਜਿਹੜੀ ਆ ਉਹ ਅਧੂਰੀ ਰਹਿ ਜਾਂਦੀ ਹੈ। ਸੋ ਤੁਹਾਨੂੰ ਨਾਲ ਜਾਣਕਾਰੀ ਦੇਣਾ ਵੀ ਬਹੁਤ ਜ਼ਰੂਰੀ ਹੈ। ਸੋ ਇਸ ਲਈ ਕੋਸ਼ਿਸ਼ ਕਰਿਓ ਕਿ ਕੱਲ੍ਹ ਨੂੰ 3 ਵਜੇ ਅਸੀਂ ਦੁਬਾਰਾ ਲਾਈਵ ਜੁੜਾਂਗੇ, ਇਮੀਗ੍ਰੇਸ਼ਨ ਸੰਬੰਧੀ ਗੱਲਬਾਤ ਕਰਾਂਗੇ, ਕੈਨੇਡਾ ਇਮੀਗ੍ਰੇਸ਼ਨ ਸੰਬੰਧੀ। ਜੇ ਅੱਜ ਅਸੀਂ ਤੁਹਾਡੀ ਕਾਲ ਅਟੈਂਡ ਨਹੀਂ ਕਰ ਪਾਏ ਉਹਦੇ ਲਈ ਮੁਆਫੀ ਹੈ। ਕੱਲ੍ਹ ਨੂੰ ਜ਼ਰੂਰ ਕਾਲ ਕਰਿਓ ਤੇ ਆਪਣੇ ਸਵਾਲ ਜਿਹੜੇ ਆ ਸਾਡੇ ਸਾਹਮਣੇ ਰੱਖਿਓ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। 6 ਵਜੇ ਫਿਰ ਹਾਜ਼ਰ ਹੋਵਾਂਗੇ। ਕੈਨੇਡਾ, ਅਮਰੀਕਾ ਤੇ ਦੇਸ਼ ਦੁਨੀਆ ਵਿੱਚ ਕੀ ਨਵਾਂ ਵਾਪਰ ਰਿਹਾ, ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਨਵੇਂ ਤਾਜ਼ਾ ਹਾਲਾਤ ਬਣੇ ਹੋਏ ਨੇ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਫਲਾਈਟਸ ਦੇ ਬਾਰੇ ਵਿੱਚ ਚਰਚਾ ਕਰਾਂਗੇ। ਫਿਲਹਾਲ ਦਿਓ ਇਜਾਜ਼ਤ, 6 ਵਜੇ ਫਿਰ ਜੁੜਾਂਗੇ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।